Good morning everyone. Good morning जी। आज संडे ਨੂੰ ਤੁਹਾਨੂੰ ਅਸੀਂ ਕੰਮ ਤੇ ਲਾ ਦਿੱਤਾ। ਆਪਾਂ ਅੱਜ ਪੜਾਂਗੇ ਨੈਸ਼ਨਲ ਐਗਜ਼ਾਮੀਨੇਸ਼ਨ ਪੇਪਰ ਨੰਬਰ 6 ਸਿਵਲ ਪ੍ਰੋਸੀਜਰ ਕੋਡ 1908 ਸਿਵਲ ਪ੍ਰੋਸੀਜਰ ਕੋਡ 1908 ਅਸੀਂ ਆਰਡਰ ਨੰਬਰ 4 ਤੱਕ ਪੜ ਚੁੱਕੇ ਸੀਗੇ। ਅੱਜ ਅਸੀਂ ਪੜਾਂਗੇ ਆਰਡਰ 5। ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਸੀ, ਇਸ ਬੁੱਕਸ ਦੇ ਦੋ ਪਾਰਟ ਹੁੰਦੇ ਆ। ਪਹਿਲਾ ਪਾਰਟ ਹੈ ਸੈਕਸ਼ਨਸ ਦਾ, ਸੈਕਸ਼ਨ 1 ਤੋਂ 158 ਤੱਕ। ਫਿਰ ਅੱਗੇ ਸਟਾਰਟ ਹੋ ਜਾਂਦੇ ਨੇ ਆਰਡਰਸ। ਆਰਡਰ ਦੇ ਅਗੇਂਸਟ ਅੱਗੇ ਰੂਲਸ ਹੁੰਦੇ ਆ, ਰੂਲਸ। ਅੱਜ ਅਸੀਂ ਪੜਾਂਗੇ ਆਰਡਰ 5। ਆਰਡਰ 5 ਜਿਹੜਾ ਹੈਗਾ ਇਹ ਰਿਲੇਟ ਕਰਦਾ ਹੈਗਾ ਜਿਹੜੇ ਅਸੀਂ ਪਹਿਲਾਂ ਸੈਕਸ਼ਨਸ ਪੜ੍ਹ ਕੇ ਗਏ ਹਾਂ, ਸੈਕਸ਼ਨ 27 ਤੋਂ 32 ਇਹ ਰਿਲੇਟ ਕਰਦਾ ਹੈ ਉਹਨਾਂ ਸੈਕਸ਼ਨਾਂ ਦੇ ਨਾਲ। ਅਸੀਂ ਪਹਿਲਾਂ ਡਿਟੇਲ ਜਿਹੜੀ ਪੜ੍ਹੀ ਸੀਗੀ ਸਮਨਿੰਗ ਦੇ ਸੰਬੰਧ ਵਿੱਚ, ਸਮਨ ਕਿਵੇਂ ਜਾਰੀ ਹੁੰਦਾ ਹੈ, ਪ੍ਰੋਸੈਸ ਆਫ ਸਮਨਿੰਗ ਕਿਆ ਹੁੰਦਾ ਹੈਗਾ, ਠੀਕ ਹੈ। ਇਹ ਸਾਰਾ ਦਾ ਸਾਰਾ ਜਿਹੜਾ ਲਾਅ ਹੈਗਾ, ਇਹ ਲਾਅ ਸੈਕਸ਼ਨ 27 ਤੋਂ ਲੈ ਕੇ 32 ਦੇ ਵਿੱਚ ਹੈਗਾ, ਇਸੇ ਬੁੱਕ ਦੇ ਵਿੱਚ ਜਿੱਥੇ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਫਿਰ ਵੀ ਜੇ ਕਿਤੇ ਨਾ ਕਿਤੇ ਕੋਈ ਮਤਲਬ ਕਿ ਪ੍ਰੋਸੈਸ ਦੇ ਵਿੱਚ ਕੋਈ ਰਹਿ ਜਾਂਦਾ ਹੈਗਾ ਤਾਂ ਇਹ ਆ ਕਿ ਇਹ ਆਰਡਰ ਦੇ ਵਿੱਚ ਹੋਰ ਕਲੀਅਰ ਹੋ ਜਾਂਦਾ ਹੈ। ਇਸ ਕਰਕੇ ਫਿਰ ਇਹ ਆਰਡਰਸ ਦਿੱਤੇ ਗਏ ਨੇ। ਆਰਡਰ 5 ਹੈਗਾ ਇਸ਼ੂ ਆਫ ਸਮਨਸ, ਇਸ਼ੂ ਐਂਡ ਸਰਵਿਸ ਆਫ ਸਮਨਸ। ਰੂਲ 1 ਦੇਖੋ, ਇਹ ਸਮਝਣਾ ਜ਼ਰੂਰੀ ਹੁੰਦਾ ਹੈ ਵੀ ਇਹ ਆਰਡਰ ਕੀ ਹੈ, ਰੂਲ ਕੀ ਹੈ, ਸੈਕਸ਼ਨਸ ਕੀ ਹੈ। ਇਹ ਕਾਫੀ ਦੇਰ ਤੱਕ ਜਦੋਂ ਮੈਂ ਲਾਅ ਕਰਦਾ ਸੀ ਮੈਨੂੰ ਵੀ ਸਮਝ ਨਹੀਂ ਸੀ ਆ ਰਿਹਾ। ਉਦੋਂ ਕਿਤੇ ਸੈਕਸ਼ਨਸ ਆ ਗਏ, ਕਿਤੇ ਰੂਲਸ ਆ ਗਏ, ਕਿਤੇ ਆਰਡਰਸ ਆ ਗਏ, ਠੀਕ ਹੈ ਜੀ। ਸੈਕਸ਼ਨਸ ਇੱਕ ਲਾਅ ਹੈਗਾ, ਰੂਲਸ ਆਰਡਰਸ ਜਿਹੜੇ ਤੇ ਰੂਲਸ ਜਿਹੜੇ ਹੈਗੇ ਨੇ, ਇੱਕ ਆਰਡਰ ਦੇ ਅਗੇਂਸਟ ਕਾਫੀ ਰੂਲਸ ਹੁੰਦੇ ਨੇ। ਇਹ ਕੋਈ ਗਿਣਤੀ ਨਹੀਂ ਹੈ ਵੀ ਕਿਸ ਆਰਡਰ ਦੇ ਕਿੰਨੇ ਰੂਲ ਹੈਗੇ ਆ, ਕਿਤੇ ਘੱਟ ਵੀ ਨੇ ਕਿਤੇ ਵੱਧ ਵੀ ਨੇ, ਠੀਕ ਹੈ। ਇਹ ਪ੍ਰੋਸੈਸ ਸਾਰਾ ਹੈਗਾ। ਆਰਡਰ 5 ਰੂਲ 1 ਕੀ ਹੈ, ਸਮਨਸ। ਜਦੋਂ ਕੋਈ ਪਾਰਟੀ ਸੂਟ ਫਾਈਲ ਕਰਦੀ ਹੈ, ਪਲੈਂਟਿਫ ਵੱਲੋਂ ਸੂਟ ਫਾਈਲ ਕਰ ਇੰਸਟੀਚਿਊਟ ਕੀਤਾ ਜਾਂਦਾ ਹੈ, ਤਾਂ ਸਮਨਸ ਮੇ ਬੀ ਇਸ਼ੂਡ ਟੂ ਦਾ ਡਿਫੈਂਡੈਂਟਸ ਟੂ ਅਪੀਅਰ ਐਂਡ ਆਨਸਰ ਦਾ ਕਲੇਮ। ਕੀ ਕਲੇਮ ਕੀਤਾ ਹੈ ਪਲੈਂਟਿਫ ਨੇ, ਕੀ ਸੂਟ ਫਾਈਲ ਕੀਤਾ ਹੈ, ਉਹਦੀ ਕੀ ਕੰਪਲੇਂਟ ਹੈਗੀ ਹੈ, ਠੀਕ ਹੈ। ਤਾਂ ਦੂਜੀ ਪਾਰਟੀ ਨੂੰ ਜਿਹੜੀ ਡਿਫੈਂਡੈਂਟ ਪਾਰਟੀਜ਼ ਹੁੰਦੀਆਂ ਨੇ ਉਹਨਾਂ ਨੂੰ 30 ਡੇਜ਼ ਦੇ ਅੰਦਰ ਅੰਦਰ ਕੋਰਟ ਵੱਲੋਂ ਸਮਨ ਜਾਰੀ ਕੀਤੇ ਜਾਂਦੇ ਆ ਆ ਕੇ ਆਪਣੀ ਰਿਟਨ ਸਟੇਟਮੈਂਟ ਦੇਣ ਲਈ, ਜਿਵੇਂ ਕਿ ਜਵਾਬ ਦਾਵਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਆਪਦਾ ਜਵਾਬ ਪੇਸ਼ ਕਰਨ ਦੇ ਲਈ, ਜਿਹਨੂੰ ਅਸੀਂ ਇਸ ਲਾਅ ਇੰਗਲਿਸ਼ ਦੇ ਵਿੱਚ ਰਿਟਨ ਸਟੇਟਮੈਂਟ ਕਹਿੰਦੇ ਹਾਂ। ਰਿਟਨ ਸਟੇਟਮੈਂਟ ਪੇਸ਼ ਕਰਨ ਦੇ ਲਈ ਵੀ ਪਲੈਂਟਿਫ ਨੇ ਕੀ ਕਲੇਮ ਕੀਤਾ ਤੇ ਤੁਸੀਂ ਉਹਦੇ ਸੰਬੰਧ ਵਿੱਚ ਕੀ ਜਵਾਬ ਦੇਣਾ ਚਾਹੁੰਦੇ ਹੋ, ਠੀਕ ਹੈ ਜੀ। ਇਹ ਸਮਨ ਜਾਰੀ ਕੀਤੇ ਜਾਂਦੇ ਕੋਰਟ ਵੱਲੋਂ। ਇਹਦਾ 30 ਡੇਜ਼ ਦਾ ਸਮਾਂ ਹੈਗਾ ਜਵਾਬ ਦੇਣ ਦਾ, ਪਰ ਫਿਰ ਵੀ ਇਹ ਜਿਹੜਾ ਸਮਾਂ ਹੈਗਾ 90 ਡੇਜ਼ ਤੱਕ ਵਧਾਇਆ ਜਾ ਸਕਦਾ ਹੈ। ਇਹ ਮਤਲਬ ਕਿ ਜੇ ਕੋਈ ਪਾਰਟੀ ਕੋਰਟ ਨੂੰ ਮਤਲਬ ਕਿ ਸਫੀਸ਼ੀਐਂਟ ਰੀਜ਼ਨ ਦੱਸਦੀ ਹੈ ਵੀ ਮੈਂ ਕਿਉਂ ਨਹੀਂ ਆ ਸਕਿਆ ਤੇ ਮੈਨੂੰ ਸਮਨ ਨਹੀਂ ਮਿਲਿਆ, ਕੀ ਰੀਜ਼ਨ ਸੀਗਾ। ਜਦੋਂ ਡਿਫੈਂਡੈਂਟ ਨੂੰ ਸਮਨ ਮਿਲ ਜਾਂਦੇ ਨੇ ਤੇ ਉਹ ਪਾਰਟੀ ਖੁਦ ਆ ਕੇ ਕੋਰਟ 'ਚ ਆ ਕੇ ਆਪਦਾ ਜਿਹੜਾ ਕਲੇਮ ਦਾ ਜਿਹੜਾ ਜਵਾਬ ਦੇ ਸਕਦੀ ਹੈ। ਉਹ ਪਰਸਨਲੀ ਵੀ ਆ ਸਕਦਾ ਹੈ, ਕੋਰਟ ਦੇ ਵਿੱਚ ਪੇਸ਼ ਹੋ ਸਕਦਾ ਜਿਹੜਾ ਡਿਫੈਂਡੈਂਟ ਹੈਗਾ, ਤੇ ਆਪਦੇ ਪਲੀਡਰ ਦੇ ਰਾਹੀਂ ਵੀ ਪੇਸ਼ ਹੋ ਸਕਦਾ ਹੈ। ਪਲੀਡਰ ਕੰਪਨੀਡ ਬਾਈ ਸਮ ਪਰਸਨਸ, ਜੇ ਪਲੀਡਰ ਆਉਂਦਾ ਤਾਂ ਉਹ ਨਾਲ ਵੀ ਉਹਦੇ ਕੁਝ ਪਾਰਟੀਆਂ ਆ ਸਕਦੀਆਂ, ਡਿਫੈਂਡੈਂਟ ਕੁਝ ਪਾਰਟੀਆਂ, ਪਲੈਂਟਿਫ ਦੇ ਪਲੀਡਰ, ਡਿਫੈਂਡੈਂਟ ਦੇ ਪਲੀਡਰ ਜਿਹੜੇ ਹੈਗੇ ਨੇ ਉਹਦੇ ਨਾਲ ਪਾਰਟੀਆਂ ਵੀ ਆ ਸਕਦੀਆਂ ਨੇ। ਐਵਰੀ ਸਚ ਸਮਨ ਸ਼ੈਲ ਬੀ ਸਾਈਨਡ ਬਾਈ ਦਾ ਜੱਜ। ਜਿਹੜਾ ਸਮਨ ਜਾਰੀ ਕੀਤਾ ਜਾਂਦਾ ਹੈ ਇਹਦੇ ਉੱਪਰ ਕੋਰਟ ਦਾ ਨਾਮ ਲਿਖਿਆ ਹੁੰਦਾ ਹੈ, ਕਿਸ ਪਾਰਟੀ ਨੂੰ ਇਹ ਸਮਨ ਜਾ ਰਿਹਾ ਹੈ, ਉਹ ਪਲੈਂਟਿਫ ਹੈ ਜਾਂ ਡਿਫੈਂਡੈਂਟ ਹੈ, ਉਹਦਾ ਨਾਮ ਲਿਖਿਆ ਜਾਂਦਾ ਹੈ ਤੇ ਕੋਰਟ ਦੇ ਵੱਲੋਂ ਜਿਹੜੇ ਹੈਗੇ ਨੇ ਸਾਈਨ ਕੀਤੇ ਜਾਂਦੇ, ਸਟੈਂਪ ਲੱਗੀ ਜਾਂਦੀ ਹੈ ਤੇ ਨੈਕਸਟ ਡੇਟ ਲਿਖੀ ਜਾਂਦੀ ਹੈ ਕਿਸ ਡੇਟ ਨੂੰ ਕਿਸੇ ਨੇ ਅਪੀਅਰ ਹੋਣਾ ਹੈ। ਕਾਪੀ ਆਫ ਦਾ ਪਲੇਂਟ ਅਨੈਕਸਡ ਟੂ ਦਾ ਸਮਨਸ। ਰੂਲ ਨੰਬਰ 2, ਜਦੋਂ ਕੋਈ ਕਿਸੇ ਵਿਅਕਤੀ ਨੂੰ ਸਮਨ ਜਾਰੀ ਕੀਤਾ ਜਾਂਦਾ ਹੈ ਤਾਂ ਉਹਦੇ ਨਾਲ ਜਿਹੜੀ ਕਾਪੀ ਹੈਗੀ ਹੈ ਪਲੇਂਟ ਦੀ ਕਾਪੀ, ਡਿਫੈਂਡੈਂਟਸ ਜਿਹਨੇ ਵੀ ਡਿਫੈਂਡੈਂਟ ਮੰਨ ਲਓ 20 ਡਿਫੈਂਡੈਂਟ ਹੈਗੇ ਆ ਤਾਂ ਪਲੇਂਟਿਫ ਨੂੰ ਕਿਹਾ ਜਾਂਦਾ ਹੈ ਵੀ ਤੁਸੀਂ 20 ਡਿਫੈਂਡੈਂਟ ਦੇ ਲਈ ਕਾਪੀਆਂ ਜਿਹੜੀਆਂ ਹੈਗੀਆਂ ਤੁਸੀਂ ਕੋਰਟ ਦੇ ਵਿੱਚ ਸਬਮਿਟ ਕਰਵਾਓ। ਇਹ ਔਨ ਦਾ ਕਾਸਟ ਆਫ ਦਾ ਪਲੈਂਟਿਫ ਜਿਹੜੀਆਂ ਕਾਪੀਆਂ ਦਿੱਤੀਆਂ ਜਾਂਦੀਆਂ ਨੇ, ਜਿੰਨੀ ਗਿਣਤੀ ਪਲੈਂਟਿਫ ਦੀ ਹੁੰਦੀ ਹੈ ਤਾਂ ਪਲੈਂਟਿਫ ਨੂੰ ਸਮਨ ਦੇ ਨਾਲ ਨਾਲ ਜਿਹੜੀ ਕਿ ਕਾਪੀ ਜਿਹੜੀ ਪਲੇਂਟ ਦੀ ਭੇਜੀ ਜਾਂਦੀ ਹੈ। ਕੋਰਟ ਮੇ ਆਰਡਰ ਡਿਫੈਂਡੈਂਟ ਔਰ ਪਲੈਂਟਿਫ ਟੂ ਅਪੀਅਰ ਇਨ ਪਰਸਨ। ਦੇਖੋ ਵੈਸੇ ਤਾਂ ਆਪਾਂ ਪੜ੍ਹ ਚੁੱਕੇ ਆ ਲਾਅ ਹੈਗਾ ਵੀ ਜਿਹੜੀ ਕੋਰਟ ਆਪਣਾ ਜਿਹੜੀ ਪਾਰਟੀ ਹੈਗੀ ਆ ਉਹ ਇਨ ਪਰਸਨ ਵੀ ਆ ਸਕਦੀ ਹੈ, ਆਪਦੇ ਵਕੀਲ ਰਾਹੀਂ ਵੀ ਕੋਰਟ 'ਚ ਆ ਸਕਦੀ ਹੈ, ਪਰ ਫਿਰ ਵੀ ਕਿਸੇ ਵੀ ਸਟੇਜ ਤੇ ਕੋਰਟ ਜਿਹੜੀ ਕਹਿ ਸਕਦੀ ਹੈ ਪਲੈਂਟਿਫ ਨੂੰ, ਡਿਫੈਂਡੈਂਟ ਨੂੰ ਜਾਂ ਪਲੈਂਟਿਫ ਨੂੰ ਵੀ ਤੁਸੀਂ ਖੁਦ ਪੇਸ਼ ਹੋਣਾ ਹੈ। ਜਿਵੇਂ ਕਿ ਆਪਣੇ
ਰੈਵਨਿਊ ਆਫੀਸਰਸ ਨੂੰ ਕਈ ਵਾਰੀ ਕੋਰਟਾਂ ਬੁਲਾ ਲੈਂਦੇ ਨੇ ਇਨ ਅਪੀਅਰ ਇਨ ਪਰਸਨ। ਸਾਡੇ ਜਿਹੜੇ ਸਟਾਫ ਰੀਡਰਸ ਹੁੰਦੇ ਆ ਉਹ ਆਪਣਾ ਤਹਿਸੀਲਾਂ ਦੇ ਵਿੱਚੋਂ ਕੋਰਟਾਂ 'ਚ ਚਲੇ ਜਾਂਦੇ ਆ। ਕਈ ਵਾਰੀ ਕੋਰਟ ਆਰਡਰ ਕਰ ਦਿੰਦੀ ਹੈ ਵੀ ਰੈਵਨਿਊ ਆਫੀਸਰ ਤਹਿਸੀਲਦਾਰ ਸੋ ਐਂਡ ਸੋ ਅਪੀਅਰ ਇਨ ਪਰਸਨ ਦਾ ਕੋਰਟ, ਉੱਥੇ ਫਿਰ ਅਸੀਂ ਖੁਦ ਜਾਣਾ ਹੁੰਦਾ ਹੈਗਾ। No party to be ordered to appear in person unless resident within certain limits। ਮਤਲਬ ਜਦੋਂ ਕੋਈ ਪਾਰਟੀਆਂ ਦੂਰ ਦਰੇਡੇ ਰਹਿੰਦੀਆਂ ਨੇ, ਜਿੱਥੇ ਆ 50 ਕਿਲੋਮੀਟਰ ਦੀ ਲੈਸ ਦੈਨ 50, ਜਿੱਥੇ ਰੇਲਵੇ ਦਾ ਕੋਈ ਰੇਲਵੇ ਦਾ ਕੋਈ ਸਾਧਨ ਨਾ ਹੋਵੇ, ਜਾਂ ਲੈਸ ਦੈਨ 200 ਮਾਈਲਸ ਡਿਸਟੈਂਸ। ਮਤਲਬ ਕਹਿਣ ਦਾ ਭਾਵ ਇਹ ਕਿ ਹੈਗਾ ਵੀ ਜਿੱਥੇ ਪਾਰਟੀਆਂ ਬਹੁਤ ਜ਼ਿਆਦਾ ਦੂਰ ਰਹਿੰਦੀਆਂ ਹੋਣ, ਜਿੱਥੇ ਆਉਣ ਦਾ ਕੋਈ ਵਧੀਆ ਸੋਰਸ ਨਾ ਹੋਵੇ, ਤਾਂ ਜਿਹੜਾ ਪਾਰਟੀਆਂ ਨੂੰ ਅਪੀਅਰ ਇਨ ਪਰਸਨ ਨਹੀਂ ਕਿਹਾ ਜਾ ਸਕਦਾ ਵੀ ਹਾਜ਼ਰ ਹੋਵੋ। ਉੱਥੇ ਪਾਰਟੀਆਂ ਉਹਦੇ ਵਕੀਲ ਰਾਹੀਂ ਹਾਜ਼ਰ ਹੋ ਸਕਦੀਆਂ ਨੇ। ਰੂਲ ਨੰਬਰ 5 'ਚ ਕੀ ਕਿਹਾ ਗਿਆ? ਸਮਨਸ ਟੂ ਬੀ ਆਈਦਰ ਟੂ ਸੈਟਲ ਇਸ਼ੂ ਔਰ ਫॉर ਦਾ ਫਾਈਨਲ ਡਿਸਪੋਜ਼ਲ। ਸਮਨ ਜਿਹੜੇ ਭੇਜੇ ਜਾਂਦੇ ਉੱਥੇ ਦੱਸਿਆ ਜਾਏਗਾ ਵੀ ਇਹ ਸਮਨ ਤੁਹਾਨੂੰ ਕਾਹਦੇ ਲਈ ਭੇਜਿਆ ਜਾ ਰਿਹਾ ਹੈਗਾ, ਜਿਹੜਾ ਹੈਗਾ ਇਸ਼ੂ ਸੈਟਲ ਹੋ ਰਿਹਾ, ਮਤਲਬ ਕਿ ਡਿਸਪੋਜ਼ਲ ਹੋ ਰਹੀ ਹੈ ਕਿਸੇ ਕੇਸ ਦੀ, ਉਹ ਦੱਸਿਆ ਜਾਂਦਾ ਸਮਨ ਦੇ ਵਿੱਚ ਕਾਹਦੇ ਲਈ ਪੇਸ਼ ਹੋਣਾ ਹੈਗਾ। ਅਪੀਅਰ ਫਿਕਸਿੰਗ ਏ ਡੇ ਫॉर ਅਪੀਅਰੈਂਸ ਆਫ ਦਾ ਡਿਫੈਂਡੈਂਟ, ਡੇਟ ਫਿਕਸ ਕੀਤੀ ਜਾਂਦੀ ਹੈ ਕਿ ਕਿਸ ਤਰੀਕ ਨੂੰ ਅਪੀਅਰ ਹੋਣਾ ਹੈ। ਤੇ ਨਾਲ ਹੀ ਰੂਲ ਨੰਬਰ 7 ਦੇ ਵਿੱਚ ਸਮਨਸ ਟੂ ਆਰਡਰ ਡਿਫੈਂਡੈਂਟ ਟੂ ਪ੍ਰੋਡਿਊਸ ਡਾਕੂਮੈਂਟਸ। ਤੇ ਡਿਫੈਂਡੈਂਟ ਤੋਂ ਕੁਝ ਡਾਕੂਮੈਂਟ ਵੀ ਮੰਗੇ ਜਾਂਦੇ ਨੇ, ਜਿਹੜੇ ਕਿ ਪਲੈਂਟਿਫ ਜਦੋਂ ਸੂਟ ਫਾਈਲ ਕਰਦਾ ਹੈ ਤਾਂ ਉਹਦੇ ਕੋਲ ਜੇ ਓਰੀਜਨਲ ਨਹੀਂ ਹੁੰਦਾ ਤਾਂ ਉਹ ਆਪਣੀ ਪਲੇਂਟ ਦੇ ਵਿੱਚ ਦਿਖਦਾ ਹੈਗਾ ਵੀ ਜਿਹੜਾ ਇਹ ਓਰੀਜਨਲ ਜਿਹੜੀ ਕਾਪੀ ਹੈਗੀ ਹੈ ਇਹ ਡਿਫੈਂਡੈਂਟ ਦੇ ਕਬਜ਼ੇ ਦੇ ਵਿੱਚ ਹੈਗੀ ਹੈ। ਤਾਂ ਕੋਰਟ ਵੱਲੋਂ ਸਮਨ ਦੇ ਵਿੱਚ ਲਿਖ ਕੇ ਭੇਜਿਆ ਜਾ ਸਕਦਾ ਵੀ ਤੁਸੀਂ ਆਹ ਜਿਹੜੇ ਡਾਕੂਮੈਂਟ ਹੈਗੇ ਆ ਤੁਸੀਂ ਇਹ ਪ੍ਰੋਡਿਊਸ ਕਰਨੇ ਨੇ, ਜੋ ਤੁਸੀਂ ਲੈ ਕੇ ਆਉਣਾ ਹੈ ਕੋਰਟ ਦੇ ਵਿੱਚ ਤੇ ਨਾਲ ਲੈ ਕੇ ਆਣੇ ਨੇ। ਔਨ ਇਸ਼ੂ ਆਫ ਸਮਨਸ ਫॉर ਦਾ ਫਾਈਨਲ ਡਿਸਪੋਜ਼ਲ ਡਿਫੈਂਡੈਂਟ ਟੂ ਬੀ ਡਾਇਰੈਕਟਡ ਟੂ ਪ੍ਰੋਡਿਊਸ ਹਿਸ ਵਿਟਨੈਸ। ਜਦੋਂ ਸੂਟ ਕਿਤੇ ਫਾਈਨਲ ਸਟੇਜ ਤੇ ਹੁੰਦਾ ਹੈ, ਡਿਸਪੋਜ਼ਲ ਤੇ ਹੁੰਦਾ, ਤਾਂ ਜਿਹੜੇ ਪਾਰਟੀਆਂ ਹੁੰਦੀਆਂ ਨੇ ਉਹਨਾਂ ਵੱਲੋਂ ਜਿਹੜੇ ਗਵਾਹ ਪੇਸ਼ ਕੀਤੇ ਜਾਂਦੇ ਨੇ, ਪਲੈਂਟਿਫ ਪਾਰਟੀ ਵੱਲੋਂ ਵੀ ਡਿਫੈਂਡੈਂਟ ਪਾਰਟੀ ਵੱਲੋਂ ਵੀ, ਗਵਾਹਾਂ ਨੂੰ ਸੁਣਨ ਤੋਂ ਉਪਰੰਤ ਹੀ ਫਿਰ ਜਿਹੜਾ ਹੈਗਾ ਇਸ਼ੂ ਫਰੇਮ, ਜਿਹੜੇ ਫਰੇਮ ਕੀਤੇ ਗਏ ਇਸ਼ੂ ਹੁੰਦੇ ਨੇ ਉਹਨਾਂ ਦਾ ਡਿਸੀਜਨ ਹੁੰਦਾ ਹੈ। ਇਸ਼ੂ ਫਰੇਮ ਡਿਸੀਜਨ ਤੋਂ ਬਾਅਦ, ਡਿਟਰਮਿਨ ਕਰਨ ਤੋਂ ਬਾਅਦ ਹੀ ਇਹਦੀ ਜਜਮੈਂਟ ਜਾਰੀ ਕੀਤੀ ਜਾਂਦੀ ਹੈ। ਡਿਲੀਵਰੀ ਆਫ ਸਮਨਸ ਬਾय ਦਾ ਕੋਰਟ, ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਕਈ ਵਾਰੀ ਜਦੋਂ ਕੋਈ ਵਿਅਕਤੀ ਹੈਗਾ ਉਹ ਕੋਰਟ ਦੀ ਜੁਰਿਸਡਿਕਸ਼ਨ 'ਚ ਨਹੀਂ ਰਹਿੰਦਾ, ਕਿਸੇ ਹੋਰ ਕੋਰਟ ਦੀ ਜੁਰਿਸਡਿਕਸ਼ਨ 'ਚ ਰਹਿੰਦਾ ਹੈਗਾ, ਰੂਲ ਨੰਬਰ 9 ਦੀ ਗੱਲ ਕਰ ਰਹੇ ਹਾਂ, ਕਿਸੇ ਹੋਰ ਕੋਰਟ ਦੀ ਜੁਰਿਸਡਿਕਸ਼ਨ 'ਚ ਰਹਿੰਦਾ, ਤਾਂ ਜਿਹੜੀ ਕੋਰਟ ਹੈਗੀ ਹੈ ਸਮਨ ਭੇਜ ਰਹੀ ਹੈ ਤਾਂ ਦੂਜੀ ਕੋਰਟ ਨੂੰ ਸਮਨ ਭੇਜ ਦਿੰਦੀ ਹੈ। ਉਹ ਵਾਲੀ ਕੋਰਟ ਜਿਹੜੀ ਹੁੰਦੀ ਹੈ ਜਿੱਥੇ ਉਹ ਵਿਅਕਤੀ ਰਹਿ ਰਿਹਾ ਹੁੰਦਾ ਹੈ, ਉਹ ਕੋਰਟ ਆਪਣੇ ਵੱਲੋਂ ਆਪਣੇ ਹੀ ਜਿਹੜੇ ਸਟਾਫ ਹੈਗਾ ਉਹਦੇ ਰਾਹੀਂ, ਜਿਹੜੇ ਉਹਨਾਂ ਦੇ ਪ੍ਰੋਸੈਸ ਸਰਵਰ ਹੁੰਦੇ ਨੇ ਉਹਨਾਂ ਦੇ ਰਾਹੀਂ ਕੰਸਰਨਡ ਪਰਸਨ ਦੀ ਜਿਹੜੀ ਸਮਨਿੰਗ ਕਰਵਾ ਕੇ ਫਿਰ ਜਿਹੜੀ ਸਾਰੀ ਕਾਰਵਾਈ ਕੀਤੀ ਗਈ ਹੈ, ਕਿਵੇਂ ਸਮਨਿੰਗ ਕਰਵਾਈ ਗਈ ਹੈ, ਸਾਰਾ ਪ੍ਰੋਸੈਸ ਜਿਹੜਾ ਹੈਗਾ ਕੰਸਰਨਡ ਕੋਰਟ ਦੇ ਵਿੱਚ ਭੇਜ ਦਿੰਦੀ ਹੈ। ਰੂਲ ਨੰਬਰ 9A 'ਚ ਕੀ ਕਿਹਾ ਗਿਆ? ਸਮਨਸ ਗਿਵਨ ਟੂ ਦਾ ਪਲੈਂਟਿਫ ਫॉर ਸਰਵਿਸ। ਇੱਕ ਇਹ ਵੀ ਪ੍ਰੋਵੀਜ਼ਨ ਹੈਗੀ ਹੈ, ਜਿੱਥੇ ਕਿਤੇ ਪਲੈਂਟਿਫ ਕਹਿੰਦਾ ਵੀ ਮੈਂ ਡਿਫੈਂਡੈਂਟ ਨੂੰ ਸਮਨ ਖੁਦ ਕਰਵਾ ਦੂੰਗਾ, ਤਾਂ ਕੋਰਟ ਜਿਹੜੀ ਪਲੈਂਟਿਫ ਹੈਗਾ ਪਲੈਂਟਿਫ ਨੂੰ ਵੀ ਸਮਨ ਦੇ ਸਕਦੀ ਹੈ ਵੀ ਤੁਸੀਂ ਆਪਣੇ ਪੱਧਰ ਤੇ ਜਿਹੜੇ ਡਿਫੈਂਡੈਂਟ ਹੈਗੇ ਪਰਸਨਲੀ ਤੌਰ ਤੇ ਤੁਸੀਂ ਉਹਨਾਂ ਨੂੰ ਸਮਨਿੰਗ ਕਰਵਾ ਸਕਦੇ ਹੋ। Mode of service of the summons shall be made by the delivering or tendering a copy thereof signed by the judge। ਉਹ ਪਤਾ ਹੀ ਆਪਾਂ ਨੂੰ ਜੱਜ ਵੱਲੋਂ ਜਾਰੀ ਕੀਤੀ ਜਾਂਦੀ ਹੈ ਜਿਹੜੀ ਕਾਪੀ ਹੈ ਸਮਨ ਦੀ। ਸਰਵਿਸ ਔਨ ਸੈਵਰਲ ਡਿਫੈਂਡੈਂਟਸ, ਜੇ ਜ਼ਿਆਦਾ ਡਿਫੈਂਡੈਂਟ ਨੇ ਤਾਂ ਸਮਨ ਸਾਰਿਆਂ ਪਾਰਟੀ ਨੂੰ ਭੇਜੇ ਜਾਂਦੇ ਨੇ। ਸਰਵਿਸ ਟੂ ਬੀ ਔਨ ਡਿਫੈਂਡੈਂਟ ਇਨ ਪਰਸਨ ਵੈਨ ਪ੍ਰੈਕਟੀਕੇਬਲ ਔਰ ਹਿਸ ਏਜੰਟ। ਸਮਨ 'ਚ ਲਿਖਿਆ ਜਾਏਗਾ ਜੀ ਬੰਦੇ ਨੇ ਪਾਵਰ ਖੁਦ ਪੇਸ਼ ਹੋਣਾ ਹੈ ਜਾਂ ਆਪਣੇ ਵਕੀਲ ਰਾਹੀਂ ਪੇਸ਼ ਹੋਣਾ ਹੈਗਾ। ਸਰਵਿਸ ਔਨ ਏਜੰਟ ਬਾਈ ਹੋਮ ਡਿਫੈਂਡੈਂਟ ਕੈਰੀਜ਼ ਔਨ ਬਿਜ਼ਨਸ। ਕਈ ਵਿਅਕਤੀ ਜਿਹੜੇ ਹੁੰਦੇ ਨੇ ਆਪਣਾ ਬਿਜ਼ਨਸ ਤਾਂ ਕਰਦੇ ਹੁੰਦੇ ਨੇ, ਕਾਰੋਬਾਰ ਕਰਦੇ ਹੁੰਦੇ ਨੇ ਕੋਰਟ ਦੀ ਜੁਰਿਸਡਿਕਸ਼ਨ ਦੇ ਵਿੱਚ, ਪਰ ਆਪ ਕਿਤੇ ਹੋਰ ਰਹਿ ਰਹੇ ਹੁੰਦੇ ਨੇ, ਠੀਕ ਹੈ। ਉੱਥੇ ਜਿਹੜਾ ਸਮਨ ਹੈਗਾ ਉਹਦੇ ਏਜੰਟ ਨੂੰ, ਜਿਹੜਾ ਉੱਥੇ ਉਹਦੀ ਥਾਂ ਤੇ ਕੰਮ ਕਰ ਰਿਹਾ ਹੈਗਾ, ਬਿਜ਼ਨਸ ਕਰ ਰਿਹਾ, ਉਹਨੂੰ ਵੀ ਦਿੱਤਾ ਜਾ ਸਕਦਾ। ਜਾਂ ਫਿਰ ਉਸਨੇ ਕੋਈ ਵਿਅਕਤੀ ਨੂੰ ਏਜੰਟ ਨੋਟ ਕੀਤਾ, ਆਪਣਾ ਅਥੋਰਾਈਜ਼ ਕੀਤਾ ਗਿਆ ਹੈਗਾ, ਤਾਂ ਉਸ ਨੂੰ ਵੀ ਸਮਨ ਦਿੱਤਾ ਜਾ ਸਕਦਾ ਹੈ। ਸਰਵਿਸ ਔਨ ਏਜੰਟ ਇਨ ਚਾਰਜ ਇਨ ਸੂਟਸ ਫॉर ਇਮੋਰਲ ਪ੍ਰਾਪਰਟੀ। ਕੋਈ ਇੰਚਾਰਜ ਹੈ, ਕੋਈ ਪ੍ਰਾਪਰਟੀ ਹੈ, ਇਮੋਰਲ ਪ੍ਰਾਪਰਟੀ ਹੈ, ਜਿਹੜਾ ਉਸਨੂੰ ਹੋਲਡ ਕਰਦਾ ਹੈ, ਉਹਦੀ ਦੇਖਭਾਲ ਕਰਦਾ ਹੈ, ਉਸ ਵਿਅਕਤੀ ਨੂੰ ਵੀ ਸਮਨ ਦਿੱਤਾ ਜਾ ਸਕਦਾ ਹੈ। ਵੇਅਰ ਸਰਵਿਸ may be on an adult member of the defendant's family। ਜਿੱਥੇ ਕਿਤੇ ਕੋਈ ਏਜੰਟ ਨਿਯੁਕਤ ਨਹੀਂ ਕੀਤਾ ਗਿਆ ਕਿਸੇ ਪਾਰਟੀ ਵੱਲੋਂ, ਕਿਸੇ ਵਿਅਕਤੀ ਵੱਲੋਂ, ਡਿਫੈਂਡੈਂਟ ਵੱਲੋਂ, ਠੀਕ ਹੈ, ਤਾਂ ਤੇ ਉਹਨੂੰ ਸਮਨਿੰਗ ਖੁਦ ਨਹੀਂ ਹੋ ਪਾ ਰਹੀ, ਤਾਂ ਪਾਰਟੀ ਜਿਹੜੀ ਉਹ ਫੈਮਿਲੀ ਹੈਗੀ, ਫੈਮਿਲੀ ਦੇ ਅਡਲਟ ਮੈਂਬਰ, ਮੇ ਵੀ ਉਹ ਮੇਲ ਵੀ ਹੋਵੇ, ਮੇ ਵੀ ਫੀਮੇਲ ਹੋਵੇ, ਉਸ ਨੂੰ ਵੀ ਜਿਹੜਾ ਸਮਨ ਕਰਵਾਇਆ ਜਾ ਸਕਦਾ ਹੈਗਾ। ਪਰ ਨਾਲ ਹੀ ਕਿਹਾ ਗਿਆ ਹੈ ਰੂਲ 15 ਦੇ ਵਿੱਚ, ਕਿਸੇ ਸਰਵੈਂਟ ਨੂੰ ਤੁਸੀਂ ਸਮਨ ਨਹੀਂ ਦੇ ਸਕਦੇ। ਇਸ ਤੋਂ ਪਹਿਲਾਂ ਜਿਹੜਾ ਰੂਲ ਸੀ ਕਈਆਂ ਬੁੱਕਸ ਦੇ ਵਿੱਚ ਲਿਖਿਆ ਹੋਇਆ ਮੇਲ ਮੈਂਬਰ,
ठीक है। मेल मैंबर की ਥਾਂ ਤੇ ਹੁਣ ਮੇਲ ਔਰ ਫੀਮੇਲ ਦੋਨੋਂ ਮੈਂਬਰ ਹੈਗੇ ਆ, ਕੋਈ ਵੀ ਕਿਸੇ ਨੂੰ ਵੀ ਸੰਮਨ ਅਸੀਂ ਦੇ ਸਕਦੇ ਹੈਗੇ ਆ। ਇਹ ਅਮੈਂਡਮੈਂਟ ਹੋ ਚੁੱਕੀ ਹੈ। ਪਰਸਨ ਸਰਵ ਟੂ ਸਾਈਨ ਐਕਨੋਲਜਮੈਂਟ ਵੇਅਰ ਦਾ ਸਰਵਿਸ ਆਫਿਸਰ ਡਿਲੀਵਰਡ। ਜਦੋਂ ਵਿਅਕਤੀ ਕੋਈ ਸੰਮਨ ਕਰਵਾ ਦਿੰਦਾ ਹੈਗਾ, ਸੰਮਨ ਕਰਾਉਣ ਤੋਂ ਬਾਅਦ ਫਿਰ ਉਹ ਆਪਣੀ ਜਿਹੜੀ ਇੰਡੋਰਸਮੈਂਟ ਲਗਾ ਕੇ ਜਿਹੜਾ ਕੋਰਟ ਨੂੰ ਸੰਮਨ ਵਾਪਸ ਭੇਜ ਦਿੰਦਾ ਹੈ। ਰੂਲ ਨੰਬਰ 17 ਦੇ ਵਿੱਚ ਕੀ ਹੈਗਾ ਇੰਪੋਰਟੈਂਟ ਹੈਗਾ, ਪ੍ਰੋਸੀਜਰ ਵੈਨ ਡਿਫੈਂਡੈਂਟ ਰਿਫਿਊਜ਼ਸ ਟੂ ਅਸੈਪਟ ਸਰਵਿਸ ਔਰ ਕੈਨ ਨਾਟ ਬੀ ਫਾਊਂਡ। ਜਿੱਥੇ ਕਿਤੇ ਡਿਫੈਂਡੈਂਟ ਹੈਗਾ ਉਹ ਸੰਮਨ ਲੈਣ ਤੋਂ ਇਨਕਾਰ ਕਰਦਾ ਹੈ ਜਾਂ ਉਹਦੀ ਸਰਵਿਸ ਨਹੀਂ ਹੋ ਪਾ ਰਹੀ ਕਿਸੇ ਕਾਰਨ, ਤਾਂ ਫਿਰ ਕੀ ਹੈਗਾ ਜਿਹੜੀ ਕੋਰਟ ਹੈਗੀ ਹੈ ਉਹ ਆਰਡਰ ਕਰ ਸਕਦੀ ਹੈ ਵੀ ਇਹ ਜਿਹੜਾ ਸੰਮਨ ਹੈਗਾ ਉਸ ਵਿਅਕਤੀ ਦੇ ਡਿਫੈਂਡੈਂਟ ਦੇ ਦਰਵਾਜ਼ੇ ਤੇ ਕਿਸੇ ਸਾਂਝੀ ਥਾਂ ਤੇ ਜਿਹੜਾ ਹੈਗਾ ਚਸਪਾ ਕਰ ਦਿੱਤਾ ਜਾਵੇ। ਨੈਕਸਟ ਹੈ 18 ਰੂਲ 18 ਇੰਡੋਰਸਮੈਂਟ ਆਫ ਟਾਈਮ ਐਂਡ ਮੈਨਰ ਆਫ ਦਾ ਸਰਵਿਸ। ਜਿਹੜਾ ਵਿਅਕਤੀ ਜਿਹੜਾ ਪ੍ਰੋਸੈਸ ਸਰਵਰ ਸਮਨਿੰਗ ਕਰਵਾਉਂਦਾ ਹੈ, ਠੀਕ ਹੈ, ਉਹ ਨਾਲ ਕਿਸੇ ਨਾ ਕਿਸੇ ਨੂੰ ਆਇਡੈਂਟੀਫਾਈ ਕਰਨ ਦੇ ਲਈ ਵੀ ਇਹ ਜਿਸ ਨੂੰ ਮੈਂ ਸੰਮਨ ਕਰਵਾਉਣ ਜਾ ਰਿਹਾ ਇਹ ਵਿਅਕਤੀ ਉਹੀ ਵਿਅਕਤੀ ਹੈ ਜਿਹਦੇ ਨਾਂ ਤੇ ਸੰਮਨ ਜਾਰੀ ਕੀਤਾ ਗਿਆ, ਪਿੰਡ ਦੇ ਨੰਬਰਦਾਰ ਨੂੰ, ਚੌਕੀਦਾਰ ਨੂੰ, ਠੀਕ ਹੈ, ਨਾਲ ਜਾ ਕੇ ਤੇ ਸਮਨਿੰਗ ਕਰਵਾ ਕੇ ਉਸ ਤੋਂ ਬਾਅਦ ਫਿਰ ਉਹ ਇੰਡੋਰਸਮੈਂਟ ਲਗਾਉਂਦਾ ਹੈ ਵੀ ਕਿਸ ਟਾਈਮ 'ਚ ਕਿਹੜੀ ਤਰੀਕ ਨੂੰ ਮੈंने ਜਿਹੜਾ ਇਹ ਸੰਮਨ ਕਰਵਾਇਆ ਹੈਗਾ, ਵਿਅਕਤੀ ਨੂੰ ਇਤਲਾਹ ਦਿੱਤੀ ਹੈ। ਰੂਲ ਨੰਬਰ 90 'ਚ ਕੀ ਕਿਹਾ ਗਿਆ, ਐਗਜ਼ਾਮੀਨੇਸ਼ਨ ਆਫ ਦਾ ਸਰਵਿੰਗ ਆਫਿਸਰ। ਜਿਹੜਾ ਪ੍ਰੋਸੈਸ ਸਰਵਰ ਕੋਈ ਜਾ ਕੇ ਕਿਸੇ ਵਿਅਕਤੀ ਨੂੰ ਡਿਫੈਂਡੈਂਟ ਨੂੰ ਸਮਨਿੰਗ ਕਰਵਾ ਕੇ ਆਇਆ ਹੈ, ਠੀਕ ਹੈ, ਕੋਰਟ ਬੁਲਾ ਕੇ ਉਹਨੂੰ ਪੁੱਛ ਸਕਦੀ ਹੈ, ਉਹਨੂੰ ਐਗਜ਼ਾਮਿਨ ਕਰ ਸਕਦੀ ਹੈ, ਪੁੱਛ ਸਕਦੀ ਹੈ ਤੂੰ ਕਿੱਥੇ ਸਮਨ ਕਰਾਇਆ ਸੀਗਾ, ਕੌਣ ਤੁਹਾਨੂੰ ਮਿਲਿਆ ਸੀ, ਕਿਸ ਟਾਈਮ ਕਿਹੜੀ ਤਰੀਕ ਨੂੰ ਤੁਸੀਂ ਗਏ ਸੀਗੇ, ਮਤਲਬ ਕੋਈ ਵੀ ਕੁਐਸਚਨ ਜਿਹੜੀ ਕੋਰਟ ਵੱਲੋਂ ਕੀਤਾ ਜਾ ਸਕਦਾ ਉਸ ਵਿਅਕਤੀ ਨੂੰ ਜਿਹੜਾ ਸਮਨਿੰਗ ਕਰਵਾ ਕੇ ਆਇਆ ਹੈਗਾ। ਨੈਕਸਟ ਹੈਗਾ ਰੂਲ ਨੰਬਰ 20 ਸਬਸਟੀਚਿਊਟ ਸਰਵਿਸਿਜ਼। ਜਦੋਂ ਕਿਸੇ ਕਾਰਨ ਤੁਸੀਂ ਕਿਸੇ ਫੈਮਿਲੀ ਮੈਂਬਰ ਨੂੰ ਸੰਮਨ ਨਾ ਕਰਾ ਸਕੋ, ਪਰਸਨ ਨੂੰ ਖੁਦ ਸੰਮਨ ਨਾ ਕਰਾ ਸਕੋ, ਠੀਕ ਹੈ, ਵਿਅਕਤੀ ਉੱਥੇ ਰਹਿੰਦਾ ਨਾ ਹੋਵੇ, ਉਹਦਾ ਘਰ ਵੀ ਨਾ ਉੱਥੇ ਹੋਵੇ, ਤਾਂ ਕੁਛ ਸਬਸਟੀਚਿਊਟ ਸਰਵਿਸਿਜ਼ ਹੈਗੀਆਂ ਨੇ ਜਿਹਨੂੰ ਅਸੀਂ ਸਮਨਿੰਗ ਦੇ ਤੌਰ ਤੇ ਯੂਜ਼ ਕਰ ਸਕਦੇ ਹੈਗੇ ਆ। ਜਿਵੇਂ ਨਿਊਜ਼ਪੇਪਰ 'ਚ ਐਡਵਰਟਾਈਜ਼ਮੈਂਟ ਦੇਣੀ, ਐਡਵਰਟਾਈਜ਼ਮੈਂਟ ਇਨ ਦਾ ਨਿਊਜ਼ਪੇਪਰ, ਠੀਕ ਹੈ, ਡੇਲੀ ਜਿਹੜਾ ਉਸ ਏਰੀਏ ਦੇ ਵਿੱਚ ਚੱਲਦਾ ਹੋਵੇ, ਲੋਕੈਲਿਟੀ ਦੇ ਵਿੱਚ ਚੱਲਦਾ ਹੋਵੇ, ਉਸ ਅਖਬਾਰ ਦੇ ਰਾਹੀਂ ਤੁਸੀਂ ਨਿਊਜ਼ ਦੇ ਸਕਦੇ ਹੋ। ਇਫੈਕਟ ਆਫ ਸਬਸਟੀਚਿਊਟ ਸਰਵਿਸ ਕੀ ਇਫੈਕਟ ਕੀ ਹੈ, ਇਹ ਸੇਮ ਮਤਲਬ ਕਿ ਸਮਨਿੰਗ ਸਮਝੀ ਜਾਵੇਗੀ ਜਿਵੇਂ ਕਿ ਅਸੀਂ ਕਿਸੇ ਉਸ ਵਿਅਕਤੀ ਨੂੰ ਸਮਨਿੰਗ ਕਰਵਾਈ ਹੈ। ਜੇ ਅਸੀਂ ਇੱਦਾਂ ਦੀ ਜੇ ਕੋਈ ਵਿਅਕਤੀ ਨੂੰ ਅਦਰਵਾਈਜ਼ ਸਮਨਿੰਗ ਨਹੀਂ ਹੋ ਰਹੀ ਕਿਸੇ ਨਿਊਜ਼ਪੇਪਰ ਦੇ ਰਾਹੀਂ, ਅਸੀਂ ਮਤਲਬ ਕਿ ਬੰਦੇ ਨੂੰ ਕੋਰਟ ਦੇ ਵਿੱਚ ਡੇਟ ਵਗੈਰਾ ਆਪਾਂ ਦੇਖਦੇ ਹਾਂ, ਰੋਜ਼ ਤੁਸੀਂ ਨੋਟਿਸ ਲੱਗੇ ਹੋਏ ਹੁੰਦੇ ਨੇ ਕੋਰਟਾਂ ਦੇ ਵੀ ਇੰਨੀ ਤਰੀਕ ਨੂੰ, ਠੀਕ ਹੈ, ਤੇ ਇੰਨੇ ਵਜੇ ਇੰਨੀ ਤਰੀਕ ਨੂੰ ਫਲਾਣੀ ਕੋਰਟ ਦੇ ਵਿੱਚ ਹਾਜ਼ਰ ਹੋਣਾ ਹੈ, ਤਾਂ ਇਹ ਸੇਮ ਹੀ ਮਤਲਬ ਕਿ ਸਰਵਿਸ ਉਹ ਸਮਝ ਜਾਂਦੀ ਹੈ। ਵੇਅਰ ਸਰਵਿਸ ਸਬਸਟੀਚਿਊਟਡ ਟਾਈਮ ਫਾਰ ਅਪੀਅਰੈਂਸ ਟੂ ਬੀ ਫਿਕਸ, ਹਾਂ ਸਮਾਂ ਵਗੈਰਾ ਦਿੱਤਾ ਜਾਂਦਾ ਸਾਰਾ ਵੀ ਕਿਸ ਤਰੀਕ ਨੂੰ ਕਿੰਨੀ ਵਜੇ ਕਿਹੜੀ ਕੋਰਟ ਦੇ ਵਿੱਚ ਤੁਸੀਂ ਹਾਜ਼ਰ ਹੋਣਾ ਹੈ। ਨੈਕਸਟ ਹੈ ਰੂਲ ਨੰਬਰ 21 ਸਰਵਿਸ ਆਫ ਸਮਨਸ ਵੇਅਰ ਡਿਫੈਂਡੈਂਟ ਰੈਜ਼ਾਈਡਸ ਵਿਦ ਇਨ ਦਾ ਜੁਰਿਸਡਿਕਸ਼ਨ ਆਫ ਅਨਦਰ ਕੋਰਟ। ਇਹ ਪਹਿਲਾਂ ਵੀ ਆਪਾਂ ਪੜ੍ਹ ਚੁੱਕੇ ਹਾਂ, ਸੇਮ ਹੀ ਹੈ। Summons may be sent by the court by which it is issued whether within or without the state, either by one of its officer, post, courier service, fax message, electronic mail service। ਇਹ ਵੀ ਤਰੀਕੇ ਹੈਗੇ ਨੇ ਮੈਂ ਸਮਨਿੰਗ ਕਰਵਾਉਣ ਦੇ। ਸਰਵਿਸ ਵਿਦਿਨ ਦਾ ਪ੍ਰੈਜ਼ੀਡੈਂਸੀ ਟਾਊਨਸ ਡਿਊਟੀ ਆਫ ਦਾ ਕੋਰਟ ਟੂ ਵਿਚ ਸਮਨਸ ਇਜ਼ ਸੈਂਟ। ਜਿਸ ਕੋਰਟ ਦੇ ਨੂੰ ਤੁਸੀਂ ਸਮਨ ਭੇਜਿਆ ਗਿਆ ਉਸ ਦੀ ਡਿਊਟੀ ਪੂਰੀ ਬਣ ਜਾਂਦੀ ਹੈ ਵੀ ਉਹ ਸਮਨਿੰਗ ਕਰਵਾ ਕੇ ਫਿਰ ਸਾਰਾ ਰਿਕਾਰਡ ਹੈਗਾ ਕੰਸਰਨ ਕੋਰਟ ਵਿੱਚ ਉਦੋਂ ਵੀ ਨੂੰ ਭੇਜਿਆ ਜਾਂਦਾ। ਸਰਵਿਸ ਔਨ ਦਾ ਡਿਫੈਂਡੈਂਟ ਇਨ ਪ੍ਰਿਜ਼ਨ, ਜੇ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਹੋਵੇ ਤਾਂ ਉਹਦਾ ਸੰਮਨ ਹੈਗਾ ਜੇਲ੍ਹ ਦੇ ਵਿੱਚ ਭੇਜਿਆ ਜਾ ਸਕਦਾ ਹੈ। ਸੰਮਨ ਸ਼ੈਲ ਬੀ ਡਿਲੀਵਰਡ ਔਰ ਸੈਂਟ ਬਾਈ ਪੋਸਟ ਔਰ ਬਾਈ ਦਾ ਕੋਰੀਅਰ ਸਰਵਿਸ approved by the high court by fax message or electronic mail any other means। ਕਿੱਥੇ ਭੇਜਾਂਗੇ ਅਸੀਂ? ਇਹ ਤਰੀਕੇ ਦੇ ਰਾਹੀਂ ਭੇਜ ਸਕਦੇ ਹਾਂ, ਪੋਸਟ ਵੀ ਕਰ ਸਕਦੇ ਹਾਂ, ਮਤਲਬ ਕਿ ਕੋਰੀਅਰ ਸਰਵਿਸ ਰਾਹੀਂ ਭੇਜ ਸਕਦੇ ਹਾਂ, ਮੇਲ ਵੀ ਕਰ ਸਕਦੇ ਹਾਂ, ਫੈਕਸ ਮੈਸੇਜ ਵੀ ਕਰ ਸਕਦੇ ਹਾਂ। ਕਿਹਨੂੰ ਕਰਾਂਗੇ? ਆਫੀਸਰ ਇੰਚਾਰਜ ਆਫ ਦਾ ਪ੍ਰਿਜ਼ਨ, ਜਿਹੜਾ ਜੇਲ੍ਹ ਦਾ ਇੰਚਾਰਜ ਹੈਗਾ, ਜੇਲ੍ਹ ਦੇ ਇੰਚਾਰਜ ਨੂੰ ਜਿਹੜੀ ਹੈਗੀ ਹੈ ਮੈਸੇਜ ਭੇਜ ਕੇ ਉਹਦੇ ਰਾਹੀਂ ਜਿਹੜਾ ਕੋਈ ਬੰਦਾ ਜੇਲ੍ਹ ਦੇ ਵਿੱਚ ਬੰਦ ਹੈਗਾ, ਮੇ ਬੀ ਉਹ ਕੈਦੀ ਹੈ, ਹਵਾਲਾਤੀ ਹੈ, ਠੀਕ ਹੈ, ਉਹਨੂੰ ਸਮਨਿੰਗ ਕਰਵਾਈ ਜਾ ਸਕਦੀ ਹੈ। ਰੂਲ 25 'ਚ ਕੀ ਹੈ? ਸਰਵਿਸ ਵੇਅਰ ਡਿਫੈਂਡੈਂਟ ਰੈਜ਼ਾਈਡਸ ਆਊਟ ਆਫ ਇੰਡੀਆ ਐਂਡ ਹੈਜ਼ ਨੋ ਏਜੰਟ। ਇਹ ਸਾਰੇ ਮੀਨਸ ਹੈਗੇ ਨੇ, ਫੈਕਸ ਮੈਸੇਜ ਹੈਗਾ, ਕੋਰੀਅਰ ਸਰਵਿਸ ਹੈਗਾ, ਇਲੈਕਟ੍ਰੋਨਿਕ ਮੇਲ ਹੈਗੀ ਹੈ, ਪੋਸਟਲ ਕਮਿਊਨੀਕੇਸ਼ਨ ਹੈਗੀ ਹੈ, ਠੀਕ ਹੈ, ਇਹਦੇ ਰਾਹੀਂ ਅਸੀਂ ਮੈਸੇਜ ਵੀ ਕਰਵਾ ਸਕਦੇ ਹਾਂ। ਜਾਂ ਫਿਰ ਸੈਂਟਰਲ ਗਵਰਨਮੈਂਟ ਨੇ ਕੋਈ ਅਥੋਰਾਈਜੇਸ਼ਨ ਕੀਤੀ, ਕਿਸੇ ਨੂੰ ਅਥੋਰਾਈਜ਼ ਕੀਤਾ ਹੈ ਕਿਸੇ ਆਫੀਸਰ ਨੂੰ, ਤਾਂ ਉਹਦੇ ਰਾਹੀਂ ਵੀ ਜਿਹੜਾ ਹੈਗਾ ਸਮਨਿੰਗ ਕਰਵਾਇਆ ਜਾ ਸਕਦਾ ਹੈ। ਸਮਨ ਟੂ ਬੀ ਸੈਂਟ
टू द ऑफिसर फॉरेन कंट्रीज, कई कंट्रीज ਦੀ ਆਪਸ ਵਿੱਚ ਟ੍ਰੀਟੀ ਹੋਈ ਹੁੰਦੀ ਹੈ, ਠੀਕ ਹੈ, ਉੱਥੇ ਕੋਰਟਾਂ ਸਟੈਬਲਿਸ਼ ਕੀਤੀਆਂ ਹੋਈਆਂ ਹੁੰਦੀਆਂ ਨੇ ਸਮਨਿੰਗ ਕਰਵਾਉਣ ਦੇ ਲਈ। ਤਾਂ ਉਹ ਵੀ ਜਿਹੜਾ ਪ੍ਰੋਸੈਸ ਹੈਗਾ, ਜਿਹੜਾ ਮਿਨਿਸਟਰੀ ਆਫ ਫੋਰਨ ਅਫੇਅਰਸ ਦੇ ਰਾਹੀਂ ਵੀ ਅਸੀਂ ਜਿਹੜੀ ਹੈਗੀ ਹੈ ਸਮਨਿੰਗ ਕਰਵਾ ਸਕਦੇ ਹਾਂ। ਸਰਵਿਸ ਔਨ ਸਿਵਲ ਪਬਲਿਕ ਆਫਿਸਰਸ ਔਨ ਸਰਵੈਂਟ ਆਫ ਰੇਲਵੇ ਕੰਪਨੀ, ਰੇਲਵੇ ਕੰਪਨੀ 'ਚ ਕੋਈ ਵਿਅਕਤੀ ਕੰਮ ਕਰਦਾ ਹੋਵੇ ਤਾਂ ਰੇਲਵੇ ਅਥਾਰਟੀਜ਼ ਰਾਹੀਂ ਇਹਦੀ ਕੋਈ ਮਿਲਟਰੀ ਆਫਿਸਰ, ਮਿਲਟਰੀ 'ਚ ਕੋਈ ਆਫਿਸਰ, ਕੋਈ ਸੋਲਜਰ ਹੋਵੇ, ਸੇਲਰ ਹੋਵੇ, 에ਅਰਮੈਨ ਹੋਵੇ, ਤਾਂ ਉਹਨਾਂ ਦੇ ਕਮਾਂਡਿੰਗ ਆਫਿਸਰ ਰਾਹੀਂ ਸਰਵਿਸ ਕਰਾਈ ਜਾਂਦੀ ਹੈ। Duty of person to whom summons is delivered or sent for service, written acknowledgement, ਜਿਹੜੇ ਵਿਅਕਤੀ ਨੂੰ ਅਸੀਂ ਸਮਨ ਭੇਜਦੇ ਹਾਂ, ਕੋਰਟ ਭੇਜਦੀ ਹੈ ਸਮਨਿੰਗ ਕਰਾਉਣ ਦੇ ਲਈ, ਠੀਕ ਹੈ, ਉਹਦੀ ਜ਼ਿੰਮੇਵਾਰੀ ਬਣ ਜਾਂਦੀ ਵੀ ਸਮਨ ਕਰਾਉਣ ਤੋਂ ਬਾਅਦ ਫਿਰ ਉਹ ਉਹਦੀ ਇੰਡੋਰਸਮੈਂਟ ਲਗਾ ਕੇ ਕੋਰਟ ਸਬਮਿਟ ਕਰਦਾ ਹੈ। ਸਬਸਟੀਟਿਊਸ਼ਨ ਆਫ ਲੈਟਰ ਫਾਰ ਸਮਨਸ, ਮਤਲਬ ਕੋਈ ਵੀ ਪ੍ਰੋਸੈਸ ਇਕੱਲਾ ਇੱਕ ਨਹੀਂ ਹੈਗਾ ਵੀ ਅਸੀਂ ਇੱਕ ਪ੍ਰੋਸੈਸ ਅਡਾਪਟ ਕਰਨਾ, ਜਿਹੜਾ ਵੀ ਪ੍ਰੋਸੈਸ ਦੇ ਰਾਹੀਂ ਅਸੀਂ ਸਮਨਿੰਗ ਕਰਵਾ ਸਕਦੇ ਹਾਂ, ਠੀਕ ਹੈ, ਉਹ ਵੀ ਤਰੀਕਾ ਯੂਜ਼ ਕੀਤਾ ਜਾ ਸਕਦਾ ਹੈ। ਕੋਈ ਲੈਟਰ ਭੇਜ ਕੇ ਵੀ ਤੁਸੀਂ ਸਮਨਿੰਗ ਕਰਵਾ ਸਕਦੇ ਹੋ। ਨੈਕਸਟ ਹੈਗਾ ਆਰਡਰ ਨੰਬਰ 6, ਪਲੀਡਿੰਗ ਜਨਰਲੀ। ਪਲੀਡਿੰਗਸ ਕੀ ਹੁੰਦੀਆਂ ਨੇ? ਕੋਰਟ ਦੀ ਜਿਹੜੀ ਕਾਰਵਾਈ ਹੁੰਦੀ ਹੈ, ਪਹਿਲਾਂ ਜਦੋਂ ਕੋਈ ਪਲੇਂਟ ਆਪਣਾ ਕੋਈ ਸੂਟ ਫਾਈਲ ਕਰਦਾ ਹੈ, ਉਸ ਨੂੰ ਪਲੇਂਟ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਕੋਰਟ ਦੇ ਵਿੱਚ ਸਬਮਿਟ ਕੀਤਾ ਜਾਂਦਾ ਹੈ। ਪਲੇਂਟ ਹੁੰਦੇ ਆ ਜਿਹੜਾ ਪਲੇਂਟ ਵੱਲੋਂ ਦਾਇਰ ਕੀਤੀ ਜਾਂਦੀ ਹੈ, ਜਿਹੜੀ ਡਿਫੈਂਡੈਂਟ ਵੱਲੋਂ ਦਾਇਰ ਕੀਤੀ ਜਾਂਦੀ ਹੈ, ਫਿਰ ਉਹ ਜਵਾਬ ਦਾ ਜਿਹਨੂੰ ਅਸੀਂ ਕਹਿੰਦੇ ਹਾਂ ਰਿਟਨ ਸਟੇਟਮੈਂਟ ਹੁੰਦੀ ਹੈ, ਠੀਕ ਹੈ। ਇਹ ਪਲੀਡਿੰਗਸ ਹੁੰਦੀਆਂ ਨੇ, ਪਲੇਂਟ ਦੇ ਰਿਟਨ ਸਟੇਟਮੈਂਟ, ਇਹਨਾਂ ਦੋਨਾਂ ਨੂੰ ਅਸੀਂ ਪਲੀਡਿੰਗਸ ਕਹਿ ਦਿੰਦੇ ਹਾਂ। ਪਲੀਡਿੰਗ ਟੂ ਸਟੇਟ ਮਟੀਰੀਅਲ ਫੈਕਟਸ ਐਂਡ ਨਾਟ ਐਵੀਡੈਂਸ। ਜਿਹੜੀ ਪਲੀਡਿੰਗਸ ਹੁੰਦੀ ਹੈ, ਪਲੀਡਿੰਗ ਦੇ ਵਿੱਚ ਕੋਈ ਐਵੀਡੈਂਸ ਨਹੀਂ ਦਿੱਤੀ ਜਾਂਦੀ, ਪਹਿਲੇ ਆਪਦੇ ਮਟੀਰੀਅਲ ਫੈਕਟਸ ਦਿੱਤੇ ਜਾਂਦੇ ਨੇ। ਜਿਹੜੀ ਐਵੀਡੈਂਸ ਦੀ ਕਾਰਵਾਈ ਹੈ ਬਾਅਦ ਵਿੱਚ ਸਟਾਰਟ ਹੁੰਦੀ ਹੈ, ਜਦੋਂ ਡਿਫੈਂਡੈਂਟ ਜਵਾਬ ਦੇ ਦਿੰਦਾ। ਜਵਾਬ ਦੇਣ ਤੋਂ ਬਾਅਦ ਫਿਰ ਵਿਟਨੈਸ ਦਾ ਕੰਮ ਸਟਾਰਟ ਹੁੰਦਾ ਹੈ, ਐਵੀਡੈਂਸਸ ਉਦੋਂ ਲਈਆਂ ਜਾਂਦੀਆਂ ਨੇ। ਪਲੇਂਟ ਜਿਹੜੀ ਹੁੰਦੀ ਹੈ ਇਹ ਪੈਰਾਗ੍ਰਾਫ ਦੇ ਵਿੱਚ ਹੁੰਦੀ ਹੈ, ਇੱਕ ਪੈਰੇ 'ਚ ਇੱਕ ਜਿਹੜਾ ਫੈਕਟ ਹੁੰਦਾ ਲਿਆ ਜਾਂਦਾ ਹੈ। ਡੇਟਸ, ਸਮਸ ਐਂਡ ਨੰਬਰ ਸ਼ੈਲ ਬੀ ਐਕਸਪ੍ਰੈਸਡ ਇਨ ਏ ਪਲੀਡਿੰਗ ਇਨ ਫਿਗਰਸ। ਜਿਹੜਾ ਤਰੀਕਾ ਹੁੰਦੀਆਂ ਨੇ, ਕੋਈ ਅਮਾਊਂਟ ਹੁੰਦੀ ਹੈ, ਕੋਈ ਨੰਬਰ ਹੁੰਦੇ ਨੇ, ਠੀਕ ਹੈ, ਉਹ ਨਿਊਮੈਰੀਕਲ ਦੇ ਵਿੱਚ ਵੀ ਤੇ ਨਾਲ ਫਿਗਰ ਦੇ ਵਿੱਚ ਵੀ ਦਰਜ ਕੀਤੇ ਜਾਂਦੇ ਨੇ, ਵਰਡਸ ਦੇ ਵਿੱਚ ਵੀ ਦਰਜ ਕੀਤੇ ਜਾਂਦੇ ਹੈਗੇ ਆ, ਤਾਂ ਕਿ ਕਿਤੇ ਕੋਈ ਮਿਸਟੇਕ ਨਾ ਹੋਵੇ, ਸਮਝਣ ਦੇ ਵਿੱਚ ਕੋਈ ਮਤਲਬ ਕਿ ਕਿਸੇ ਤਰ੍ਹਾਂ ਦੀ ਕੋਈ ਕਟਿੰਗ ਕਰਕੇ ਕੋਈ ਨੰਬਰ ਚੇਂਜ ਨਾ ਕਰਦਾ ਹੋਵੇ। ਇਸ ਕਰਕੇ ਨਾਲ ਦੀ ਨਾਲ ਇਹ ਜਿਹੜੇ ਵਰਡਸ ਵੀ ਯੂਜ਼ ਕੀਤੇ ਜਾਂਦੇ ਆ, ਡੇਟਸ ਵੀ, ਸਮਸ ਵੀ, ਅਮਾਊਂਟ ਵੀ ਤੇ ਨੰਬਰ ਕਿਤੇ ਲਿਖਿਆ ਹੈਗਾ। ਜਿਹੜਾ ਫਾਰਮ ਹੈ ਪਲੀਡਿੰਗ ਕਿੱਦਾਂ ਦੀ ਹੋਣੀ ਚਾਹੀਦੀ ਹੈ? ਅਪੈਂਡਿਕਸ ਏ ਦੇ ਵਿੱਚ ਪਰਫਾਰਮਾ ਬਣਾ ਕੇ ਦਿਖਾਇਆ ਗਿਆ ਹੈ। ਪਾਰਟਿਕੂਲਰਸ ਟੂ ਬੀ ਗਿਵਨ ਵੇਅਰ ਨੈਸੈਸਰੀ। ਪਲੇਨ ਦੇ ਵਿੱਚ ਕੀ ਹੈ, ਜੋ ਤੁਸੀਂ ਕਲੇਮ ਕਰਨਾ ਚਾਹੁੰਦੇ ਹੋ, ਜੋ ਕੋਈ ਪਾਰਟੀ ਜੋ ਦਾਵਾ ਦਾਇਰ ਕਰਦੀ ਹੈ, ਮਤਲਬ ਕਿ ਪਲੀਡਿੰਗ ਰਾਈਜ਼ ਔਨ ਐਨੀ ਮਿਸ ਰਿਪਰੈਜ਼ੈਂਟੇਸ਼ਨ, ਫਰਾਡ, ਬ੍ਰੀਚ ਆਫ ਟਰਸਟ। ਕਿਸ ਬੇਸ ਤੇ ਤੁਸੀਂ ਤੁਹਾਡੇ ਨਾਲ ਫਰਾਡ ਹੋਇਆ, ਕੀ ਹੋਇਆ, ਕਿਸ ਬੇਸ ਤੇ ਕੀ ਤੁਸੀਂ ਕੁਐਸਚਨ ਕਦੋਂ ਰਾਈਜ਼ ਹੋਇਆ ਹੈਗਾ, ਠੀਕ ਹੈ, ਉਹ ਸਾਰਾ ਕੁਝ ਜਿਹੜਾ ਪਲੇਨ ਦਰਜ ਕੀਤਾ ਜਾਂਦਾ ਹੈ। ਨੈਕਸਟ ਰੂਲ 7 'ਚ ਕੀ ਕਿਹਾ ਗਿਆ? ਨੋ ਪਲੀਡਿੰਗ ਸ਼ੈਲ ਐਕਸੈਪਟ ਬਾਈ ਵੇ ਆਫ ਦਾ ਅਮੈਂਡਮੈਂਟ ਰੇਜ਼ ਐਨੀ ਨਿਊ ਗਰਾਊਂਡਸ। ਜਿਹੜੀਆਂ ਗਰਾਊਂਡਸ ਇੱਕ ਵਾਰੀ ਤੁਸੀਂ ਪਲੀਡਿੰਗ ਦੇ ਵਿੱਚ ਲੈ ਲਈਆਂ, ਠੀਕ ਹੈ, ਉਹ ਗਰਾਊਂਡ ਹੀ ਤੁਹਾਡੀਆਂ ਚੱਲਣਗੀਆਂ। ਪਰ ਜੇਕਰ ਤੁਸੀਂ ਕੋਈ ਨਵੀਂ ਗਰਾਊਂਡ ਕ੍ਰੀਏਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਫਿਰ ਜਿਹੜੀ ਅਮੈਂਡਡ ਪਲੇਂਟ ਤੁਹਾਨੂੰ ਦਾਇਰ ਕਰਨੀ ਪੈਂਦੀ ਹੈ ਵਿਦ ਦਾ ਲੀਵ ਆਫ ਦਾ ਕੋਰਟ। amended plaint raise any new ground of the claim or contain any allegations of the fact inconsistent with the previous pleadings। ਜਿਹੜੀ ਪਹਿਲਾਂ ਤੁਹਾਡੀ ਪਲੀਡਿੰਗ ਹੈਗੀ ਹੈ ਉਹਦੇ ਨਾਲ ਮੇਲ ਖਾਂਦੀ ਹੀ ਤੁਸੀਂ ਉਹਨੂੰ ਕੰਟਰਾਡਿਕਟਰੀ ਜਿਹੜੀ ਗਰਾਊਂਡਸ ਵਗੈਰਾ ਦੁਬਾਰਾ ਨਹੀਂ ਲੈ ਸਕਦੇ, ਤੇ ਕੋਰਟ ਦੀ ਪਰਮਿਸ਼ਨ ਲੈ ਕੇ ਤੁਸੀਂ ਅਮੈਂਡਡ ਪਲੇਂਟ ਫਾਈਲ ਕਰ ਸਕਦੇ ਹੋ ਜੇ ਤੁਹਾਡੇ ਤੋਂ ਕੁਝ ਰਹਿ ਗਿਆ ਹੋਵੇ ਪਹਿਲਾਂ। ਪਲੀਡਿੰਗ ਸਾਈਨ ਕੀਤੀ ਜਾਂਦੀ ਹੈ, ਸਾਈਨ ਦੇ ਨਾਲ ਹੀ ਨਾਲ ਪਲੀਡਿੰਗ ਜਿਹੜੀ ਹੁੰਦੀ ਹੈ ਇਹਦੇ ਥੱਲੇ ਵੈਰੀਫਿਕੇਸ਼ਨ ਲੱਗ ਜਾਂਦੀ ਹੈ। ਰੂਲ ਨੰਬਰ 14 A ਅਡਰੈਸ ਫਾਰ ਸਰਵਿਸ ਆਫ ਨੋਟਿਸ। ਜਿਹੜੀਆਂ ਪਾਰਟੀਆਂ ਨੂੰ ਤੁਸੀਂ ਅੱਗੇ ਡਿਫੈਂਡੈਂਟ ਬਣਾਇਆ ਗਿਆ, ਉਹਨਾਂ ਸਾਰੀਆਂ ਪਾਰਟੀਆਂ ਨੂੰ ਤੁਸੀਂ ਐਡਰੈਸ ਦੇਣੇ ਹੁੰਦੇ ਨੇ ਤਾਂ ਕਿ ਜਿਹੜੀ ਕੋਰਟ ਹੈਗੀ ਹੈ ਉਸ ਐਡਰੈਸ ਤੇ ਸਮਨ ਭੇਜ ਸਕੇ, ਠੀਕ ਹੈ। ਸੱਚ ਐਡਰੈਸ ਮੇ ਫਰੋਮ ਟਾਈਮ ਟੂ ਟਾਈਮ ਚੇਂਜ। ਕਈ ਵਾਰੀ ਕੇਸ ਚੱਲਦੇ ਦੌਰਾਨ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਆਪਣਾ ਐਡਰੈਸ ਚੇਂਜ ਕਰ ਲੈਂਦੀਆਂ ਨੇ, ਕਿਤੇ ਨਾ ਕਿਤੇ ਟ੍ਰਾਂਸਫਰ ਹੋ ਜਾਂਦੀਆਂ, ਸ਼ਿਫਟ ਹੋ ਜਾਂਦੀਆਂ ਨੇ, ਤਾਂ ਇਨ ਬਿਟਵੀਨ ਤੁਸੀਂ ਜਿਹੜਾ ਹੈਗਾ ਰਜਿਸਟਰਡ ਐਡਰੈਸ ਦੇਣਾ ਹੁੰਦਾ ਹੈ। ਇਹ ਪਲੇਂਟਿਫ ਦੀ ਜ਼ਿੰਮੇਵਾਰੀ ਬਣਦੀ ਹੈ। ਜੇ ਕੋਈ ਡਿਫੈਂਡੈਂਟ ਆਪਦਾ ਐਡਰੈਸ ਚੇਂਜ ਕਰ ਲੈਂਦਾ ਤਾਂ ਪਲੇਂਟਿਫ ਦਾ ਜਿਹੜਾ ਐਡਰੈਸ ਹੈਗਾ ਉਹ ਫਿਰ ਅਮੈਂਡਡ ਟਾਈਟਲ ਪੇਸ਼ ਕਰਨਾ ਹੁੰਦਾ ਹੈ ਪਲੇਂਟਿਫ ਨੇ ਕੋਰਟ ਦੇ ਵਿੱਚ। ਸਰਵਿਸ ਆਫ ਐਨੀ ਪ੍ਰੋਸੈਸ ਮੇ ਬੀ ਅਫੈਕਟਡ ਅਪਨ ਏ ਪਾਰਟੀ ਐਟ ਹਿਜ਼ ਰਜਿਸਟਰਡ ਐਡਰੈਸ। ਜਿਹੜਾ ਵੀ ਕੋਈ ਪ੍ਰੋਸੈਸ ਅਡਾਪਟ ਕਰਨਾ ਹੈ, ਜਿੱਥੇ ਰਜਿਸਟਰਡ ਐਡਰੈਸ ਦਿੱਤਾ ਗਿਆ ਉੱਥੇ ਹੀ ਨੋਟਿਸ ਭੇਜਿਆ ਜਾਂਦਾ ਹੈ।
ਜਿੱਥੇ ਕਿਤੇ ਜਿਹੜਾ ਰਜਿਸਟਰਡ ਐਡਰੈਸ ਹੈ ਕਿਤੇ ਕੋਰਟ ਵੱਲੋਂ ਕਿਸੇ ਪੋਸਟ ਆਫਿਸ ਡਿਪਾਰਟਮੈਂਟ ਨੂੰ ਵਾਪਸ ਕੇਸ ਆ ਜਾਂਦਾ ਹੈਗਾ ਵੀ ਨਹੀਂ ਇਸ ਐਡਰੈਸ ਤੇ ਇਹ ਐਡਰੈਸ ਪ੍ਰੋਪਰ ਨਹੀਂ ਹੈਗਾ, ਪੂਰਾ ਨਹੀਂ ਹੈਗਾ, ਪਾਰਟੀ ਜਿਹੜੀ ਡਿਫੈਂਡੈਂਟ ਪਾਰਟੀ ਉਹ ਨਹੀਂ ਮਿਲਦੀ ਹੈਗੀ, ਤਾਂ ਕੋਰਟ ਜਿਹੜੀ ਹੈਗੀ ਹੈ ਪਲੈਂਟਿਵ ਪਾਰਟੀ ਨੂੰ ਦੁਬਾਰਾ ਕਹਿ ਸਕਦੀ ਹੈ ਵੀ ਤੁਸੀਂ ਜਿਹੜਾ ਪ੍ਰੋਪਰ ਐਡਰੈਸ ਦਿਓ। ਨੈਕਸਟ ਰੂਲ 15 ਦੇ ਵਿੱਚ ਕੀ ਹੈਗਾ, ਜੇ ਕੋਈ ਵੈਰੀਫਿਕੇਸ਼ਨ ਆਫ ਦਾ ਪਲੀਡਿੰਗਸ ਐਟ ਦਾ ਫੁੱਟ ਆਫ ਦਾ ਪਲੇਂਟ ਐਂਡ ਦੇ ਵਿੱਚ ਜਿਹੜੀ ਹੈਗੀ ਹੈ ਵੈਰੀਫਿਕੇਸ਼ਨ ਦਿੱਤੀ ਜਾਂਦੀ ਹੈ। ਵੈਰੀਫਿਕੇਸ਼ਨ 'ਚ ਕੀ ਕਿਹਾ ਜਾਂਦਾ ਪਲੈਂਟਿਫ ਵੱਲੋਂ, ਐਵਰੀ ਪਲੀਡਿੰਗ ਸ਼ੈਲ ਬੀ ਵੈਰੀਫਾਈਡ ਐਟ ਦਾ ਫੁੱਟ ਬਾय ਦਾ ਪਾਰਟੀ ਔਰ ਬਾय ਵਨ ਆਫ ਦਾ ਪਾਰਟੀਜ਼। ਵੀ ਕਿੰਨੇ ਪੈਰਾਗ੍ਰਾਫ ਨੇ ਇਸ ਪਲੇਂਟ ਦੇ 1 ਤੋਂ ਲੈ ਕੇ 20 ਤੱਕ ਜਾਂ 21 ਤੱਕ ਪੈਰਾਗ੍ਰਾਫ ਹੈਗੇ ਆ, ਸ਼ੈਲ ਬੀ ਸਾਈਨਡ ਬਾय ਦਾ ਪਰਸਨ ਮੇਕਿੰਗ, ਉਹ ਲਿਖੇਗਾ ਵੀ ਆਲ ਦਾ ਮਤਲਬ ਕਿ ਜਿਹੜੇ ਪੈਰਾਗ੍ਰਾਫ ਨੇ ਨੰਬਰ ਐਨ ਆਰ ਕਰੈਕਟ ਟੂ ਦਾ ਬੈਸਟ ਆਫ ਮਾਈ ਨੌਲੇਜ ਐਂਡ ਨਥਿੰਗ ਹੈਜ਼ ਬੀਨ ਕੰਸੀਲਡ ਦੇਅਰ ਇਨ। ਤੇ ਇਹ ਸਾਰੇ ਮਤਲਬ ਕਿ ਮੈਨੂੰ ਸਾਰਿਆਂ ਬਾਰੇ ਪਤਾ ਹੈਗਾ, ਜਾਣਕਾਰੀ ਹੈਗੀ ਹੈ, ਕੁਝ ਰਿਕਾਰਡ ਦੇ ਸੰਬੰਧ ਵਿੱਚ ਨੇ, ਕੁਝ ਮੇਰੀ ਨੌਲੇਜ ਦੇ ਸੰਬੰਧ ਵਿੱਚ ਨੇ। ਠੀਕ ਹੈ, ਸ਼ੈਲ ਬੀ ਸਾਈਨਡ ਬਾय ਦਾ ਪਰਸਨ ਮੇਕਿੰਗ, ਜੋ ਵੀ ਵੈਰੀਫਿਕੇਸ਼ਨ ਦਿੰਦਾ ਉਹ ਫਿਰ ਸਾਈਨ ਕਰਦਾ ਥੱਲੇ। ਪਲੀਡਿੰਗ ਸ਼ੈਲ ਆਲਸੋ ਫਰਨਿਸ਼ ਐਨ ਐਫੀਡੇਵਿਟ, ਜਿਹੜੀ ਪਲੀਡਿੰਗ ਫਾਈਲ ਕੀਤੀ ਜਾਂਦੀ ਹੈ ਕਿਸੇ ਵਿਅਕਤੀ ਵੱਲੋਂ, ਜਦੋਂ ਪਲੇਂਟ ਫਾਈਲ ਕੀਤੀ ਜਾਂਦੀ ਜਿਹਨੂੰ, ਤਾਂ ਉਹ ਜਿਹੜੀ ਹੈਗੀ ਉਹਦੇ ਨਾਲ ਕੀ ਹੈਗਾ, ਪਲੇਂਟ ਦੇ ਨਾਲ ਇੱਕ ਹਲਫੇ ਬਿਆਨ ਦਿੱਤਾ ਜਾਂਦਾ ਹੈ। ਹਲਫੇ ਬਿਆਨ 'ਚ ਵੀ ਲਿਖਿਆ ਜਾਂਦਾ ਹੈ ਆਲਮੋਸਟ ਸਾਰਾ ਕੁਝ ਵੀ ਜੋ ਪਲੇਂਟ ਦੇ ਵਿੱਚ ਮੈਂ ਲਿਖਿਆ ਹੈ ਉਹ ਸਾਰਾ ਕਰੈਕਟ ਹੈਗਾ, ਮੇਰੀ ਨੌਲੇਜ 'ਚ ਹੈ, ਮੈਨੂੰ ਪਤਾ ਹੈਗਾ, ਤੇ ਮੈਂ ਕੋਈ ਵੀ ਗੱਲ ਛੁਪਾ ਕੇ ਨਹੀਂ ਰੱਖੀ ਹੈਗੀ। ਫਿਰ ਹੈਗਾ ਰੂਲ ਨੰਬਰ 16 ਸਟ੍ਰਾਈਕਿੰਗ ਆਊਟ ਪਲੀਡਿੰਗਸ। ਜਦੋਂ ਕਿਤੇ ਕੋਰਟ ਦੇ ਵਿੱਚ ਕੋਰਟ ਮੇ ਐਟ ਐਨੀ ਸਟੇਜ ਆਫ ਦਾ ਪ੍ਰੋਸੀਡਿੰਗ ਦੇ ਦੌਰਾਨ ਕੋਰਟ ਨੂੰ ਲੱਗੇ ਵੀ ਪਲੀਡਿੰਗ ਦੇ ਵਿੱਚ ਇਹ ਜਿਹੜੀ ਹੈਗਾ ਪੈਰਾ ਗਲਤ ਲਿਖਿਆ ਹੋਇਆ ਹੈਗਾ, ਠੀਕ ਹੈ, ਤਾਂ ਕੋਰਟ ਕਿਸੇ ਵੀ ਸਟੇਜ ਦੇ ਉੱਪਰ ਉਸ ਨੂੰ ਜਿਹੜੀ ਹੈਗੀ ਹੈ ਸਟਕ ਆਫ ਕਰ ਸਕਦੀ ਹੈ, ਕਰਵਾ ਸਕਦੀ ਹੈ। ਤੇ ਅਮੈਂਡਡ ਐਨੀ ਮੈਟਰ ਇਨ ਐਨੀ ਪਲੀਡਿੰਗ, ਤੇ ਪਲੀਡਿੰਗ ਨੂੰ ਜਿਹੜੀ ਹੈਗੀ ਹੈ ਅਮੈਂਡਡ ਦੇ ਕਹਿ ਕੇ ਅਮੈਂਡਡ ਦੇ ਵਿੱਚ ਅਮੈਂਡਡ ਪਲੀਡਿੰਗ ਲੈ ਸਕਦੀ ਹੈ ਪਲੈਂਟਿਫ ਨੂੰ ਕਹਿ ਕੇ। ਕਿਉਂ, ਜਿੱਥੇ ਕਿਤੇ ਕੋਰਟ ਨੂੰ ਲੱਗਦਾ ਵੀ ਇਹ ਅਨਨੈਸੈਸਰੀ ਹੈਗਾ, ਇਹ ਜਿਹੜਾ ਪੈਰਾ ਅਨਨੈਸੈਸਰੀ ਹੈ, ਪੈਰਾ 1 ਜਾਂ 2 ਕੋਈ ਵੀ ਹੋ ਸਕਦਾ ਹੈ, ਅਨਨੈਸੈਸਰੀ ਹੈ, ਸਕੈਂਡਲਸ ਹੈ, ਫ੍ਰਿਵਲਸ ਹੈ ਔਰ ਵੈਕਸੀਸ਼ੀਅਸ ਹੈ, ਕੋਰਟ ਦਾ ਸਮਾਂ ਬਰਬਾਦ ਕਰਤਾ ਹੋਏਗਾ ਇਹਦੇ ਨਾਲ। ਠੀਕ ਹੈ, prejudice impasse और delay for the fair trial proper नहीं हो पाएगा, ਜਿਹੜਾ ਹੈਗਾ which is otherwise an abuse of the process of the court, ਵੀ ਕੋਰਟ ਦੇ ਜਿਹੜਾ ਸਮਾਂ ਨੂੰ ਬਰਬਾਦ ਕਰੇਗਾ। ਤਾਂ ਕੋਰਟ ਕਿਸੇ ਵੀ ਸਟੇਜ ਤੇ ਜਿਹੜੀ ਹੈਗੀ ਹੈ ਰੀਡਿੰਗ ਦਾ ਕੋਈ ਵੀ ਜਿਹੜੀ ਪੈਰਾ ਹੈਗਾ ਉਸ ਨੂੰ ਸਟਕ ਆਫ ਕਰ ਸਕਦੀ ਹੈ ਜਾਂ ਅਮੈਂਡਡ ਕਰਵਾ ਸਕਦੀ ਹੈ। ਰੂਲ ਨੰਬਰ 7 ਚ ਅਮੈਂਡ ਬਾਰੇ ਲਿਖਿਆ ਹੈ, ਕੋਰਟ ਮੇ ਐਟ ਐਨੀ ਸਟੇਜ ਪ੍ਰੋਸੀਡਿੰਗਸ allow either party to alter or amend। ਜੇ ਕੋਈ ਪਾਰਟੀ ਆਪਦੇ ਪੱਧਰ ਤੇ ਵੀ ਕੋਈ ਜਿਹੜੀ ਪਾਰਟੀ ਕੋਈ ਆਪਦੀ ਜਿਹੜੀ ਪਲੇਂਟ ਦੇ ਵਿੱਚ ਕੋਈ ਆਲਟਰੇਸ਼ਨ ਕਰਨਾ ਚਾਹੁੰਦੀ ਹੈ, ਅਮੈਂਡ ਕਰਨਾ ਚਾਹੁੰਦੀ ਹੈ, ਤਾਂ ਕੋਰਟ ਉਸ ਨੂੰ ਅਲਾਉ ਕਰ ਸਕਦੀ ਹੈ। Such amendment shall be made as may be necessary for the purpose of determining the real question in controversy between the parties। तो कोर्ट ਨੂੰ ਲੱਗਦਾ ਹੋਵੇ ਵੀ ਹਾਂ ਇਹ ਜਿਹੜੀ amendment ਪਾਰਟੀ ਵੱਲੋਂ ਕੀਤੀ ਜਾ ਰਹੀ ਹੈ, ਇਹ ਜਿਹੜਾ ਕੁਐਸਚਨ ਹੈ ਆਫ ਟਾਈਟਲ, ਜਿਹੜਾ ਕੁਐਸਚਨ ਹੈਗਾ ਡਿਸਪਿਊਟ ਪਾਰਟੀਆਂ ਦੇ ਵਿਚਕਾਰ ਹੈਗਾ, ਉਸ ਨੂੰ ਮਤਲਬ ਕਿ ਸੈਟਲ ਕਰਨ ਦੇ ਵਿੱਚ ਹੈਲਪ ਹੋਏਗੀ। No application for the amendment shall be allowed after the trial has commenced। ਜਦੋਂ ਟ੍ਰਾਇਲ ਕਮੈਂਸ ਹੋ ਚੁੱਕਾ, ਐਵੀਡੈਂਸਿਸ ਹੋ ਚੁੱਕੀਆਂ, ਜਿਹੜਾ ਕੇਸ ਹੈਗਾ ਕਨਕਲੂਜਨ ਤੇ ਪਹੁੰਚ ਚੁੱਕਿਆ ਹੈਗਾ, ਤੇ ਫਿਰ ਉਸ ਸਟੇਜ ਤੇ ਜਾ ਕੇ ਜੇ ਕੋਈ ਪਾਰਟੀ ਕਹਿੰਦੀ ਹੈ ਮੈਂ ਪਲੇਂਟ ਅਮੈਂਡ ਕਰਨੀ ਹੈ, ਤਾਂ ਉੱਥੇ ਕੋਰਟ ਜਿਹੜੀ ਹੈਗੀ ਹੈ ਪਲੇਂਟ ਨੂੰ ਅਮੈਂਡ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਫੇਲਰ ਟੂ ਅਮੈਂਡ ਆਫਟਰ ਆਰਡਰ, ਜੇਕਰ ਕੋਰਟ ਨੇ ਆਰਡਰ ਵੀ ਕਰ ਦਿੱਤਾ ਫਿਰ ਵੀ ਪਾਰਟੀ ਨੇ ਕਿਸੇ ਨੇ ਜਿਹੜਾ ਹੈਗਾ ਅਮੈਂਡ ਨਹੀਂ ਕੀਤਾ ਵਿਦਿਨ ਟਾਈਮ ਲਿਮਿਟਡ ਵਿਦਿਨ 14 ਡੇਜ਼, ਜਿਹੜੀ ਅਮੈਂਡਮੈਂਟ ਫਾਈਲ ਕਰਨੀ ਸੀ ਨਹੀਂ ਕੀਤੀ ਫਰੋਮ ਦਾ ਡੇਟ ਆਫ ਦਾ ਆਰਡਰ, ਹੀ ਸ਼ੈਲ ਨਾਟ ਬੀ ਪਰਮਿਟਡ ਟੂ ਅਮੈਂਡ ਆਫਟਰ ਦਾ ਐਕਸਪਾਇਰੇਸ਼ਨ ਆਫ ਲਿਮਿਟਡ। ਇਹ ਜਿਹੜੇ 14 ਦਿਨ ਦਾ ਸਮਾਂ ਦਿੱਤਾ ਸੀ ਕੋਰਟ ਨੇ ਵੀ ਤੁਸੀਂ ਅਮੈਂਡਮੈਂਟ ਕਰ ਸਕਦੇ ਹੋ, ਠੀਕ ਹੈ, ਨਹੀਂ ਕੀਤਾ ਪਾਰਟੀ ਨੇ, ਫਿਰ ਉਸ ਤੋਂ ਬਾਅਦ ਜਿਹੜੀ ਸਮਾਂ ਨਿਕਲਣ ਤੋਂ ਬਾਅਦ ਜਿਹੜੀ ਹੈਗੀ ਹੈ ਅਮੈਂਡਮੈਂਟ ਨਹੀਂ ਕੀਤੀ ਜਾ ਸਕਦੀ। ਨੈਕਸਟ ਹੈਗਾ ਆਰਡਰ ਨੰਬਰ 7 ਪਲੇਂਟ। ਆਪਾਂ ਪਹਿਲਾਂ ਹੀ ਇਹ ਆਰਡਰ ਨੰਬਰ 6 ਪੜ੍ਹ ਚੁੱਕੇ ਹਾਂ ਵੀ ਪਲੇਂਟ ਕੀ ਹੁੰਦੀ ਹੈ, ਆਲਮੋਸਟ ਇਹਦੇ ਵਿੱਚ ਪਹਿਲਾਂ ਆ ਚੁੱਕਿਆ ਹੈਗਾ। ਪਲੇਂਟਿਫ ਵੱਲੋਂ ਫਾਈਲ ਕੀਤੀ ਜਾਂਦੀ ਹੈ, ਠੀਕ ਹੈ। ਇੱਥੇ ਪਲੇਂਟ ਦੇ ਵਿੱਚ ਕਿਹੜੇ ਕਿਹੜੇ ਪੁਆਇੰਟਸ ਹੁੰਦੇ ਆ ਉਹ ਦਿਖਾਏ ਗਏ ਹੈਗੇ ਆ। ਰੂਲ ਨੰਬਰ 1 ਦੇ ਵਿੱਚ ਕੀ ਹੈ, ਪਾਰਟੀਕੂਲਰਸ ਟੂ ਬੀ ਕੰਟੇਨ ਇਨ ਦਾ ਪਲੇਂਟ ਦੇ ਵਿੱਚ ਕਿਹੜੇ ਕਿਹੜੇ ਪਾਰਟੀਕੂਲਰਸ ਹੁੰਦੇ ਆ। ਦਾ ਪਲੇਂਟ ਸ਼ੈਲ ਕੰਟੇਨ ਦਾ ਫੋਲੋਇੰਗ ਪਾਰਟੀਕੂਲਰਸ, ਕਿਹੜੇ ਕਿਹੜੇ ਨੇਮ ਆਫ ਦਾ ਕੋਰਟ, ਕਿਹੜੀ ਕੋਰਟ ਦੇ ਵਿੱਚ ਪਲੇਂਟ ਫਾਈਲ ਕੀਤੀ ਜਾ ਰਹੀ ਹੈ। ਨੇਮ, ਡਿਸਕ੍ਰਿਪਸ਼ਨ ਐਂਡ ਪਲੇਸ ਆਫ ਰੈਜ਼ੀਡੈਂਸ ਆਫ ਦਾ ਪਲੇਂਟਿਵ, ਪਲੇਂਟਿਵ ਕੌਣ ਹੈਗਾ, ਠੀਕ ਹੈ, ਉਹਦਾ ਕੀ ਨਾਮ ਹੈ,
ਉਹਦਾ ਡਿਸਕ੍ਰਿਪਸ਼ਨ ਪੂਰੀ, ਉਹਦੀ ਪਲੇਸ ਆਫ ਰੈਜ਼ੀਡੈਂਸ। ਇਸੇ ਤਰੀਕੇ ਡਿਫੈਂਡੈਂਟ ਦੇ ਨਾਮ ਸਾਰਿਆਂ ਦੇ, 1 ਹੈ 2 ਹੈ 4 ਹੈ ਜਿੰਨੇ ਵੀ ਹੈਗੇ ਨੇ, ਠੀਕ ਹੈ, ਉਹਨਾਂ ਦਾ ਨਾਮ, ਉਹਨਾਂ ਦਾ ਡਿਸਕ੍ਰਿਪਸ਼ਨ, ਪਲੇਸ ਆਫ ਰੈਜ਼ੀਡੈਂਸ ਵਗੈਰਾ, ਇਹ ਸਾਰਾ ਪਲੇਨ 'ਚ ਦਿੱਤਾ ਜਾਏਗਾ। ਵੇਅਰ ਦਾ ਪਲੈਂਟਿਫ ਔਰ ਦਾ ਡਿਫੈਂਡੈਂਟ ਇਜ਼ ਏ ਮਾਈਨਰ, ਜੇ ਕੋਈ ਪਲੈਂਟਿਫ ਵਿੱਚੋਂ ਮਾਈਨਰ ਹੋਵੇ ਜਾਂ ਕੋਈ ਜਾਂ ਸਾਰੇ ਮਾਈਨਰ ਹੋਣ ਤਾਂ ਜਿਹੜਾ ਉਹ ਜਾਂ ਅਨਸਾਊਂਡ ਮਾਈਂਡ ਹੋਵੇ ਤਾਂ ਸਟੇਟਮੈਂਟ ਦਾ ਇਫੈਕਟ ਦਾ ਫਿਰ ਉਹਦੀ ਥਾਂ ਤੇ ਕੌਣ, ਕਿਸ ਵਿਅਕਤੀ, ਕੌਣ ਜਿਹੜਾ ਸੂਟ ਹੈ ਫਾਈਲ ਕਰ ਰਿਹਾ ਜਾਂ ਕਿਸ ਨੂੰ ਪਾਰਟੀ ਬਣਾਇਆ ਗਿਆ। E ਦੇ ਵਿੱਚ ਕੀ ਹੈ, the facts constituting the cause of action and when it arose। cause of action ਕਦੋਂ ਅਰਾਈਜ਼ ਹੋਇਆ, ਸੂਟ ਫਾਈਲ ਤੁਸੀਂ ਕਿਉਂ ਕਰ ਰਹੇ ਹੋ, cause of action ਕਦੋਂ ਅਰਾਈਜ਼ ਹੋਇਆ। ਮੰਨ ਲਓ ਕੋਈ ਐਗਰੀਮੈਂਟ ਕੀਤਾ ਸੀਗਾ, ਬਿਆਨਾ ਕੀਤਾ ਸੀ ਰਿਸ਼ਤੀ ਕਰਵਾਉਣ ਦੇ ਲਈ ਜ਼ਮੀਨ ਦੀ, 15 ਮਈ ਨੂੰ ਰਿਸ਼ਤੀ ਹੋਣੀ ਸੀਗੀ, ਠੀਕ ਹੈ, ਪਾਰਟੀ 15 ਮਈ ਨੂੰ ਰਿਸ਼ਤੀ ਕਰਾਉਣ ਦੇ ਲਈ ਨਹੀਂ ਆਈ, ਦੈਨ ਕਾਜ਼ ਆਫ ਐਕਸ਼ਨ ਰਾਈਜ਼ ਹੋ ਗਿਆ ਉਸ ਡੇਟ ਤੋਂ। ਪਾਰਟੀ ਨੇ 15 ਮਈ ਨੂੰ ਆਉਣਾ ਸੀ ਜਾਂ ਉਸ ਤੋਂ ਪਹਿਲਾਂ ਆਉਣਾ ਸੀਗਾ, ਜਦੋਂ 15 ਮਈ ਨਿਕਲ ਗਈ ਤਾਂ ਕਾਜ਼ ਆਫ ਐਕਸ਼ਨ ਅਰਾਈਜ਼ ਹੋ ਗਿਆ। ਕੋਰਟ ਇਹ ਦੱਸੇਗੀ, ਸਾਬਤ ਕਰੇਗੀ ਪਾਰਟੀ, ਸੌਰੀ ਜਿਹਨੇ ਸੂਟ ਫਾਈਲ ਕਰਨਾ ਹੈ, ਕਾਜ਼ ਆਫ ਐਕਸ਼ਨ ਕਦੋਂ ਅਰਾਈਜ਼ ਹੋਏਗਾ, ਮੈਂ ਸੂਟ ਫਾਈਲ ਕਿਉਂ ਕਰ ਰਿਹਾ। ਜੇਕਰ 15 ਮਈ ਦੀ ਡੇਟ ਜੇ ਪਈ ਹੈ ਤਾਂ ਜਿਹੜੀ 10 ਮਈ ਨੂੰ, 1 ਮਈ ਨੂੰ, 4 ਮਈ ਨੂੰ, 5 ਮਈ ਨੂੰ ਜਿਹੜੀ ਪਾਰਟੀ ਹੈਗੀ ਹੈ, ਪਲੈਂਟ ਹੈਗਾ, ਉਹ ਸੂਟ ਫਾਈਲ ਨਹੀਂ ਕਰ ਸਕਦੀ, ਕਿਉਂਕਿ ਕਾਜ਼ ਆਫ ਐਕਸ਼ਨ ਅਰਾਈਜ਼ ਨਹੀਂ ਹੋਇਆ। ਲਾਸਟ ਡੇਟ ਖਤਮ ਹੋਏਗੀ ਤਾਂ ਕਾਜ਼ ਆਫ ਐਕਸ਼ਨ ਜਿਹੜਾ ਹੈਗਾ ਉਹ ਰਾਈਜ਼ ਹੋ ਜਾਂਦਾ ਹੈ। ਫਿਰ ਹੀ ਕੋਈ ਆਪਾਂ ਕਹਿ ਸਕਦਾ ਮੈਂ ਉਹ ਤੋਂ ਪੈਸੇ ਮੰਗੇ ਸੀ, ਉਹਨੇ ਮੈਨੂੰ ਪੈਸੇ ਦੇਣ ਤੋਂ ਜਵਾਬ ਦਿੱਤਾ, ਕਾਜ਼ ਆਫ ਐਕਸ਼ਨ ਰਾਈਜ਼ ਹੋ ਗਿਆ, ਠੀਕ ਹੈ। ਡੇਟ ਫਿਕਸ ਕੀਤੀ ਸੀਗੀ, ਉਸ ਫਿਕਸ ਦੀ ਡੇਟ ਦੇ ਉੱਪਰ ਜਿਹੜਾ ਐਗਰੀਮੈਂਟ ਸੀ ਕਿਸੇ ਨੇ ਫੋਲੋ ਨਹੀਂ ਕੀਤਾ ਹੈਗਾ, ਕਾਜ਼ ਆਫ ਐਕਸ਼ਨ ਉਸ ਡੇਟ ਨੂੰ ਰਾਈਜ਼ ਹੋ ਜਾਂਦਾ ਹੈ। ਫਿਰ ਐਫ ਹੈਗਾ ਰੂਲ 1 ਦਾ, ਐਫ ਕਲੌਜ਼ ਕੀ ਹੈ, ਦਾ ਫੈਕਟਸ ਸ਼ੋਇੰਗ ਦੈਟ ਦਾ ਕੋਰਟ ਹੈਜ਼ ਜੁਰਿਸਡਿਕਸ਼ਨ, ਇਹ ਵੀ ਦਿਖਾਣਾ ਪਏਗਾ। ਜਿਵੇਂ ਕੋਰਟ ਦੀ ਜੋ ਅਧਿਕਾਰ ਖੇਤਰ ਹੈਗਾ ਜਾਂ ਨਹੀਂ ਹੈਗਾ। ਜੇਕਰ ਕੋਰਟ ਦਾ, ਜਿਹੜੀ ਕੋਰਟ ਦਾ ਅਧਿਕਾਰ ਖੇਤਰ ਹੈ, ਉਸੇ ਕੋਰਟ ਦੇ ਵਿੱਚ ਹੀ ਪਲੇਨ ਫਾਈਲ ਕੀਤੀ ਜਾ ਸਕਦੀ ਹੈ, ਤੇ ਪ੍ਰੈਕਟੀਕਲੀ ਲਿਖਣਾ ਪਏਗਾ ਇਹ ਪਲੈਂਟਿਫ ਨੂੰ ਵੀ ਹਾਂ ਇਸ ਕੋਰਟ ਦੇ ਵਿੱਚ ਮੈਂ ਸੂਟ ਫਾਈਲ ਕਰ ਲਿਆ, ਇਹਦਾ ਅਧਿਕਾਰ ਖੇਤਰ ਇਹ ਬਣਦਾ ਹੈ। ਗੁੰਦਰੀ ਬਣਦਾ ਹੈ ਜਾਂ ਫਿਰ ਟੈਰੀਟੋਰੀਅਲ, ਦੋ ਤਰ੍ਹਾਂ ਦੇ ਅਧਿਕਾਰ ਖੇਤਰ ਹੁੰਦੇ ਨੇ, ਆਪਾਂ ਪਹਿਲਾਂ ਵੀ ਬਹੁਤ ਵਾਰੀ ਡਿਸਕਸ ਕਰ ਚੁੱਕੇ ਹਾਂ, ਠੀਕ ਹੈ। ਅਮਾਊਂਟ ਦੇ ਨਾਲ ਰਿਲੇਟਡ ਹੁੰਦਾ ਹੈ, ਇੱਕ ਲੈਂਡ ਦੇ ਨਾਲ ਰਿਲੇਟਡ ਹੈ ਵੀ ਕਿਹੜੇ ਏਰੀਆ ਕਿਹੜੀ ਕੋਰਟ ਦੇ ਵਿੱਚ ਪੈਂਦਾ ਹੈ। ਰਿਲੀਫ ਆਫ ਦਾ ਪਲੈਂਟਿਵ ਕਲੇਮਸ, ਕਿਹੜੀ ਰਿਲੀਫ ਜਿਹੜਾ ਪਲੈਂਟਿਵ ਹੈਗਾ ਕਲੇਮ ਕਰ ਰਿਹਾ ਹੈ। ਲੱਖ ਰੁਪਏ ਲੈਣਾ, ਉਹਨੇ 2 ਲੱਖ ਰੁਪਏ ਲੈਣਾ, ਕੀ ਲੈਂਦਾ ਹੈਗਾ, ਕੀ ਮੰਗਦਾ ਹੈ, ਕਿਉਂ, ਠੀਕ ਹੈ, ਉਹ ਰਿਲੀਫ ਹੈਗੀ ਹੈ। ਤੇ ਫਿਰ ਵੇਅਰ ਦਾ ਪਲੈਂਟਿਵ ਹੈਜ਼ ਅਲਾਉਡ a set of or relinquish a portion of his claim, the amount so allowed or relinquish। ਜਾਂ ਫਿਰ ਪਲੈਂਟਿਵ ਕਈ ਵਾਰੀ ਕਹਿੰਦਾ ਵੀ ਮੈਂ ਲੈਣੇ ਤਾਂ ਇੰਨੇ ਪੈਸੇ ਨੇ ਮੇਰੇ ਕੋਲੇ ਆ ਚੁੱਕੇ ਆ, ਉਹਨੂੰ ਸੀ ਕਹਿੰਦਾ ਸੈਟ ਆਫ ਹੋ ਗਈ ਨਹੀਂ ਅਮਾਊਂਟ, ਮਤਲਬ 5 ਲੱਖ ਰੁਪਏ ਲੈਣਾ ਸੀ ਉਸਨੇ ਤੇ 1 ਲੱਖ ਰੁਪਇਆ ਉਹਦੇ ਕੋਲੇ ਆ ਚੁੱਕਿਆ ਹੈਗਾ, ਉਹ ਵਿੱਚ ਇੰਨੀ ਜਿਹੜੀ ਅਮਾਊਂਟ ਹੈਗੀ ਆ ਉਹ ਸੈਟ ਆਫ ਹੋ ਜਾਂਦੀ ਹੈ, ਲਿੰਕਿਸ਼ ਹੋ ਜਾਂਦੀ ਹੈ। ਵੀ ਐਗਰੀਮੈਂਟ ਹੈਗਾ ਸੀ 5 ਲੱਖ ਰੁਪਏ ਦਾ, ਠੀਕ ਹੈ, ਵੀ ਐਗਰੀਮੈਂਟ ਟੁੱਟ ਗਿਆ, ਪਾਰਟੀ ਨੇ ਪੈਸੇ ਦਿੱਤੇ ਨਹੀਂ ਹੈਗੇ, ਪਰ ਉਹਦੇ ਵਿੱਚੋਂ ਫਿਰ ਵੀ 1 ਲੱਖ ਰੁਪਇਆ ਜਿਹੜੀ ਡਿਫੈਂਡੈਂਟ ਪਾਰਟੀ ਸੀ ਉਹਨੇ ਪੇ ਕਰ ਦਿੱਤਾ ਹੋਊਗਾ, ਤੇ ਉਹਦਾ ਜਿਹੜਾ ਕਲੇਮ ਹੈਗਾ ਉਸ ਨੂੰ ਹੋਰ ਲਿੰਕਿਸ਼ ਕਰ ਸਕਦੀ ਹੈਗੀ ਹੈ ਪਾਰਟੀ, ਕਲੇਮ ਜਿਹੜਾ ਫਾਈਲ ਕਰਦਾ ਹੈਗਾ। ਅਮਾਊਂਟ ਸੋ ਅਲਾਉਡ ਔਰ ਲਿੰਕਿਸ਼। ਆ ਸਟੇਟਮੈਂਟ ਆਫ ਦਾ ਵੈਲਿਊ ਆਫ ਦਾ ਸਬਜੈਕਟ ਮੈਟਰ, ਇਹ ਜਿਹੜਾ ਸਬਜੈਕਟ ਮੈਟਰ ਹੈਗਾ, ਇਹ ਜਿਹਦੀ ਅਸੀਂ ਸੂਟ ਫਾਈਲ ਕਰ ਰਹੇ ਹਾਂ, ਪਲੇਨ ਫਾਈਲ ਕਰ ਰਹੇ ਹਾਂ, ਇਹਦੀ ਕਿੰਨੀ ਵੈਲਿਊ ਹੈ ਪ੍ਰਾਪਰਟੀ ਦੀ, ਠੀਕ ਹੈ, ਪ੍ਰਾਪਰਟੀ ਦੀ ਕਿੰਨੀ ਵੈਲਿਊ ਹੈ, ਉਸ ਪ੍ਰਾਪਰਟੀ ਦੀ ਵੈਲਿਊ ਦੇ ਅਕੋਰਡਿੰਗ ਜਿਹੜੀ ਕੋਰਟ ਫੀਸ ਲੱਗਦੀ ਹੈ, ਵੀ ਇੰਨੀ ਕੋਰਟ ਦੀ ਇਹਦੀ ਵੈਲਿਊ ਹੈਗੀ ਹੈ, ਇੰਨੀ ਕੋਰਟ ਫੀਸ ਮੇਰੇ ਵੱਲੋਂ ਲਗਾਈ ਜਾ ਰਹੀ ਹੈ। ਇਨ ਮਨੀ ਸੂਟ ਦੀ ਗੱਲ ਕੀਤੀ ਗਈ ਹੈ, ਵੇਅਰ ਦਾ ਪਲੈਂਟਿਫ ਸੀਕਸ ਰਿਕਵਰੀ ਆਫ ਦਾ ਮਨੀ, plaintiff shall state the precise amount of the claim। ਅਮਾਊਂਟ ਦੱਸੀ ਹੈਗੀ ਵੀ ਕਿੰਨੀ ਮਨੀ ਮੈਂ ਲੈਣੀ ਹੈਗੀ ਹੈ, ਠੀਕ ਹੈ, ਬਟ ਵੇਅਰ ਦਾ ਪਲੈਂਟਿਫ ਸੂਜ਼ ਫॉर mean profits or for an amount which will be found due to him on taking unsettled accounts between the him and the defendant। ਜਿੱਥੇ ਕੋਈ ਅਮਾਊਂਟ ਜਿਹੜੀ ਸੈਟਲ ਨਹੀਂ ਹੋਈ ਹੈਗੀ, ਠੀਕ ਹੈ, ਅਜੇ ਪਲੈਂਟਿਫ ਨੂੰ ਪੂਰਾ ਨਹੀਂ ਪਤਾ ਹੈਗਾ, ਕਿਉਂਕਿ ਮੂਵਲ ਅਮਾਊਂਟ ਹੈਗੀ ਹੈ, ਕੋਈ ਜ਼ਮੀਨ ਦੀ ਬੀਜੀ ਆ ਰਹੀ ਹੈ, ਕੱਟੀ ਆ ਰਹੀ ਹੈ ਫਸਲ, ਜਾਂ ਕੋਈ ਇੱਦਾਂ ਦੀ ਪ੍ਰਾਪਰਟੀ ਉਹਦੇ ਕੋਲ ਹੈਗੀ ਹੈ, ਉਹਦੇ ਤੋਂ ਉਹ ਇਨਕਮ ਕ੍ਰੀਏਟ ਕਰ ਰਿਹਾ ਹੈ ਜਿਹੜਾ ਡਿਫੈਂਡੈਂਟ ਪਾਰਟੀ ਹੈਗੀ ਹੈ, ਠੀਕ ਹੈ। ਤਾਂ ਫਿਰ ਕੀ ਹੈ, ਦਾ ਪਲੇਨਟ ਸ਼ੈਲ ਬੀ ਸਟੇਟ ਅਪਰੋਕਸੀਮੇਟਲੀ ਦਾ ਅਮਾਊਂਟ ਔਰ ਵੈਲਿਊ ਦਾ ਸੂਟ, ਤਾਂ ਫਿਰ ਜਿਹੜਾ ਹੈਗਾ ਅੰਦਾਜ਼ੇ ਦੇ ਨਾਲ ਜਿਹੜੀ ਵੈਲਿਊ ਹੈਗੀ ਉਹ ਬਣਾਈ ਜਾਂਦੀ ਹੈ ਕੋਰਟ ਦੀ, ਉਹਦੀ ਪ੍ਰਾਪਰਟੀ ਦੀ, ਉਸ ਵੈਲਿਊ ਦੇ ਅਕੋਰਡਿੰਗ ਜਿਹੜਾ ਹੈਗਾ ਕੋਰਟ ਫੀਸ ਲਗਾਈ ਜਾਂਦੀ ਹੈ। ਰੂਲ ਨੰਬਰ 3 ਚ ਕੀ ਕਿਹਾ ਗਿਆ, ਵੇਅਰ ਦਾ ਸਬਜੈਕਟ ਮੈਟਰ ਆਫ ਦਾ ਸੂਟ ਇਜ਼ ਇਮੂਵੇਬਲ ਪ੍ਰਾਪਰਟੀ, ਜਿੱਥੇ ਸਬਜੈਕਟ ਮੈਟਰ ਇਮੂਵੇਬਲ ਪ੍ਰਾਪਰਟੀ ਨਾਲ ਸੰਬੰਧ ਰੱਖਦਾ ਹੈ, ਠੀਕ ਹੈ। ਤਾਂ ਡਿਸਕ੍ਰਿਪਸ਼ਨ ਦਾ ਪ੍ਰਾਪਰਟੀ ਦੱਸੀ ਜਾਏਗੀ, ਕਿਹੜੇ ਨੰਬਰ ਖਸਰਾ ਨੇ ਕਿਸ ਪਿੰਡ ਦੇ ਨਾਲ ਰਿਲੇਟਡ ਹੈਗੇ ਆ,
ਕਿਹੜੀ ਖੇਡ ਖਤੌਨੀ ਹੈ, ਠੀਕ ਹੈ ਜੀ, ਤੇ ਕਿੰਨਾ ਰਕਬਾ ਹੈਗਾ, ਸਰਵੇ ਨੰਬਰ ਕਿੰਨਾ ਹੈ ਉਹਦਾ ਹੈਗਾ, ਬਾਉਂਡਰੀਜ਼ ਔਰ ਨੰਬਰ ਸਾਰੇ ਦੱਸੇ ਜਾਣਗੇ। ਰੂਲ ਨੰਬਰ 4 ਕੀ ਕਿਹਾ ਗਿਆ, ਵੈਨ ਦ ਪਲੈਂਟਿਫ ਸੂਜ਼ ਐਜ਼ ਰਿਪਰੈਜ਼ੈਂਟੇਟਿਵ, ਜਦੋਂ ਕਿਸੇ ਬਿਹਾਫ ਦੇ ਉੱਪਰ ਕੋਈ ਰਿਪਰੈਜ਼ੈਂਟ ਤੁਸੀਂ ਕਰਦੇ ਹੋ ਪਲੈਂਟਿਫ ਤਾਂ ਉਹ ਆਪਣਾ ਦੱਸੇਗਾ ਮੈਂ ਕਿਹਦੇ ਵੇਅਰ ਦ ਪਲੈਂਟਿਫ ਸੂਜ਼ ਇਨ ਏ ਰਿਪਰੈਜ਼ੈਂਟੇਟਿਵ ਕਰੈਕਟਰ ਦਾ ਪਲੇਂਟ ਸ਼ੈਲ ਸ਼ੋ, ਤਾਂ ਪਲੇਂਟ 'ਚ ਦਰਸਾਇਆ ਜਾਏਗਾ ਸਾਰਾ ਕੁਝ, ਠੀਕ ਹੈ, ਵੀ ਕਿਹਦੇ ਵੱਲੋਂ ਸੂਟ ਫਾਈਲ ਹੋ ਰਿਹਾ ਹੈ, ਕੌਣ ਪੈਰਵਾਈ ਕਰ ਰਿਹਾ ਹੈ। Defendant's interest and liability to be shown. The plaintiff shall show that the defendant is or claims to be interested in subject matter and that he is liable to be called upon answer. Plaintiff's demand ਦੀ plaintiff demand ਕਰਦਾ ਹੈ ਵੀ ਉਹਦੀ ਬੁਲਾ ਕੇ ਉਹਨੂੰ ਪੁੱਛਿਆ ਜਾਵੇ। Grounds of exemption from the limitation law. ਜੇ ਕਿਤੇ ਸੂਟ ਫਾਈਲ ਕਰਨ ਦੀ ਕੋਈ ਲਿਮਿਟ ਹੁੰਦੀ ਹੈ ਵੀ 1 ਸਾਲ ਦੇ ਅੰਦਰ ਅੰਦਰ ਤੁਸੀਂ ਜਿਵੇਂ ਕਿ ਐਗਰੀਮੈਂਟ ਸਪੈਸਿਫਿਕ ਪਰਫਾਰਮੈਂਸ ਆਫ ਐਗਰੀਮੈਂਟ ਕਿਸੇ ਨੇ ਬਿਆਨਾ ਕੀਤਾ ਹੈ, ਬਿਆਨੇ ਦੇ ਬੇਸਿਸ ਤੇ, ਠੀਕ ਹੈ, ਪਾਰਟੀਆਂ ਵਿਚਕਾਰ ਜਿਹੜਾ ਬਿਆਨੇ ਦੇ ਤੌਰ ਤੇ ਜਿਹੜੀ ਰਜਿਸਟਰੀ ਨਹੀਂ ਹੋਈ ਹੈਗੀ, ਜਿਵੇਂ ਕਿ 3 ਸਾਲ ਦੇ ਅੰਦਰ ਅੰਦਰ ਤੁਸੀਂ ਸੂਟ ਫਾਈਲ ਕਰ ਸਕਦੇ ਆ। ਜਿੱਥੇ ਕਿਤੇ ਲਿਮਿਟੇਸ਼ਨ ਪੀਰੀਅਡ ਦੇ ਵਿਚਕਾਰ ਤੁਸੀਂ ਸੂਟ ਫਾਈਲ ਨਹੀਂ ਕੀਤਾ ਹੈਗਾ ਤਾਂ ਤੁਸੀਂ ਐਗਜ਼ੈਂਪਸ਼ਨ ਲੈ ਰਹੇ ਹੋ, ਤਾਂ ਕਿਹੜੀਆਂ ਗਰਾਊਂਡ ਦੇ ਉੱਪਰ ਤੁਸੀਂ ਐਗਜ਼ੈਂਪਸ਼ਨ ਲੈ ਰਹੇ ਹੋ, ਉਹ ਗਰਾਊਂਡ ਦਾ ਤੁਸੀਂ ਜਿਹੜਾ ਵੇਰਵਾ ਹੈਗਾ ਆਪਣੀ ਕਲੇਮ ਦੇ ਵਿੱਚ ਸਪੈਸੀਫਾਈ ਕਰੋਗੇ। ਲੀਵ ਟੂ ਵੀ ਸਪੈਸੀਫਿਕਲੀ ਸਟੇਟਡ, ਕੀ ਰਿਲੀਫ ਜਾਰੀ ਹੈ, ਤੁਸੀਂ ਕੀ ਕੋਰਟ ਤੋਂ ਰਿਲੀਫ ਮੰਗਦੇ ਹੋ, ਉਹਨੂੰ ਪੂਰੀ ਤੌਰ ਤੇ ਜਿਹੜਾ ਹੈਗਾ ਇਹਦੇ ਕਲੇਮ ਦੇ ਵਿੱਚ ਸਪੈਸੀਫਾਈ ਕਰੋਗੇ। ਰਿਲੀਫ ਫਾਊਂਡਡ ਔਨ ਸੈਪਰੇਟ ਗਰਾਊਂਡਸ, ਵੱਖਰੀਆਂ ਵੱਖਰੀਆਂ ਗਰਾਊਂਡਾਂ ਤੇ ਵੱਖਰੀ ਵੱਖਰੀ ਰਿਪੀਲ ਜੇ ਕੋਈ ਤੁਸੀਂ ਰਿਲੀਫ ਮੰਗਦੇ ਹੋ ਤਾਂ ਉਹ ਸਾਰਾ ਡਿਟੇਲ ਤੁਹਾਨੂੰ ਦੇਣੀ ਪਏਗੀ ਉਹਦੇ ਵਿੱਚ ਆਪਦੀ ਪਲੇਂਟ ਦੇ ਵਿੱਚ। ਪ੍ਰੋਸੀਜਰ ਔਨ ਐਡਮਿਟਿੰਗ ਪਲੇਂਟ where the court orders that the summons be served on the defendants in the manner provided. ਜਿੱਥੇ ਕਿਤੇ ਕੋਈ ਦੂਜੀ ਪਾਰਟੀ ਡਿਫੈਂਡੈਂਟ ਪਾਰਟੀ ਆ ਕੇ ਤੁਹਾਡੇ ਜਿਹੜਾ ਕਲੇਮ ਹੈਗਾ ਐਡਮਿਟ ਕਰ ਲੈਂਦੀ ਹੈ ਤੁਹਾਡੀ ਪਲੇਂਟ ਨੂੰ, ਠੀਕ ਹੈ, ਤਾਂ ਪਲੇਂਟ ਔਨ ਦਾ ਪਲੇਨ ਪੇਪਰ ਔਰ ਡਿਫੈਂਡੈਂਟਸ within 7 days from the date of such order along with the requisite fee for service of summons on the defendant. ਨਹੀਂ, ਇੱਥੇ ਕੁਝ ਹੋਰ ਹੈ। ਜਦੋਂ ਤੁਹਾਡੀ ਜਿਹੜੀ ਪਲੇਂਟ ਐਡਮਿਟ ਹੋ ਜਾਂਦੀ ਹੈ, ਪਲੇਂਟਿਫ ਦੀ ਪਲੇਂਟ ਐਡਮਿਟ ਹੋ ਜਾਂਦੀ ਹੈ, ਤਾਂ ਕੋਰਟ ਵੱਲੋਂ ਆਰਡਰ ਕੀਤਾ ਜਾਂਦਾ ਹੈ ਵੀ ਤੁਹਾਡੀ ਪਲੇਂਟ ਦੇ ਵਿੱਚ 10 ਜਿਹੜੇ ਡਿਫੈਂਡੈਂਟ ਹੈਗੇ ਆ, ਤੁਸੀਂ 10 ਕਾਪੀਆਂ ਹੋਰ ਜਮ੍ਹਾਂ ਕਰਵਾਓ ਤਾਂ ਕਿ ਜਿਹੜੇ ਡਿਫੈਂਡੈਂਟ ਹੈਗੇ ਆ ਉਹਨਾਂ ਨੂੰ ਸੰਮਨ ਦੇ ਨਾਲ ਇੱਕ ਕਾਪੀ ਭੇਜੀ ਜਾ ਸਕੇ। ਰੂਲ ਨੰਬਰ 10 ਦੇ ਵਿੱਚ ਕੀ ਹੈ, ਰਿਟਰਨ ਆਫ ਦਾ ਪਲੇਂਟ to be presented to the court in which the suit should have been instituted. ਜਿੱਥੇ ਕਿਤੇ ਜਿਹੜੀ ਪਲੇਂਟ ਹੈਗੀ ਹੈ ਕਿਸੇ ਹੋਰ ਕੋਰਟ ਦੇ ਵਿੱਚ ਗਲਤੀ ਨਾਲ ਸਬਮਿਟ ਹੋ ਜਾਵੇ ਤਾਂ ਕੋਰਟ ਕਿਸੇ ਵੀ ਸਟੇਜ ਤੇ ਜਿਹੜੀ ਪਲੇਂਟ ਹੈ ਰਿਟਰਨ ਕਰ ਸਕਦੀ ਹੈ ਵੀ ਕੰਸਰਨ ਪਾਰਟਿਕੂਲਰ ਜਿਹੜੀ ਕੋਰਟ ਹੈਗੀ ਉੱਥੇ ਜਾ ਕੇ ਆਪਦੀ ਸਬਮਿਟ ਕਰੋ। ਪ੍ਰੋਸੀਜਰ ਔਨ ਰਿਟਰਨਿੰਗ ਦਾ ਪਲੇਂਟ, ਕੀ ਪ੍ਰੋਸੀਜਰ ਹੈਗਾ, ਜਜਮੈਂਟ ਸ਼ੈਲ ਇੰਡੋਰਸ thereon the date and its presentation and return the name of the parties. ਪਾਰਟੀਆਂ ਨੂੰ ਜਿਹੜਾ ਕੋਰਟ ਵੱਲੋਂ ਮਤਲਬ ਕਿ ਟਾਈਮ ਦਿੱਤਾ ਜਾਂਦਾ ਹੈ, ਜਿਹੜੀ ਕੋਰਟ ਨੇ ਪਲੇਂਟ ਰਿਟਰਨ ਕੀਤੀ ਹੈ ਉਹੀ ਕੋਰਟ ਜਿਹੜੀ ਹੈਗੀ ਟਾਈਮ ਦੇਗੀ ਦੂਜੀਆਂ ਸਾਰੀਆਂ ਪਾਰਟੀਆਂ ਨੂੰ ਵੀ ਤੁਸੀਂ ਇੰਨੀ ਤਰੀਕ ਨੂੰ ਇੰਨੀ ਕੋਰਟ ਫਲਾਣੀ ਕੋਰਟ ਦੇ ਵਿੱਚ ਜਾ ਕੇ ਆਪਣਾ ਜਿਹੜਾ ਪੱਖ ਪੇਸ਼ ਕਰ ਸਕਦੇ ਹੋ। 10 ਇਹਦੇ ਵਿੱਚ ਇਹੀ ਕਿਹਾ ਗਿਆ, ਪਾਵਰ ਆਫ ਦਾ ਕੋਰਟ ਟੂ ਫਿਕਸ ਏ ਡੇਟ ਆਫ ਅਪੀਅਰੈਂਸ ਇਨ ਦਾ ਕੋਰਟ ਵਿਦ ਦਾ ਪਲੇਂਟ ਇਜ਼ ਟੂ ਬੀ ਫਾਈਲਡ ਆਫਟਰ ਇਟਸ ਰਿਟਰਨ ਹੋਣ ਤੋਂ ਬਾਅਦ। ਕਿੱਥੇ ਜਿਹੜਾ ਪਲੈਂਟਿਫ ਹੈਗਾ ਪਲੈਂਟਿਫ ਕੋਰਟ ਨੂੰ ਐਪਲੀਕੇਸ਼ਨ ਦੇਵੇਗਾ ਆ ਕੇ ਵੀ ਮੈਂ ਇਹ ਜਿਹੜੀ ਪਲੇਂਟ ਹੈਗੀ ਉਹਨੂੰ ਫਲਾਣੀ ਕੋਰਟ ਦੇ ਵਿੱਚ ਫਾਈਲ ਕੀਤੀ ਹੈ, ਠੀਕ ਹੈ, ਤੇ ਫਿਰ ਉਸ ਤੋਂ ਬਾਅਦ ਜਿਹੜੀ ਕੋਰਟ ਆਰਡਰ ਕਰਦੀ ਹੈ, ਆਰਡਰ ਦੇ ਵਿੱਚ ਦਰਸਾਇਆ ਜਾਂਦਾ ਵੀ ਤੁਸੀਂ ਹੁਣ ਕਿਹੜੀ ਕੋਰਟ ਦੇ ਵਿੱਚ ਜਿਹੜੀਆਂ ਪਾਰਟੀਆਂ ਹੈਗੀਆਂ ਸੰਬੰਧਿਤ ਪਾਰਟੀਆਂ ਪਲੈਂਟਿਫ ਤੇ ਡਿਫੈਂਡੈਂਟ ਕੰਸਰਨਡ ਕੋਰਟ ਕਿਹੜੀ ਹੈਗੀ ਆ ਕਿਹੜੀ ਤਰੀਕ ਨੂੰ ਤੁਸੀਂ ਜਾ ਕੇ ਉੱਥੇ ਆਪਦਾ ਹਾਜ਼ਰ ਹੋਣਾ ਹੈ। ਇਹ ਰੂਲ 10A ਦੇ ਰੂਲ ਨੰਬਰ 2 ਦੇ ਵਿੱਚ ਪਾਰਟੀ ਕੰਸਰਨਡ ਪਾਰਟੀ ਉਹ ਐਪਲੀਕੇਸ਼ਨ ਦੇਵੇਗੀ ਕੋਰਟ ਦੇ ਵਿੱਚ ਸਪੈਸੀਫਾਈ ਦਾ ਕੋਰਟ ਇਨ ਵਿਚ ਦਾ ਪਰਪਸ ਟੂ ਪ੍ਰੈਜ਼ੈਂਟ ਪਲੇਂਟ ਆਫਟਰ ਇਟਸ ਰਿਟਰਨ ਹੋਣ ਤੋਂ ਬਾਅਦ ਵੀ ਕਿਹੜੀ ਕੋਰਟ ਦੇ ਵਿੱਚ ਤੁਸੀਂ ਜਿਹੜਾ ਸੂਟ ਫਾਈਲ ਕਰ ਰਹੇ ਹੋ ਤਾਂ ਜਿਹੜੀ ਕੋਰਟ ਰਿਟਰਨ ਕਰ ਰਹੀ ਹੈ ਉਹੀ ਤੁਹਾਨੂੰ ਅਗਲੀਆਂ ਸਾਰੀਆਂ ਪਾਰਟੀਆਂ ਨੂੰ ਆਈਡੈਂਟੀਫਾਈ ਕਰੇਗੀ। ਤਾਂ ਬਾਰ-ਬਾਰ ਮਤਲਬ ਕਿ ਜਿਹੜੀ ਕੋਰਟ ਦੇ ਵਿੱਚ ਕੇਸ ਦੁਬਾਰਾ ਲੱਗਿਆ ਉਸ ਨਵੀਂ ਕੋਰਟ ਨੂੰ ਮਤਲਬ ਕਿ ਕਹਿਣ ਦਾ ਭਾਵ ਇਹ ਹੈ ਇੱਥੇ ਸਾਰਾ ਵੀ ਨਵੀਂ ਕੋਰਟ ਨੂੰ ਦੁਬਾਰਾ ਸਮਨਿੰਗ ਪ੍ਰੋਸੈਸ ਅਡਾਪਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਰੂਲ 10B ਦੇ ਵਿੱਚ ਕੀ ਕਿਹਾ, ਪਾਵਰ ਆਫ ਅਪੀਲ ਐਟ ਕੋਰਟ ਟੂ ਟ੍ਰਾਂਸਫਰ ਸੂਟ ਟੂ ਦਾ ਪ੍ਰੋਪਰ ਕੋਰਟ। ਕਈ ਵਾਰੀ ਜਿਹੜੀ ਅਪੀਲ ਹੁੰਦੀ ਹੈ ਉਹ ਵੀ ਕਿਸੇ ਗਲਤ ਕੋਰਟ 'ਚ ਲਾਈ ਜਾਂਦੀ ਹੈ ਗਲਤੀ ਨਾਲ, ਠੀਕ ਹੈ, ਜਿੱਥੇ ਕਿਤੇ ਕੋਰਟ ਨੂੰ ਲੱਗਦਾ ਵੀ ਜਿਹੜੀ ਅਪੀਲ ਹੈ ਫਲਾਣੀ ਕੋਰਟ ਨੇ ਸੁਣਨੀ ਸੀਗੀ ਤਾਂ ਇਹੀ ਵਾਲਾ ਪ੍ਰੋਸੈਸ ਜਿਹੜਾ ਹੈਗਾ ਜਿਹੜੀ ਅਪੀਲ ਹੈ ਰਿਟਰਨ ਕੀਤੀ ਜਾਂਦੀ ਹੈ ਤਾਂ ਕਿਹੜੀ ਕੋਰਟ ਦੇ ਵਿੱਚ ਜਾਂਦੀ ਹੈ,
ਤੇ ਕੋਰਟ ਜਿਹੜੀ ਪਾਰਟੀ ਨੇ ਅਪੀਲ ਫਾਈਲ ਕਰਨੀ ਹੈ ਉਹ ਐਪਲੀਕੇਸ਼ਨ ਦੇਵੇਗੀ ਇਸੇ ਕੋਰਟ ਦੇ ਵਿੱਚ। ਇਹ ਜਿਹੜੀ ਅਪੀਲ ਲਾਈਕ ਕਰਦੀ ਸੀ ਫਲਾਣੀ ਕੋਰਟ 'ਚ ਕਰਦੀ ਸੀ, ਮੈਂ ਉੱਥੇ ਜਿਹੜੀ ਹੈਗੀ ਹੈ ਇਹ ਅਪੀਲ ਮਤਲਬ ਕਿ ਫਾਈਲ ਕਰ ਰਿਹਾ। ਤੇ ਤੁਸੀਂ ਜਿਹੜੀ ਡੇਟ ਇਹਦੀ ਹੈਗੀ ਹੈ ਸਾਰੀਆਂ ਕੰਸਰਨਡ ਪਾਰਟੀਆਂ ਨੂੰ ਟਾਈਮ ਫਿਕਸ ਕਰਕੇ ਤੁਸੀਂ ਇਸੇ ਇਹੀ ਕੋਰਟ ਜਿਹੜੀ ਰਿਟਰਨ ਕਰ ਰਹੀ ਹੈ ਅਪੀਲ ਦੀ ਡੇਟ, ਅਪੀਲ ਐਂਡ ਕੋਰਟ ਜਿਹੜੀ ਹੈਗੀ ਹੈ ਇਹ ਕੰਸਰਨਡ ਕੋਰਟ ਦਾ ਜਿਹੜਾ ਨਾਮ ਵਗੈਰਾ ਤੇ ਡੇਟ ਵਗੈਰਾ ਫਿਕਸ ਕਰਕੇ ਪਾਰਟੀਆਂ ਨੂੰ ਕੇਸ ਨੂੰ ਮਤਲਬ ਕਿ ਦੂਜੀ ਕੋਰਟ 'ਚ ਭੇਜ ਦਿੱਤਾ ਜਾਂਦਾ ਹੈ। ਰੂਲ ਨੰਬਰ 11 'ਚ ਕੀ ਕਹੇਗਾ? ਰਿਜੈਕਸ਼ਨ ਆਫ ਦਾ ਪਲੇਂਟ ਸ਼ੈਲ ਬੀ ਰਿਜੈਕਟਡ ਇਨ ਦਾ ਫੋਲੋਇੰਗ ਕੇਸਿਸ। ਇਹ ਇਨੀਸ਼ੀਅਲ ਸਟੇਜ ਦੀ ਗੱਲ ਕੀਤੀ ਗਈ ਹੈ ਵੇਅਰ ਇਟ ਡਸ ਨਾਟ ਡਿਸਕਲੋਜ਼ ਏ ਕਾਜ਼ ਆਫ ਐਕਸ਼ਨ। ਦੇਖੋ ਕਾਜ਼ ਆਫ ਐਕਸ਼ਨ ਬਹੁਤ ਵੱਡੀ ਗੱਲ ਹੈਗੀ ਹੈ ਕੇਸ ਦੇ ਵਿੱਚ। ਜਦੋਂ ਤੁਸੀਂ ਸੂਟ ਫਾਈਲ ਕਰਦੇ ਐਵੇਂ ਨਹੀਂ ਬਿਨਾਂ ਮਤਲਬ ਤੋਂ ਆਪਾਂ ਸੂਟ ਚੱਕ ਕੇ ਕੋਰਟ 'ਚ ਫਾਈਲ ਕਰ ਦਿੰਦੇ ਹਾਂ। ਕਾਜ਼ ਆਫ ਐਕਸ਼ਨ ਕਦੋਂ ਰਾਈਜ਼ ਹੋਇਆ ਹੈਗਾ? ਜੇ ਤੁਸੀਂ ਡਿਸਕਲੋਜ਼ ਨਹੀਂ ਕਰਦੇ ਤਾਂ ਤੁਹਾਡੀ ਜਿਹੜੀ ਕੰਪਲੇਂਟ ਹੈਗੀ ਹੈ ਰਿਜੈਕਟ ਕਰ ਦਿੱਤੀ ਜਾਂਦੀ ਹੈ। ਵੇਅਰ ਦਾ ਲੀਫ ਕਲੇਮਡ ਇਜ਼ ਅੰਡਰ ਵੈਲਿਊਡ and the plaintiff on being required by the court to correct the valuation within a time to be fixed by the court। ਜੇਕਰ ਮੰਨ ਲਓ ਜਿਹੜੀ ਤੁਹਾਡੀ ਪ੍ਰਾਪਰਟੀ ਹੈਗੀ ਹੈ ਉਹਦੀ ਵੈਲਿਊ 50 ਲੱਖ ਰੁਪਏ ਹੈਗੀ ਹੈ, ਠੀਕ ਹੈ, 50 ਲੱਖ ਦੇ ਬਿਹਾਫ ਤੇ ਤੁਸੀਂ ਜਿਹੜੀ ਕੋਰਟ ਫੀਸ ਲਗਾਣੀ ਹੈ 3% ਦੇ ਕਰੀਬ ਕੋਰਟ ਫੀਸ ਲੱਗਦੀ ਹੈ। ਤੁਸੀਂ ਉਹ ਵੈਲਿਊ ਦੇ ਮੁਤਾਬਕ ਲਗਾਣੀ ਹੈ, ਪਰ ਤੁਸੀਂ ਵੈਲਿਊ ਜਿਹੜੀ ਕੋਰਟ ਦੀ ਉਹਦੀ ਪ੍ਰਾਪਰਟੀ ਦੀ ਜਿਹੜੀ ਵੈਲਿਊ ਤੁਸੀਂ 20 ਲੱਖ ਰੁਪਏ ਅਸੈਸ ਕਰ ਲਈ, 20 ਲੱਖ ਦੇ ਮੁਤਾਬਕ ਤੁਸੀਂ ਕੋਰਟ ਫੀਸ ਲਗਾ ਦਿੱਤੀ, ਪਰ ਕੋਰਟ ਨੇ ਕਿਹਾ ਵੀ ਨਹੀਂ ਤੁਸੀਂ ਅੰਡਰ ਵੈਲਿਊ ਕੀਤੀ ਹੈਗੀ ਹੈ, ਜਿਹੜੀ ਪ੍ਰਾਪਰਟੀ ਦੀ ਵੈਲਿਊ ਅੰਡਰ ਵੈਲਿਊ ਕੀਤਾ, ਤੁਸੀਂ ਇਸ ਨੂੰ ਅਮੈਂਡ ਕਰੋ, ਠੀਕ ਹੈ। ਜੇਕਰ ਪਾਰਟੀ ਦਿੱਤੇ ਹੋਏ ਸਮੇਂ ਦੇ ਮੁਤਾਬਕ ਆਪਦੀ ਜਿਹੜੀ ਉਸ ਨੂੰ ਵੈਲਿਊ ਅਮੈਂਡ ਨਹੀਂ ਕਰਦੀ ਤਾਂ ਕੋਰਟ ਜਿਹੜੀ ਹੈਗੀ ਉਹਦੀ ਜਿਹੜੀ ਕੰਪਲੇਂਟ ਹੈ ਰਿਜੈਕਟ ਕਰ ਸਕਦੀ ਹੈ। ਇਸੇ ਤਰੀਕੇ ਵੇਅਰ ਦਾ ਰਿਲੀਫ ਕਲੇਮ ਪ੍ਰੋਪਰਟੀ ਵੈਲਿਊ ਆਪਾਂ ਗੱਲ ਕਰੀ ਚੁੱਕੇ ਹਾਂ ਵੀ ਸਟੈਂਪ ਪੇਪਰ ਲੱਗਣੇ ਹੁੰਦੇ ਆ ਵੈਲਿਊ ਦੇ ਅਕੋਰਡਿੰਗ। ਜੇ ਸਟੈਂਪ ਪੇਪਰ ਪੂਰੀ ਪਾਰਟੀ ਨਹੀਂ ਲਗਾਉਂਦੀ, ਕਹਿਣ ਦੇ ਬਾਵਜੂਦ ਵੀ ਫੇਲ ਹੋ ਜਾਂਦੀ ਹੈ ਲਗਾਉਣ ਦੇ ਵਿੱਚ, ਤਾਂ ਰਿਜੈਕਟ ਕਰ ਦਿੱਤਾ ਜਾਂਦਾ ਕੇਸ। ਜਾਂ ਫਿਰ ਵੇਅਰ ਦਾ ਸੂਟ ਅਪੀਅਰਸ ਫਰੋਮ ਦਾ ਸਟੇਟਮੈਂਟ ਇਨ ਦਾ ਪਲੇਂਟ ਨੂੰ ਪੜ੍ਹ ਕੇ ਜਦੋਂ ਲੱਗਦਾ ਹੋਵੇ ਵੀ ਜਿਹੜਾ ਇਹ ਬਾਹਰ ਹੈਗਾ ਬਾਈ ਐਨੀ ਲਾਅ, ਕਿਸੇ ਵੀ ਕਾਨੂੰਨ ਦੇ ਵਿੱਚ ਜਿਹੜਾ ਇਹ ਸੂਟ ਹੈ ਦਾਇਰ ਨਹੀਂ ਕੀਤਾ ਜਾ ਸਕਦਾ, ਤਦ ਵੀ ਸੂਟ ਨੂੰ ਪਲੇਂਟ ਨੂੰ ਰਿਜੈਕਟ ਕੀਤਾ ਜਾ ਸਕਦਾ ਕੋਰਟ ਵੱਲੋਂ। ਵੇਅਰ ਇਟ ਇਜ਼ ਨਾਟ ਫਾਈਲਡ ਇਨ ਡੁਪਲੀਕੇਟ, ਪਲੇਂਟ ਦੀਆਂ 2 ਕਾਪੀਆਂ ਲੱਗਦੀਆਂ ਨੇ ਪਹਿਲਾਂ, ਠੀਕ ਹੈ, ਸਿੰਗਲ ਕਾਪੀ ਨਹੀਂ ਲੱਗਦੀ, 2 ਕਾਪੀਆਂ ਲੱਗਦੀਆਂ ਨੇ, ਇੱਕ ਕੋਰਟ ਦੇ ਲਈ ਹੁੰਦੀ ਹੈ, ਇੱਕ ਦੂਜੀ ਪਾਰਟੀ ਨੂੰ ਦੇਣ ਦੇ ਲਈ ਹੁੰਦੀ ਹੈ। ਜੇ ਤੁਸੀਂ ਸਿੰਗਲ ਕਾਪੀ ਫਾਈਲ ਕਰਦੇ ਤਦ ਵੀ ਤੁਹਾਡੀ ਜਿਹੜੀ ਹੈਗੀ ਹੈ ਕੰਪਲੇਂਟ ਰਿਜੈਕਟ ਹੋ ਸਕਦੀ ਹੈ। ਵੇਅਰ ਦਾ ਪਲੈਂਟਿਫ ਫੇਲਸ ਟੂ ਕੰਪਲਾਈ ਵਿਦ ਦਾ ਪ੍ਰੋਵੀਜ਼ਨਸ ਆਫ ਰੂਲ 9। ਰੂਲ 9 ਦੇ ਵਿੱਚ ਕੀ ਹੈਗਾ ਸੀਗਾ? ਰੂਲ 9 ਦੇ ਵਿੱਚ ਸੀਗਾ ਪ੍ਰੋਸੀਜਰ ਔਨ ਐਡਮਿਟਿੰਗ ਕੰਪਲੇਂਟ। ਐਡਮਿਟਿੰਗ ਕੰਪਲੇਂਟ ਤੋਂ ਬਾਅਦ ਕੀ ਹੈਗਾ ਸੀ, ਤੁਸੀਂ ਉਨੀਆਂ ਕਾਪੀਆਂ ਦੇਣੀਆਂ ਸੀ ਕੋਰਟ ਦੇ ਵਿੱਚ। ਜੇ 10 ਡਿਫੈਂਡੈਂਟ ਨੇ 10 ਕਾਪੀਆਂ ਦੇ, ਜੇ ਤੁਸੀਂ ਪਲੈਂਟਿਫ 10 ਕਾਪੀਆਂ ਨਹੀਂ ਦਿੰਦਾ, ਡਿਫੈਂਡੈਂਟ ਦੀ ਗਿਣਤੀ ਦੇ ਮੁਤਾਬਕ ਕਾਪੀਆਂ ਨਹੀਂ ਦਿੰਦਾ, ਤਾਂ ਵੀ ਜਿਹੜਾ ਕੰਪਲੇਂਟ ਹੈ ਰਿਜੈਕਟ ਕਰ ਦਿੱਤੀ ਜਾਂਦੀ ਹੈ। ਫਿਰ ਰੂਲ 12 ਚ ਕੀ ਕਿਹਾ? ਪ੍ਰੋਸੀਜਰ ਔਨ ਰਿਜੈਕਟਿੰਗ ਦਾ ਪਲੇਂਟ। ਵੇਅਰ ਏ ਪਲੇਂਟ ਇਜ਼ ਰਿਜੈਕਟਡ ਦਾ ਜੱਜ shall record an order to that effect with the reasons ਕਿਉਂ ਰਿਜੈਕਟ ਕੀਤੀ ਹੈ ਪਲੇਂਟ, ਠੀਕ ਹੈ, ਤੇ ਰੀਜ਼ਨ ਦਿੱਤਾ ਜਾਏਗਾ ਜੱਜ ਵੱਲੋਂ। where the rejection of the plaint does not preclude presentation of fresh plaint। ਇੱਥੇ ਇਹ ਵੀ ਨਾਲ ਰੂਲ 13 ਦੇ ਵਿੱਚ ਹੈਗਾ ਵੀ ਜਿੱਥੇ ਵੀ ਕਿਤੇ ਜਿਹੜੀ ਪਲੇਂਟ ਹੈਗੀ ਰਿਜੈਕਟ ਕੀਤੀ ਜਾ ਰਹੀ ਹੈ ਕਿਸੇ ਮਾਈਨਰ ਕਾਜ਼ ਦੇ ਕਾਰਨ, ਤਾਂ ਉਹਦੇ ਵਿੱਚ ਜਿਹੜੀ ਹੈਗੀ ਹੈ ਇਹ ਰਿਜੈਕਸ਼ਨ ਜਿਹੜੀ ਹੈਗੀ ਉਹਨੂੰ ਦੁਬਾਰਾ ਸੂਟ ਫਾਈਲ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ, ਦੁਬਾਰਾ ਸੂਟ ਫਾਈਲ ਕਰ ਸਕਦੇ ਹਾਂ ਆਪਦੀ ਡਾਕੂਮੈਂਟ ਪੂਰੇ ਕਰਨ ਤੋਂ ਬਾਅਦ। Documents relied on in plaint. Production, rule number 14, production of the document on which plaintiff sues or lies। ਤੁਸੀਂ ਪਲੇਂਟ ਦੇ ਨਾਲ ਜਦੋਂ ਪਲੇਂਟ ਫਾਈਲ ਕਰਦੇ ਹੋ, ਪਲੇਂਟ ਫਾਈਲ ਦੇ ਨਾਲ ਤੁਸੀਂ ਉਹਦੇ ਨਾਲ ਕੁਝ ਸਬੂਤ ਵਜੋਂ ਆਪਣੇ ਡਾਕੂਮੈਂਟ ਲਗਾਉਂਦੇ ਹੋ, ਠੀਕ ਹੈ। ਕਿਹੜੇ ਡਾਕੂਮੈਂਟ ਲਗਾਏ ਜਾ ਰਹੇ ਹਨ ਤੁਹਾਡੇ ਵੱਲੋਂ, ਉਹਨਾਂ ਦੀ ਇੱਕ ਲਿਸਟ ਬਣਦੀ ਹੈ, ਤੇ ਨਾਲ ਹੀ ਜਿਹੜੀ ਪਲੇਂਟ ਦਾ ਪੰਨਾ ਨੰਬਰ ਵਗੈਰਾ ਸਾਰਾ ਕੁਝ ਦਿੱਤਾ ਜਾਂਦਾ ਹੈ ਵੀ ਇਹ ਜਦੋਂ ਤੁਸੀਂ ਅਪੈਂਡਿਕਸ ਲੱਗੀ ਜਾਂਦੀ ਹੈ ਪਲੇਂਟ ਫਾਈਲ ਕੀਤੀ ਨਾ, ਪਲੇਂਟ ਦੇ ਵਿੱਚ ਹੀ ਐਨੈਕਸਰ ਲਗਾਇਆ ਹੁੰਦਾ ਨਾਲ, ਐਨੈਕਸਰ A ਐਨੈਕਸਰ B ਜੋ ਵੀ ਹੈਗਾ, ਠੀਕ ਹੈ। ਉਹ ਜਿਹੜੀ ਡਾਕੂਮੈਂਟ ਦੀ ਜਿਹੜੀ ਲਿਸਟ ਹੈਗੀ ਹੈ, ਡਾਕੂਮੈਂਟ ਦੀ ਲਿਸਟ ਦੇ ਨਾਲ ਸਾਰੇ ਡਾਕੂਮੈਂਟ ਜਿਹੜੇ ਹੈਗੇ ਉਹ ਪਲੇਂਟ ਨਾਲ ਅਟੈਚ ਕੀਤੇ ਜਾ ਸਕਦੇ ਨੇ, ਅੱਗੇ ਜਦੋਂ ਵੀ ਮਰਜ਼ੀ ਦੇਖਿਆ ਜਾ ਸਕੇ ਉਹ ਡਾਕੂਮੈਂਟ ਨੂੰ ਦੇਖਣਾ ਹੋਵੇ। ਵੇਅਰ ਐਨੀ ਸਚ ਡਾਕੂਮੈਂਟ ਇਜ਼ ਨਾਟ ਇਨ ਦਾ ਪੋਜੈਸ਼ਨ ਆਫ ਦਾ ਪਾਵਰ ਆਫ ਪਲੈਂਟਿਫ। ਜੇ ਕੋਈ ਡਾਕੂਮੈਂਟ ਜਿਹੜਾ ਹੈਗਾ ਆਪਾਂ ਪਹਿਲਾਂ ਵੀ ਦੇਖਿਆ ਸੀ, ਪੜ੍ਹ ਚੁੱਕੇ ਹਾਂ, ਪਲੈਂਟਿਫ ਦੇ ਕਬਜ਼ੇ ਵਿੱਚ ਨਹੀਂ ਹੈਗਾ ਤਾਂ ਉੱਥੇ ਇਹ ਲੱਗਦਾ ਉਸ ਸਮੇਂ ਡਿਫੈਂਡੈਂਟ ਦੇ ਕਬਜ਼ੇ ਵਿੱਚ ਹੈਗਾ, ਤਾਂ ਉੱਥੇ ਸਪੈਸੀਫਾਈ ਕੀਤਾ ਜਾਵੇਗਾ ਉਹਦੇ ਵੱਲੋਂ ਹੀ ਸ਼ੈਲ wherever possible state in whose possession or power it is।
ताकि कोर्ट लोड़ वेले समय वेले जरूरत वेले उस पार्टी ਨੂੰ ਸਮਨ ਭੇਜ ਕੇ ਜਿਹੜਾ ਡਾਕੂਮੈਂਟ ਹੈ ਉਹ ਮੰਗਾਇਆ ਜਾ ਸਕੇ। नेक्स्ट आएगा रूल नंबर 16 सूट्स ऑन द लास्ट नेगोशिएबल इंस्ट्रूमेंट्स। where the suit is founded upon a negotiable instrument and it is proved that the instrument is lost। कोई डॉक्यूमेंट हैगा, ठीक है, कोई चैक गुम गया ਜਾਂ ਕੋਈ ਹੋਰ ਮਤਲਬ ਕਿ ਵੈਲਿਊਬਲ ਸਿਕਿਉਰਿਟੀ ਸੀ ਉਹ ਗੁੰਮ ਗਈ, ਲੋਸਟ ਹੋ ਗਈ, ਤਾਂ ਟੂ ਦਾ ਸੈਟੀਸਫੈਕਸ਼ਨ ਆਫ ਦਾ ਕੋਰਟ ਪਾਰਟੀ ਵੱਲੋਂ ਪਲੈਂਟਿਵ ਵੱਲੋਂ ਲਿਖਿਆ ਜਾਏਗਾ ਸਾਰਾ ਕੁਝ ਵੀ ਇਦਾਂ ਕਰਕੇ ਮੇਰਾ ਹੈ ਗੁੰਮ ਹੋ ਚੁੱਕਿਆ ਹੈ ਇਸ ਦਾ ਕਲੇਮਸ। ਤਾਂ ਪ੍ਰੋਡਕਸ਼ਨ ਆਫ ਦਾ ਸ਼ੌਪ ਬੁੱਕ, ਕਿਤੇ ਕੋਈ ਦੁਕਾਨਦਾਰੀ ਕਰਦਾ ਹੈ, ਠੀਕ ਹੈ, ਉਹਦੀਆਂ ਬੁੱਕਸ ਹੈਗੀਆਂ ਨੇ ਐਜ਼ ਏ ਵਿਟਨਸ, ਐਜ਼ ਏ ਐਵੀਡੈਂਸ ਪੇਸ਼ ਕਰਨੀਆਂ ਨੇ ਕੋਰਟ ਦੇ ਵਿੱਚ। ਓਰੀਜਨਲ ਬੁੱਕਸ ਦੀ ਥਾਂ ਤੇ ਕੋਈ ਵਿਅਕਤੀ ਉਹਦੀ ਜਿਹੜੀ ਹੈਗੀ ਹੈ ਕਾਪੀ ਲਗਾ ਸਕਦਾ ਹੈ। ਜਾਂ shall produce the book on account at the time of filing the plaint together with a copy of the entry on which he relies। ਠੀਕ ਹੈ, ਜਿੱਥੇ ਐਂਟਰੀ ਕੋਈ ਹੈਗੀ ਹੈ ਜਿਹੜੀ ਕੋਈ ਸ਼ੋਅ ਕਰਨਾ ਚਾਹੁੰਦਾ ਹੈ, ਜਿਹਦੇ ਬੇਸਿਸ ਤੇ ਕੋਈ ਸੂਟ ਫਾਈਲ ਕਰ ਰਿਹਾ ਹੈ, ਪਲੇਂਟ ਫਾਈਲ ਕਰ ਰਿਹਾ ਹੈਗਾ, ਉਹ ਜਿਹੜੀਆਂ ਬੁੱਕਸ ਦੀ ਕਾਪੀ ਵੀ ਲਾਈ ਜਾ ਸਕਦੀ ਹੈ। ਠੀਕ ਹੈ, ਤੇ ਜਿਹੜੀਆਂ ਬੁੱਕਸ ਹੈਗੀਆਂ ਨੇ ਉਹ ਓਰੀਜਨਲ ਬੁੱਕਸ ਵੀ ਦਿਖਾਈਆਂ ਜਾ ਸਕਦੀਆਂ ਕੋਰਟ ਦੇ ਵਿੱਚ। ਓਰੀਜਨਲ ਐਂਟਰੀ ਟੂ ਬੀ ਮਾਰਕਡ ਐਂਡ ਰਿਟਰਨਡ, ਜਿਹਦੀ ਓਰੀਜਨਲ ਐਂਟਰੀ ਹੁੰਦੀ ਹੈ ਉਹ ਕੋਰਟ ਵੱਲੋਂ ਮਾਰਕ ਕਰ ਦਿੱਤੀ ਜਾਂਦੀ ਹੈ, ਐਗਜ਼ੀਬਿਟ ਨੰਬਰ ਲਗਾ ਦਿੱਤਾ ਜਾਂਦਾ ਉਸ ਨੂੰ। ਠੀਕ ਹੈ, ਐਗਜ਼ੀਬਿਟ ਨੰਬਰ ਲਗਾ ਕੇ ਜਿਹੜੇ ਓਰੀਜਨਲ ਡਾਕੂਮੈਂਟ ਬੁੱਕਸ ਵਗੈਰਾ ਹੈਗੀਆਂ ਨੇ ਉਹ ਕੋਰਟ ਵੱਲੋਂ ਵਾਪਸ ਕਰ ਦਿੱਤੀਆਂ ਜਾਂਦੀਆਂ, ਤੇ ਜਿਹੜੀ ਫੋਟੋ ਕਾਪੀ ਲਗਾਈ ਜਾਂਦੀ ਹੈ ਉਹਦੇ ਉੱਪਰ ਐਗਜ਼ੀਬਿਟ ਨੰਬਰ ਲਗਾ ਦਿੱਤਾ ਜਾਂਦਾ ਹੈ। ਤਾਂ ਇੱਕ ਜੇਕਰ ਜ਼ਰੂਰਤ ਹੈਗੀ ਹੈ ਤਾਂ ਕਿਸੇ ਵੇਲੇ ਵੀ ਜਿਹੜੀ ਕੋਰਟ ਹੈਗੀ ਹੈ ਉਹ ਓਰੀਜਨਲ ਬੁੱਕਸ ਵਗੈਰਾ ਹੈਗਾ ਮੰਗਾ ਕੇ ਦੇਖ ਸਕਦੀ ਹੈ। ਜਿਵੇਂ ਕਿ ਅਸੀਂ ਸਾਡੇ ਤੋਂ ਵੀ ਐਜ਼ ਏ ਵਿਟਨਸ ਜਦੋਂ ਕੋਈ ਰੈਵਨਿਊ ਰਿਕਾਰਡ ਮੰਗਾਇਆ ਜਾਂਦਾ ਹੈ, ਠੀਕ ਹੈ, ਤੇ ਉਹਦੀ ਫੋਟੋ ਕਾਪੀ ਲਗਾ ਕੇ ਉਹਦੇ ਉੱਤੇ ਐਗਜ਼ੀਬਿਟ ਨੰਬਰ ਲਗਾ ਦਿੱਤਾ ਜਾਂਦਾ ਹੈ ਫੋਟੋ ਕਾਪੀ ਦੇ ਉੱਪਰ। ਨੈਕਸਟ ਆ ਗਿਆ ਆਰਡਰ ਨੰਬਰ 8 ਰਿਟਨ ਸਟੇਟਮੈਂਟ ਸੈਟ ਆਫ ਐਂਡ ਕਾਊਂਟਰ ਕਲੇਮ। ਪ੍ਰਿੰਟ ਫਾਈਲ ਕਰਨ ਤੋਂ ਬਾਅਦ ਦੂਜੀ ਪਾਰਟੀ ਜਿਹੜੇ ਡਿਫੈਂਡੈਂਟ ਪਾਰਟੀਜ਼ ਹੁੰਦੀਆਂ ਉਹਨਾਂ ਵੱਲੋਂ ਜਵਾਬ ਦਾਵਾ ਦਿੱਤਾ ਜਾਂਦਾ ਹੈ। ਉਸ ਜਵਾਬ ਦਾਵੇ ਨੂੰ ਅਸੀਂ ਰਿਟਨ ਸਟੇਟਮੈਂਟ ਕਹਿੰਦੇ ਹਾਂ। ਉਸ ਜਵਾਬ ਦਾਵੇ ਦੇ ਵਿੱਚ ਕੋਈ ਵਿਅਕਤੀ ਜਿਹੜਾ ਹੈਗਾ ਡਿਫੈਂਡੈਂਟ ਹੈਗਾ ਪਲੈਂਟਿਫ ਦੇ ਕਲੇਮ ਨੂੰ ਐਡਮਿਟ ਵੀ ਕਰ ਸਕਦਾ ਹੈ, ਪਲੈਂਟਿਫ ਨੇ ਜੋ ਕਲੇਮ ਕੀਤਾ ਹੈ ਉਹਨੂੰ ਸੈਟ ਆਫ ਵੀ ਕਰ ਸਕਦਾ ਹੈ। ਸੈਟ ਆਫ ਮੀਨਸ ਪਲੈਂਟਿਫ ਕਹਿੰਦਾ ਮੈਂ 5 ਲੱਖ ਰੁਪਏ ਲੈਣਾ ਹੈ ਤੇ ਡਿਫੈਂਡੈਂਟ ਕਹਿੰਦਾ 1 ਲੱਖ ਰੁਪਏ ਮੈਂ ਵੀ ਲੈਣਾ ਹੈ। ਠੀਕ ਹੈ, ਤਾਂ 1 ਲੱਖ ਰੁਪਏ ਸੈਟ ਆਫ ਹੋ ਗਿਆ। ਮੇਬੀ ਉਹਦੇ ਕੋਲ ਰਸੀਦ ਹੈਗੀ ਹੈ ਜਾਂ ਉਹਦੇ ਕੋਲ ਕੋਈ ਡਾਕੂਮੈਂਟ ਹੈਗਾ ਇਸ ਦਾ ਪ੍ਰੂਫ ਵਜੋਂ 1 ਲੱਖ ਰੁਪਏ ਦਾ। ਠੀਕ ਹੈ, ਇਹ ਉਹਦਾ 1 ਲੱਖ ਰੁਪਏ ਸੈਟ ਆਫ ਹੋ ਗਿਆ। ਇਹ ਉਹਦੇ 'ਚ ਆਪਦੀ ਜਿਹੜੀ ਆਪਣੀ ਰਿਟਨ ਸਟੇਟਮੈਂਟ ਦੇ ਵਿੱਚ ਉਹ ਸਾਰਾ ਕੁਝ ਦੱਸ ਸਕਦਾ ਹੈਗਾ, ਸਪੈਸੀਫਾਈ ਕਰ ਸਕਦਾ ਹੈ। ਐਂਡ ਕਾਊਂਟਰ ਕਲੇਮ, ਕਾਊਂਟਰ ਕਲੇਮ ਕੀ ਮਤਲਬ ਮੇਬੀ ਇਹ ਜਿਹੜਾ ਡਿਫੈਂਡੈਂਟ ਹੈ ਜਿਹਦੇ ਖਿਲਾਫ ਕੋਈ ਦਾਅਵਾ ਦਾਇਰ ਕੀਤਾ ਗਿਆ ਇਹਨੇ ਉਸ ਤੋਂ ਹੋਰ ਵੀ ਵੱਧ ਪੈਸੇ ਲੈਣੇ ਹੋਣ, ਇਹ ਕਾਊਂਟਰ ਕਲੇਮ ਵੀ ਆਪਦਾ ਕਰ ਸਕਦਾ ਹੈਗਾ। ਜੇ ਉਸਨੇ 5 ਲੱਖ ਦਾ ਸੂਟ ਫਾਈਲ ਕੀਤਾ ਹੈ ਤਾਂ ਇਹ ਵਿਅਕਤੀ ਜਿਹੜਾ ਡਿਫੈਂਡੈਂਟ ਹੈ ਜੇ ਇਸਨੇ ਉਸ ਤੋਂ 7 ਲੱਖ ਰੁਪਏ ਲੈਣਾ ਹੈ ਜਾਂ 8 ਲੱਖ ਰੁਪਏ ਲੈਣਾ ਹੈ, ਠੀਕ ਹੈ, ਤਾਂ ਆਪਣੀ ਜਿਹੜੀ ਰਿਟਨ ਸਟੇਟਮੈਂਟ ਹੈਗੀ ਹੈ ਉਹਦੇ ਵਿੱਚ ਇਹ ਸਾਰਾ ਆਪਦਾ ਕਲੇਮ ਕਰ ਸਕਦਾ ਵੀ ਮੈਂ ਤਾਂ ਉਲਟਾ ਇਹਦੇ ਤੋਂ ਪੈਸੇ ਲੈਣੇ ਹੈ 8 ਲੱਖ ਰੁਪਇਆ। ਮਤਲਬ ਕਹਿਣ ਦਾ ਭਾਵ ਇਹ ਹੈ ਵੀ ਕਾਊਂਟਰ ਕਲੇਮ ਦੇ ਰੂਪ ਦੇ ਵਿੱਚ ਵੀ ਤੁਸੀਂ ਜਵਾਬ ਦਾਵੇ ਦੇ ਵਿੱਚ ਆਪਦਾ ਕਲੇਮ ਕਰ ਸਕਦੇ ਹੋ ਜਾਂ ਫਿਰ ਤੁਸੀਂ ਇੱਕ ਵੱਖਰੇ ਤੌਰ ਤੇ ਸੂਟ ਫਾਈਲ ਵੀ ਕਰ ਸਕਦੇ ਹੋ। ਠੀਕ ਹੈ, ਇਹ ਜੇ ਕਾਊਂਟਰ ਕਲੇਮ ਤੁਸੀਂ ਕਰ ਲਿਆ ਤਾਂ ਇਟ ਇਜ਼ ਇਕੁਅਲ ਟੂ ਦਾ ਸੈਪਰੇਟ ਸੂਟ ਫਾਈਲ ਬਾਈ ਦਾ ਡਿਫੈਂਡੈਂਟ ਅਗੇਂਸਟ ਦਾ ਮਤਲਬ ਕਿ ਪਲੈਂਟਿਫ, ਇਹ ਇਕੁਅਲ ਮੰਨਿਆ ਜਾਂਦਾ ਹੈ। ਤੁਸੀਂ ਕਾਊਂਟਰ ਕਲੇਮ ਕਰਦੇ ਹੋ ਆਪਣੇ ਦਾਅਵੇ ਦੇ ਵਿੱਚ ਆਪਦੀ ਰਿਟਨ ਸਟੇਟਮੈਂਟ ਦੇ ਵਿੱਚ ਪਲੈਂਟਿਫ ਦੇ ਅਗੇਂਸਟ, ਮੇਬੀ ਤੁਸੀਂ ਵੱਧ ਪੈਸੇ ਲੈਣੇ ਹੋਣ ਉਸ ਤੋਂ ਤਾਂ ਤੁਸੀਂ ਕਾਊਂਟਰ ਕਲੇਮ ਕਰ ਸਕਦੇ ਹੋ। ਜਿਹੜੀ ਰਿਟਨ ਸਟੇਟਮੈਂਟ ਹੈਗੀ 30 ਡੇਜ਼ ਦੇ ਅੰਦਰ ਅੰਦਰ ਦੇਣੀ ਹੁੰਦੀ ਹੈ। ਡਿਊਟੀ ਆਫ ਦਾ ਡਿਪੈਂਡੈਂਟ ਟੂ ਪ੍ਰੋਡਿਊਸ ਡਾਕੂਮੈਂਟਸ ਅਪਨ ਵਿਚ relief is claimed or relief upon by him। ਡਿਫੈਂਡੈਂਟ ਦੀ ਕੀ ਡਿਊਟੀ ਹੈ ਟੂ ਪ੍ਰੋਡਿਊਸ ਡਾਕੂਮੈਂਟਸ, ਜਿਹੜੇ ਵੀ ਉਹਨੇ ਡਾਕੂਮੈਂਟ ਆਪਦੇ ਪ੍ਰੂਫ ਜੋ ਲਗਾਉਣੇ ਹੁੰਦੇ ਨੇ, ਜਿਵੇਂ ਕਿ ਪਲੇਂਟਿਫ ਨੇ ਆਪਦੀ ਜਿਹੜੀ ਪਲੇਂਟ ਦੇ ਨਾਲ ਨਾਲ ਡਾਕੂਮੈਂਟ ਲਗਾਏ ਆ। ਠੀਕ ਹੈ, ਇੱਦਾਂ ਹੀ ਡਿਫੈਂਡੈਂਟ ਜਿਹੜੇ ਜੇ ਕੋਈ ਰਿਟਨ ਜੇਕਰ ਉਹ ਕਹਿੰਦਾ ਮੇਰਾ ਇੰਨਾ ਕਲੇਮ ਸੈਟ ਆਫ ਹੋ ਚੁੱਕਿਆ, ਆ ਮੇਰਾ ਕਾਊਂਟਰ ਕਲੇਮ ਬਣਦਾ, ਤਾਂ ਇਹ ਵੀ ਆਪਣੀ ਜਿਹੜੀ ਹੈਗੀ ਹੈ ਰਿਟਨ ਸਟੇਟਮੈਂਟ ਹੈਗੀ ਹੈ, ਰਿਟਨ ਸਟੇਟਮੈਂਟ ਦੇ ਨਾਲ ਜਿਹੜੇ ਡਾਕੂਮੈਂਟਸ ਦੀ ਇੱਕ ਲਿਸਟ ਲਾਏਗਾ ਤੇ ਉਹਦਾ ਇੰਡੈਕਸ ਬਣਾਏਗਾ ਉੱਪਰ, ਇੰਡੈਕਸ ਦੇ ਨਾਲ ਜਿਹੜੇ ਡਾਕੂਮੈਂਟ ਤੋਂ ਲਗਾਏ ਜਾ ਰਹੇ ਨੇ, ਜਿੱਥੇ ਇਹ ਕਾਊਂਟਰ ਕਲੇਮ ਕਰ ਰਿਹਾ ਜਾਂ ਸੈਟ ਆਫ ਕਰ ਰਿਹਾ ਜਾਂ ਕੁਝ ਵੀ ਕਹਿ ਰਿਹਾ ਹੈਗਾ ਆਪਦੇ
ਪ੍ਰੂਫ ਵਜੋਂ ਸਾਰੇ ਜਿਹੜੇ ਹੈਗੇ ਡਾਕੂਮੈਂਟ ਨਾਲ ਲਗਾਏਗਾ ਆਪਦੀ ਰਿਟਨ ਸਟੇਟਮੈਂਟ ਨਾਲ। ਜੇਕਰ ਇਹਦੀ ਸੇਮ ਹੀ ਹੈਗਾ, ਜੇਕਰ ਇਹਦੇ ਕੋਲ ਕਬਜ਼ੇ ਦੇ ਵਿੱਚ ਕੋਈ ਡਾਕੂਮੈਂਟ ਨਹੀਂ ਹੈਗਾ, ਕਿਸੇ ਹੋਰ ਦੇ ਕਬਜ਼ੇ ਵਿੱਚ ਹੈਗਾ ਜਾਂ ਪਲੈਂਟਿਫ ਦੇ ਕਬਜ਼ੇ ਵਿੱਚ ਹੈਗਾ, ਤਾਂ ਇਹ ਸਪੈਸੀਫਾਈ ਕਰੇਗਾ ਵੀ ਇਹ ਜਿਹੜਾ ਓਰੀਜਨਲ ਡਾਕੂਮੈਂਟ ਹੈਗਾ, ਠੀਕ ਹੈ, ਕਿਹਦੇ ਕਬਜ਼ੇ ਵਿੱਚ ਹੈਗਾ, ਪਲੈਂਟਿਫ ਜਾਂ ਕਿਸੇ ਹੋਰ ਵਿਅਕਤੀ ਦੇ ਕਬਜ਼ੇ ਵਿੱਚ ਹੈਗਾ, ਜਿਹੜਾ ਕੋਰਟ ਦੇ ਵਿੱਚ ਮਤਲਬ ਕਿ ਪੇਸ਼ ਕੀਤਾ ਜਾਣਾ ਜ਼ਰੂਰੀ ਹੈ। A document which are to be produced in the court by the defendant under this rule but is not so produced shall not without the leave of the court be received in evidence on his behalf at the hearing of the suit। ਜੇਕਰ ਕੋਈ ਡਾਕੂਮੈਂਟ ਹੈਗਾ ਉਹਦੇ ਕੋਲ ਨਹੀਂ, not so produced, produce ਨਹੀਂ ਕੀਤਾ ਹੈਗਾ, ਠੀਕ ਹੈ, ਉਹਨੂੰ ਵਿਟਨੈਸ ਵਜੋਂ ਐਵੀਡੈਂਸ ਵਜੋਂ ਉਹਨੂੰ ਯੂਜ਼ ਕੀਤਾ ਜਾ ਸਕਦਾ, ਪਰ ਜੇਕਰ ਕੋਰਟ ਚਾਹੇ ਤਾਂ ਕਰ ਸਕਦੀ ਹੈ, ਪਰ ਅਦਰਵਾਈਜ਼ shall not without the leave of the court be received in evidence on his behalf at the hearing of the suit। ਜਿਹੜਾ ਡਾਕੂਮੈਂਟ ਡਿਫੈਂਡੈਂਟ ਨੇ ਪੇਸ਼ ਕਰਨਾ ਸੀ ਨਹੀਂ ਕੀਤਾ, ਠੀਕ ਹੈ, ਉਹ ਕੋਰਟ ਦੀ ਮਰਜ਼ੀ ਨਾਲ ਹੀ ਉਹਦੀ ਐਵੀਡੈਂਸ ਵਜੋਂ ਲਿਆ ਜਾ ਸਕਦਾ ਹੈ। Nothing in this rule shall apply to the documents produced for the cross examination of the plaintiff's witness। To refresh his memory, ਆਪਣੀ ਮੈਮਰੀ ਨੂੰ ਰਿਫਰੈਸ਼ ਕਰਨ ਦੇ ਲਈ ਵੀ ਡਾਕੂਮੈਂਟ ਯੂਜ਼ ਕੀਤੇ ਜਾ ਸਕਦੇ ਨੇ। New facts must be specially pleaded। The defendant must raise by his pleadings all the matters which show the suit not to be maintainable or that the transactions is either void or voidable। ਮਤਲਬ ਕਹਿਣ ਦਾ ਭਾਵ ਡਿਫੈਂਡੈਂਟ ਜਿਹੜਾ ਹੈਗਾ ਆਪਣੀ ਜਿਹੜੀ ਪਲੇਂਟ ਹੈ ਉਹਦੇ ਵਿੱਚ ਸਾਰਾ ਕੁਝ ਦੱਸੇਗਾ ਵੀ ਕਿਹੜੀ ਚੀਜ਼ ਮੈਂ ਇਹ ਜਿਹੜਾ ਪਲੇਂਟ ਫਾਈਲ ਕੀਤੀ ਜਾ ਰਹੀ ਹੈ ਕਿਸ ਫਰਾਡ ਦੇ ਬੇਸ ਤੇ ਕੀਤੀ ਗਈ ਹੈ ਜਾਂ ਲਿਮਿਟੇਸ਼ਨ ਤੋਂ ਬਾਹਰ ਹੈਗੀ ਹੈ, ਠੀਕ ਹੈ, ਟੋਟਲ ਜੋ ਕਹਿਣਾ ਚਾਹੁੰਦਾ ਹੈ ਇਕੱਲੇ ਪਹਿਰੇ ਦਾ ਜਵਾਬ ਹੈਗਾ ਡਿਫੈਂਡੈਂਟ ਵੱਲੋਂ ਦਿੱਤਾ ਜਾਏਗਾ। ਜੇਕਰ ਕਿਸੇ ਪਹਿਰੇ ਦਾ ਕੋਈ ਡਿਫੈਂਡੈਂਟ ਜਵਾਬ ਨਹੀਂ ਦਿੰਦਾ ਤਾਂ ਇਟ ਮੀਨਸ ਇਹ ਮੰਨਿਆ ਜਾਏਗਾ ਵੀ ਇਹ ਦਾ ਜਿਹੜਾ ਹੈਗਾ ਇਸ ਨੂੰ ਐਡਮਿਟ ਕਰ ਰਿਹਾ ਹੈ, ਪਹਿਰੇ ਨੂੰ ਉਹਦੇ ਕਲੇਮ ਨੂੰ ਐਡਮਿਟ ਕਰ ਰਿਹਾ ਹੈ। denial to be specific, evasive denial, ਮਤਲਬ ਕਹਿਣ ਦਾ ਭਾਵੇਂ ਇਹ ਸਾਰੇ ਪਹਿਰੇ ਜੇ ਰੂਲ ਨੰਬਰ 3, 4, 5 ਹੈਗੇ ਨੇ, ਇਹਦੇ ਵਿੱਚ ਇਹੀ ਹੈਗਾ ਵੀ ਜੋ ਪਲੇਂਟਿਫ ਜੋ ਕਲੇਮ ਕਰ ਰਿਹਾ ਹੈ ਕਿ ਤੁਸੀਂ ਉਹਨੂੰ ਡਿਨਾਈ ਕਰਦੇ ਹੋ ਜਾਂ ਐਡਮਿਟ ਕਰਦੇ ਹੋ। ਜੇ ਤੁਸੀਂ ਉਹਨੂੰ ਡਿਨਾਈ ਕਰਦੇ ਹੋ ਤਾਂ ਫਿਰ ਤੁਸੀਂ ਉਹਨੂੰ ਅੱਗੇ ਆਪਣੇ ਗਵਾਹਾਂ ਦੇ ਬੇਸਿਸ ਤੇ ਉਸ ਨੂੰ ਪ੍ਰੂਫ ਕਰੋਗੇ, ਠੀਕ ਹੈ, ਨਹੀਂ ਤਾਂ ਫਿਰ ਤੁਸੀਂ ਇਹ ਮੰਨ ਲਿਆ ਜਾਏਗਾ ਤੁਸੀਂ ਇਹ ਜਿਹੜਾ ਹੈਗਾ ਇਫ ਨੋ ਰਿਟਨ ਸਟੇਟਮੈਂਟ ਕੋਰਟ ਪਾਸ ਦਾ ਡਿਗਰੀ, ਤਾਂ ਫਿਰ ਕੋਰਟ ਹੈਗੀ ਹੈ ਉਨੀ ਜੋ ਜਿਸ ਕਲੇਮ ਨੂੰ ਤੁਸੀਂ ਡਿਨਾਈ ਨਹੀਂ ਕਰਦੇ ਤਾਂ ਉਸ ਦੇ ਉਹਨੇ ਕਲੇਮ ਨੂੰ ਜਿਹੜੀ ਕੋਰਟ ਹੈਗੀ ਹੈ ਪਲੇਂਟਿਫ ਦੇ ਹੱਕ ਦੇ ਵਿੱਚ ਡਿਗਰੀ ਪਾਸ ਕਰੇਗੀ। Particulars of set off to be given in the written statement। ਜੋ ਵੀ ਡਿਫੈਂਡੈਂਟ ਕਲੇਮ ਕਰਦਾ ਹੈ, ਠੀਕ ਹੈ, ਆਪਣੀ ਰਿਟਨ ਸਟੇਟਮੈਂਟ ਦੇਗਾ। ਇਫੈਕਟ ਆਫ ਦਾ ਸੈਟ ਆਫ ਕੀ ਹੁੰਦਾ ਹੈ? ਇਫੈਕਟ ਸੇਮ ਹੀ ਹੈ ਵੀ ਹਾਂ ਮੈंने ਵੀ ਇੰਨੇ ਪੈਸੇ ਦੇ ਚੁੱਕੇ ਉਹ ਸਾਬਤ ਕਰੇਗਾ। ਜੇ ਉਹਦਾ ਸੈਟ ਆਫ ਸਾਬਤ ਹੁੰਦਾ ਹੈ ਤਾਂ ਉਹਨਾਂ ਕਲੇਮ ਉਹਦਾ ਘਟ ਜਾਂਦਾ ਹੈ ਡਿਫੈਂਡੈਂਟ ਪਲੈਂਟਿਫ ਦਾ। ਕਾਊਂਟਰ ਕਲੇਮ ਬਾਈ ਦਾ ਡਿਫੈਂਡੈਂਟ ਫਿਰ ਆ ਗਿਆ ਦੁਬਾਰਾ ਉਹੀ 6A ਦੇ ਵਿੱਚ ਡਿਫੈਂਡੈਂਟ ਇਨ ਸੂਟ ਮੇ ਇਨ, ਮਤਲਬ ਕਹਿੰਦਾ ਇਹ ਹੈ ਵੀ ਜੇ ਡਿਫੈਂਡੈਂਟ ਕਾਊਂਟਰ ਕਲੇਮ ਕਰਦਾ ਹੈ, ਠੀਕ ਹੈ, ਤਾਂ ਪਲੈਂਟਿਫ ਨੂੰ ਫਿਰ ਉਹਦੀ ਰਿਟਨ ਸਟੇਟਮੈਂਟ ਦੇਣੀ ਪੈਂਦੀ ਹੈ। ਜਿਵੇਂ ਕਿ ਇੱਕ ਡਿਫੈਂਡੈਂਟ ਨੂੰ ਇਹ ਪ੍ਰਜ਼ੂਮ ਕੀਤਾ ਜਾਵੇਗਾ ਵੀ ਡਿਫੈਂਡੈਂਟ ਨੇ ਇੱਕ ਨਵਾਂ ਦਾਅਵਾ ਦਾਇਰ ਕੀਤਾ ਹੈ ਡਿਫੈਂਡੈਂਟ ਦੇ ਉਹਦੇ ਖਿਲਾਫ, ਪਲੈਂਟਿਫ ਦੇ ਖਿਲਾਫ। ਡਿਫੈਂਡੈਂਟ ਕੋਈ ਕਾਊਂਟਰ ਕਲੇਮ ਕਰਦਾ ਹੈ ਤਾਂ ਪਲੈਂਟਿਫ ਨੂੰ ਉਹਦੀ ਰਿਟਨ ਸਟੇਟਮੈਂਟ ਦੇਣੀ ਪਏਗੀ, ਉਹਦਾ ਜਵਾਬ ਦੇਣਾ ਪਏਗਾ। ਸੱਚ ਕਾਊਂਟਰ ਕਲੇਮ ਸ਼ੈਲ ਹੈਵ ਦਾ ਸੇਮ ਇਫੈਕਟ ਐਜ਼ ਏ ਕ੍ਰਾਸ ਸੂਟ, ਮਤਲਬ ਕਿ ਕਹਿੰਦਾ ਭਾਵ ਇਹ ਇੱਕ ਤਰ੍ਹਾਂ ਦਾ ਕ੍ਰਾਸ ਸੂਟ ਹੋ ਗਿਆ। ਸੈਪਰੇਟ ਸੂਟ ਵੀ ਫਾਈਲ ਕੀਤਾ ਜਾ ਸਕਦਾ ਡਿਫੈਂਡੈਂਟ ਵੱਲੋਂ। ਜਦੋਂ ਪਲੈਂਟਿਫ ਨੇ ਸੂਟ ਫਾਈਲ ਕੀਤਾ ਹੈ, ਡਿਫੈਂਡੈਂਟ ਨੇ ਸੂਟ ਫਾਈਲ ਕੀਤਾ, ਉਹਨੂੰ ਅਸੀਂ ਕ੍ਰਾਸ ਸੂਟ ਕਹਿ ਦਿੰਦੇ ਹਾਂ। ਪਰ ਜੇ ਇੱਕੋ ਸੂਟ ਦੇ ਵਿੱਚ ਕਿਸੇ ਨੇ ਕਾਊਂਟਰ ਕਲੇਮ ਕਰ ਲਿਆ ਤਾਂ ਇਹ ਵੀ ਜਸਟ ਇਕੁਅਲ ਟੂ ਦਾ ਕ੍ਰਾਸ ਸੂਟ ਮੰਨਿਆ ਜਾਂਦਾ ਹੈ। Effect of 6D exclusion of the counter claim to be stated। 6D ਦੇ ਵਿੱਚ ਕੀ ਕਿਹਾ? Effect of discontinuance of the suit if in any case in which the defendant sets up a counter claim। defendant ਨੇ counter claim set up ਕੀਤਾ ਹੈ
द सूट ऑफ द प्लेंटिफ इज स्टेट, ठीक है, डिसकंटिन्यू हो जाएगा, डिसमिस हो जाएगा जे सारा सबूत हो जाता है। डिफॉल्ट ऑफ द प्लेंटिफ टू रिप्लाई काउंटर क्लेम, जे काउंटर क्लेम ਨੂੰ ਰਿਪਲਾਈ ਨਹੀਂ ਕਰਦਾ प्लेंटिफ ਜਿਹੜਾ ਹੈਗਾ ਤਾਂ ਇਹ ਮੰਨ ਲਿਆ ਜਾਏਗਾ ਵੀ ਜਿਹੜਾ ਹੈਗਾ ਕਾउंटर क्लेम ਉਸਨੇ ਕੀਤਾ डिफेंडेंट ਨੇ ਤਾਂ प्लेंटिफ ਉਸ ਨੂੰ ਐਡਮਿਟ ਕਰਦਾ ਹੈ, ਠੀਕ ਹੈ, ਫਿਰ ਉਹਦੇ ਅਕੋਰਡਿੰਗ ਜਿਹੜੀ ਕੋਰਟ ਹੈ ਫੈਸਲਾ ਕਰੇਗੀ। ਰਿਲੀਫ ਟੂ ਅ डिफेंडेंट ਵੇਅਰ काउंटर क्लेम ਸਕਸੀਡਸ, ਦੇਖੋ ਜਿੱਥੇ ਕਾउंटर क्लेम ਸਕਸੀਡ ਹੋ ਗਿਆ डिफेंडेंट ਦਾ ਤਾਂ ਉਹਨੂੰ ਕੋਰਟ ਨੇ ਕੀ ਰਿਲੀਫ ਦੇਣੀ ਹੈ, ਜੋ ਕਾउंटर क्लेम ਉਹਨੇ ਕੀਤਾ ਸੀਗਾ ਮੇਬੀ ਉਹਨੇ 5 ਲੱਖ ਦੀ ਡਿਗਰੀ ਪਾਈ ਸੀਗੀ, 5 ਲੱਖ ਰੁਪਏ ਦੀ ਡਿਗਰੀ ਮੰਗੀ ਸੀਗੀ ਤੇ ਇਹਦੇ ਹੱਕ ਦੇ ਵਿੱਚ 8 ਲੱਖ ਦੀ ਡਿਗਰੀ ਪਾਸ ਹੋ ਗਈ ਤਾਂ ਜਿਹੜਾ ਕੀ ਹੋਏਗਾ ਤਾਂ 3 ਲੱਖ ਰੁਪਏ ਦਾ ਜਿਹੜਾ ਦਾਵਾ ਹੈਗਾ ਉਹ ਡਿਗਰੀ ਇਹਦੇ ਹੱਕ ਦੇ ਵਿੱਚ ਹੋਇਆ, ਡਿਫੈਂਡੈਂਟ ਦੇ ਹੱਕ ਦੇ ਵਿੱਚ ਹੋ ਚੁੱਕਿਆ ਹੈ, ਤਾਂ प्लेंटिफ ਨੂੰ 3 ਲੱਖ ਰੁਪਏ ਦੇਣਾ ਪਏਗਾ। ਰੂਲਸ ਰਿਲੇਟਿੰਗ ਟੂ ਰਿਟਨ ਸਟੇਟਮੈਂਟ ਅਪਲਾਈ, ਇਹ ਜਿਹੜਾ ਕਾउंटर क्लेम ਹੈ, काउंटर क्लेम ਦੇ ਵਿੱਚ ਕੋਈ ਮਤਲਬ काउंटर क्लेम ਕਰਨਾ, ਉਹਦੀ ਰਿਪਲਾਈ ਦੇਣੀ, ਇਹ ਜਿਵੇਂ ਕਿ ਅਸੀਂ ਪਲੇਨ ਫਾਈਲ ਕਰਦੇ ਹਾਂ, ਰਿਟਨ ਸਟੇਟਮੈਂਟ ਦਿੰਦੇ ਹਾਂ, ਸੇਮ ਰੂਲ ਇਹਦੇ ਪਰ ਅਪਲਾਈ ਹੁੰਦੇ ਆ। Defense or set off founded upon separate grounds, no ground of the defense, subsequent pleadings, ਜਿੱਥੇ ਕਿਤੇ subsequent pleading file ਹੁੰਦੀ ਹੈ ਤਾਂ ਕੋਰਟ ਕਿਸੇ ਵੀ ਸਟੇਜ ਤੇ ਜਿਹੜੀ ਪਾਰਟੀ ਹੈਗੀ ਆ ਉਸ ਨੂੰ the court may at any stage require a written statement or additional written statement ਮੰਗ ਸਕਦੀ ਹੈ ਕੋਰਟ 30 days ਦੇ ਅੰਦਰ ਅੰਦਰ। ਜਿੱਥੇ ਰੂਲ ਨੰਬਰ 10 ਕੀ ਕਿਹਾ ਗਿਆ ਹੈ, ਜਿੱਥੇ ਪ੍ਰੋਸੀਜਰ when party fails to present written statement calls for by the court, ਕੋਰਟ ਜਿਹੜੀ ਹੈਗੀ ਹੈ ਜਜਮੈਂਟ ਪ੍ਰੋਨਾਂਸ ਵੀ ਕਰ ਸਕਦੀ ਹੈ ਜਾਂ ਕੋਰਟ ਉਸ ਨੂੰ ਸਮਾਂ ਵੀ ਦੇ ਸਕਦੀ ਹੈ ਰਿਟਨ ਸਟੇਟਮੈਂਟ ਫਾਈਲ ਕਰਨ ਦੇ ਲਈ। ਨੈਕਸਟ ਹੈਗਾ ਆਰਡਰ ਨੰਬਰ 9, ਅਪੀਅਰੈਂਸ ਆਫ ਦ ਪਾਰਟੀਜ਼ ਐਂਡ ਕੰਸੀਕੁਐਂਸਸ ਆਫ ਨਾਨ ਅਪੀਅਰੈਂਸ। ਜਦੋਂ ਸਮਨਿੰਗ ਹੋ ਜਾਂਦੀ ਹੈ ਪਾਰਟੀਆਂ ਨੂੰ, ਪਲੈਂਟਰ ਨੂੰ ਤੇ ਡਿਫੈਂਡੈਂਟ ਨੂੰ, ਫਿਰ ਪਾਰਟੀਆਂ ਨੇ ਅਪੀਅਰ ਹੋਣਾ ਹੁੰਦਾ ਕੋਰਟ ਦੇ ਵਿੱਚ, ਠੀਕ ਹੈ। ਇੱਥੇ 3-4 ਰੂਲ ਇਹਦੇ ਵਿੱਚ ਦੱਸੇ ਗਏ ਨੇ ਵੀ ਜੇ ਕੋਈ ਪਾਰਟੀ ਅਪੀਅਰ ਹੁੰਦੀ ਹੈ ਜਾਂ ਨਹੀਂ ਹੁੰਦੀ ਤਾਂ ਕੋਰਟ ਕੀ ਕਰਦੀ ਹੈ, ਪਾਰਟੀਜ਼ ਟੂ ਅਪੀਅਰ ਔਨ ਡੇ ਫਿਕਸਡ ਇਨ ਸਮਨਸ ਫਾਰ ਦ ਡਿਫੈਂਡੈਂਟ ਟੂ ਅਪੀਅਰ ਐਂਡ ਆਨਸਰ। ਜਦੋਂ ਸਮਨ ਭੇਜਿਆ ਜਾਂਦਾ ਡਿਫੈਂਡੈਂਟ ਨੂੰ ਤਾਂ ਉਹ 'ਚ ਡੇਟ ਫਿਕਸ ਕੀਤੀ ਜਾਂਦੀ ਹੈ ਵੀ ਤੁਸੀਂ ਕਿਸ ਡੇਟ ਨੂੰ ਅਪੀਅਰ ਹੋਣਾ ਹੈ ਤੇ ਆਪਦਾ ਜਿਹੜਾ ਤੁਸੀਂ ਆਨਸਰ ਦੇਣਾ ਹੈ। ਡਿਸਮਿਸਲ ਆਫ ਦਾ ਸੂਟ ਵੈਰ ਸਮਨਸ ਨਾਟ ਸਰਵਡ ਇਨ ਕੰਸੀਕੁਐਂਸ ਆਫ ਦ ਪਲੈਂਟਿਫਸ ਫੇਲਰ ਟੂ ਪੇ ਦਾ ਕਾਸਟ। ਸਮਨਿੰਗ ਦੀ ਕੁਝ ਕਾਸਟ ਹੁੰਦੀ ਹੈ ਜਿਹਨੂੰ ਤਲਵਾਨਾ ਵਗੈਰਾ ਅਸੀਂ ਕਹਿ ਦਿੰਦੇ ਹਾਂ ਆਪਣੇ ਰੈਵਨਿਊ ਦੇ ਲੈਂਗੁਏਜ ਦੇ ਵਿੱਚ, ਠੀਕ ਹੈ। ਉਹਦੀ ਜੇ ਕੋਈ ਫੀਸ ਜਿਹੜਾ ਹੈਗਾ ਡਿਫੈਂਡੈਂਟ ਪਲੈਂਟਿਫ ਜਿਹੜਾ ਸਮਨ ਦੀ ਫੀਸ ਨਹੀਂ ਪੇ ਕਰਦਾ ਕੋਰਟ ਦੇ ਵਿੱਚ, ਠੀਕ ਹੈ, ਤਾਂ ਡਿਸਮਿਸ ਕੀਤਾ ਜਾ ਸਕਦਾ ਸੂਟ ਨੂੰ ਕੋਰਟ ਵੱਲੋਂ। ਵੇਅਰ ਨਾਈਦਰ ਪਾਰਟੀ ਅਪੀਅਰਸ ਸੂਟ ਟੂ ਬੀ ਡਿਸਮਿਸ, ਜਿੱਥੇ ਕਿਤੇ ਦੋਵੇਂ ਪਾਰਟੀ ਕੋਰਟ ਵਿੱਚ ਹਾਜ਼ਰ ਨਹੀਂ ਹੁੰਦੀਆਂ ਸਮਨਿੰਗ ਹੋਣ ਤੋਂ ਬਾਅਦ, ਨਾ ਪਲੈਂਟਿਫ ਤੇ ਨਾ ਡਿਫੈਂਡੈਂਟ, ਤਾਂ ਜਿਹੜੀ ਕੋਰਟ ਹੈਗੀ ਹੈ ਉਹ ਸੂਟ ਨੂੰ ਡਿਸਮਿਸ ਕਰ ਦਿੰਦੀ ਹੈ। Plaintiff may bring fresh suit or court may restore suit to file। ਜਿੱਥੇ ਕਿਤੇ ਨਾਨ ਅਪੀਅਰੈਂਸ ਦੇ ਕਾਰਨ, ਜਿਵੇਂ ਤੁਸੀਂ ਪਾਰਟੀਜ਼ ਦੇ ਕੇਸ ਸੁਣੋਗੇ ਤੁਹਾਡੇ ਤੇ ਵੀ ਇਹ ਰੂਲ ਸੇਮ ਅਪਲਾਈ ਹੋਣਗੇ, ਠੀਕ ਹੈ। ਜਿੱਥੇ ਕਿਤੇ ਮਤਲਬ ਕਿ ਨਾਨ ਅਪੀਅਰੈਂਸ ਦੇ ਕਾਰਨ ਜਿਹੜੀ ਸੂਟ ਹੈਗਾ ਡਿਸਮਿਸ ਹੋ ਚੁੱਕਿਆ ਹੈ ਤਾਂ plaintiff may bring fresh suit or court may restore a suit to file। ਉਸ ਸੂਟ ਨੂੰ ਰੀਸਟੋਰ ਵੀ ਕੀਤਾ ਜਾ ਸਕਦਾ ਹੈ, ਨਵਾਂ ਸੂਟ ਵੀ ਫਾਈਲ ਕੀਤਾ ਜਾ ਸਕਦਾ ਹੈ। ਰੂਲ ਨੰਬਰ 5 ਕੀ ਕਿਹਾ ਗਿਆ, ਡਿਸਮਿਸਲ ਆਫ ਦਾ ਸੂਟ ਵੇਅਰ ਪਲੈਂਟਿਫ ਆਫਟਰ ਸਮਨਸ ਰਿਟਰਨਡ ਅਨਸਰਵਡ। ਸਮਨ ਭੇਜੇ ਸੀਗੇ ਵੇਅਰ ਪਲੈਂਟਿਫ, ਡਿਸਮਿਸਲ ਆਫ ਸੂਟ ਵੇਅਰ ਪਲੈਂਟਿਫ ਆਫਟਰ ਸਮਨਸ ਰਿਟਰਨਡ ਅਨਸਰਵਡ ਫੇਲਸ ਫਾਰ 7 days ਟੂ ਅਪਲਾਈ ਫਾਰ ਫਰੈਸ਼ ਸਮਨਸ। ਜਦੋਂ ਕੋਈ ਸਮਨ ਕੋਰਟ ਵੱਲੋਂ ਭੇਜੇ ਜਾਂਦੇ ਆ ਅਨਸਰਵ ਹੋ ਕੇ ਵਾਪਸ ਆ ਜਾਂਦੇ ਨੇ, ਸਰਵਿਸ ਸਮਨ ਮਤਲਬ ਸਮਨ ਦੀ ਜਿਹੜੀ ਸਰਵਿਸ ਨਹੀਂ ਹੁੰਦੀ ਹੈਗੀ, ਫਿਰ ਪਲੈਂਟਿਫ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਨਵੇਂ ਸਮਨ ਜਾਰੀ ਕਰਵਾਉਣਾ, ਪਲੈਂਟਿਫ ਦੀ ਰਿਸਪੌਂਸਿਬਿਲਿਟੀ ਬਣ ਜਾਂਦੀ ਨਵੇਂ ਸਮਨ ਜਾਰੀ ਕਰਵਾਉਣਾ। ਫਿਰ ਉਹ 7 days ਦੇ ਅੰਦਰ ਅੰਦਰ ਜਿਹੜੀ ਕੋਰਟ ਦੇ ਵਿੱਚ ਜਿਹੜੇ ਹੈਗੀ ਹੈ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਕੋਰਟ ਦੇ ਵਿੱਚ, ਤੇ ਨਾਲ ਹੀ ਜਿਹੜੀ ਫੀਸ ਹੈਗੀ ਉਹ ਜਮ੍ਹਾਂ ਕਰਾਈ ਜਾਂਦੀ ਹੈ। ਜੇ ਕਿਤੇ ਪਲੈਂਟਿਫ ਵੱਲੋਂ ਇਹ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਕੋਰਟ ਸ਼ੈਲ ਮੇਕ ਐਨ ਆਰਡਰ that the suit dismissed as against such defendant unless the plaintiff has within set period satisfy the court। ਜੇਕਰ ਕੋਰਟ ਜਿਹੜੀ ਪਲੈਂਟਿਫ ਹੈਗਾ ਕੋਰਟ ਨੂੰ ਸੈਟੀਸਫਾਈ ਕਰਾਉਣ ਦਾ ਗੱਲ ਵੱਖਰੀ ਹੈ, ਨਹੀਂ ਤਾਂ ਫਿਰ ਉਹਨਾਂ ਡਿਫੈਂਡੈਂਟਾਂ ਦੇ ਅਗੇਂਸਟ ਜਿਹੜਾ ਹੈਗਾ ਜਿਹੜਾ ਦਾਵਾ ਹੈ ਜਿਨ੍ਹਾਂ ਨੂੰ
ਸਮਨਿੰਗ ਨਹੀਂ ਹੋ ਪਾ ਰਹੀ, ਉਹਨਾਂ ਦੇ ਅਗੇਂਸਟ ਜਿਹੜਾ ਦਾਵਾ ਦਾਇਰ ਕੀਤਾ ਗਿਆ ਪਲੈਂਟਿਫ ਦਾ, ਉਹਨਾਂ ਪਾਰਟੀਆਂ ਦੇ ਅਗੇਂਸਟ ਜਿਹੜਾ ਦਾਵਾ ਰੱਦ ਕਰ ਦਿੱਤਾ ਜਾਂਦਾ ਹੈ। ਪ੍ਰੋਸੀਜਰ ਵੈਨ ਓਨਲੀ ਪਲੈਂਟਿਫ ਅਪੀਅਰਸ, ਜਿੱਥੇ ਕਿਤੇ ਪਲੈਂਟਿਫ ਕਾਲਾ ਅਪੀਅਰ ਹੁੰਦਾ ਹੈ, ਜਦੋਂ ਸਮਨ ਡਿਊਲੀ ਸਰਵ ਹੋ ਜਾਂਦੇ ਨੇ, ਪਲੈਂਟਿਫ ਅਪੀਅਰ ਹੁੰਦਾ, ਡਿਫੈਂਡੈਂਟ ਹਾਜ਼ਰ ਨਹੀਂ ਹੁੰਦਾ, ਤਾਂ ਜਿਹੜਾ ਦਾਵਾ ਹੈਗਾ ਐਕਸ ਪਾਰਟੀ ਕਰ ਦਿੱਤਾ ਜਾਂਦਾ ਹੈ। ਠੀਕ ਹੈ, ਅੱਗੇ ਪ੍ਰੋਸੀਡ ਹੋ ਜਾਂਦਾ ਹੈ। ਵੈਨ ਸਮਨਸ ਨਾਟ ਡਿਊਲੀ ਸਰਵ, ਜੇ ਸਮਨ ਸਰਵ ਨਹੀਂ ਹੋਏ ਤਾਂ ਸਮਨ ਦੁਆਰਾ ਜਾਰੀ ਕੀਤੇ ਜਾਂਦੇ ਨੇ। ਟੂ ਇਸ਼ੂਡ ਐਂਡ ਸਰਵ ਔਨ ਦਾ ਡਿਫੈਂਡੈਂਟ। ਵੈਨ ਸਮਨ ਸਰਵ ਬਟ ਨਾਟ ਇਨ ਡਿਊ ਟਾਈਮ, ਸਮਨ ਤਾਂ ਭੇਜੇ ਗਏ ਸੀਗੇ ਪਰ ਸਮੇਂ ਦੇ ਮੁਤਾਬਕ ਨਹੀਂ ਭੇਜੇ ਗਏ, ਤੇ ਜਿਹੜੀ ਪਾਰਟੀ ਸੀਗੀ, ਡਿਫੈਂਡੈਂਟ ਪਾਰਟੀ ਸੀ, ਉਹਨੂੰ ਸਮਾਂ ਨਹੀਂ ਮਿਲਿਆ ਉਹਨਾਂ ਜਿੰਨਾ ਚਾਹੀਦਾ ਸੀ, ਜਿਸ ਦੌਰਾਨ ਉਹ ਕੋਰਟ ਦੇ ਵਿੱਚ ਹਾਜ਼ਰ ਹੋ ਸਕਦਾ। ਠੀਕ ਹੈ, ਸ਼ੈਲ ਟੈਕ ਨੋਟਿਸ ਆਫ ਦਾ ਡੇ ਟੂ ਗਿਵਨ ਟੂ ਦਾ ਡਿਫੈਂਡੈਂਟ, ਫਿਰ ਦੁਬਾਰਾ ਸਮਨ ਭੇਜਿਆ ਜਾ ਸਕਦਾ ਹੈ ਅਗਲੀ ਡੇਟ ਦੇ ਲਈ। ਵੇਅਰ ਇਟ ਇਜ਼ ਓਇੰਗ ਟੂ ਦਾ ਪਲੈਂਟਿਵਸ ਡਿਫਾਲਟ, ਜਿੱਥੇ ਕਿਤੇ ਲੱਗਦਾ ਕੋਰਟ ਨੂੰ ਵੀ ਪਲੈਂਟਿਵ ਦਾ ਡਿਫਾਲਟ ਹੈ ਸਮਨਿੰਗ ਕਰਾਉਣ ਦੇ ਵਿੱਚ, ਠੀਕ ਹੈ, ਤਾਂ ਕੋਰਟ ਸ਼ੈਲ ਆਰਡਰ ਦਾ ਪਲੈਂਟਿਵ ਟੂ ਪੇ ਦਾ ਕਾਸਟ। ਬਾਰ-ਬਾਰ ਸਮਾਂ ਲਿਆ ਜਾ, ਬਾਰ-ਬਾਰ ਡੇਟ ਪੋਸਟਪੋਨ ਹੋਈ ਜਾ ਰਹੀ ਹੈ, ਠੀਕ ਹੈ, ਤਾਂ ਕੋਰਟ ਜਿਹੜੀ ਕੋਸਟ ਪਾ ਸਕਦੀ ਹੈ ਪਲੈਂਟਿਵ ਨੂੰ ਵੀ। ਨੈਕਸਟ ਹੈ ਰੂਲ ਨੰਬਰ 7, ਪ੍ਰੋਸੀਜਰ ਵੇਅਰ ਡਿਫੈਂਡੈਂਟ ਅਪੀਅਰਸ ਔਨ ਦਾ ਡੇ ਔਰ ਅਡਜਰਨਡ ਹੀਅਰਿੰਗ ਐਂਡ ਅਸਾਈਨਸ ਗੁੱਡ ਕਾਜ਼ ਆਫ ਪ੍ਰੀਵੀਅਸ ਨੋਨ ਅਪੀਅਰੈਂਸ। ਇੱਥੇ ਕਿਤੇ ਡਿਫੈਂਡੈਂਟ ਨੇ ਅਪੀਅਰ ਤਾਂ ਹੋ ਜਾਂਦੇ ਨੇ ਅਗਲੀ ਡੇਟ ਤੇ ਜਾ ਕੇ, ਪਰ ਜਿਹੜੀ ਪਹਿਲਾਂ ਡੇਟਾਂ ਤੇ ਫਿਕਸ ਸੀਗੀਆਂ ਨਹੀਂ ਹਾਜ਼ਰ ਹੋ ਸਕੇ, ਆਪਦਾ ਕਾਰਨ ਦੱਸਦੇ ਨੇ, ਅਦਰਵਾਈਜ਼ ਵੀ ਹਾਰਟ ਇਨ ਆਨਸਰ, ਤਾਂ ਕੋਰਟ ਉਹਨਾਂ ਦਾ ਆਨਸਰ ਲੈ ਸਕਦੀ ਹੈਗੀ ਹੈ। ਟੂ ਸੂਟ ਐਜ਼ ਇਫ ਹੀ ਹੈਡ ਅਪੀਅਰਡ ਔਨ ਦਾ ਡੇ ਫਿਕਸਡ ਫਾਰ ਦਾ ਅਪੀਅਰੈਂਸ, ਇਹੀ ਸਮਝਿਆ ਜਾਏਗਾ ਵੀ ਇਹ ਅੱਜ ਹਾਜ਼ਰ ਹੋਏ ਨੇ। ਪ੍ਰੋਸੀਜਰ ਵੇਅਰ ਡਿਫੈਂਡੈਂਟ ਓਨਲੀ ਅਪੀਅਰ, ਜਿੱਥੇ ਕਿਤੇ ਡਿਫੈਂਡੈਂਟ ਓਨਲੀ ਅਪੀਅਰ ਹੁੰਦਾ, ਪਲੈਂਟਿਫ ਆਂਦਾ ਨਹੀਂ ਤਾਂ ਸੂਟ ਡਿਸਮਿਸ ਕਰ ਦਿੱਤਾ ਜਾਂਦਾ ਹੈ। ਡਿਗਰੀ ਅਗੇਂਸਟ ਪਲੈਂਟਿਫ ਬਾਈ ਦਾ ਡਿਫਾਲਟ, ਬਾਰ ਫਰੈਸ਼ ਸੂਟ। Degree against plaintiff by default bar fresh suit, the court shall make an order setting aside the dismissal upon such terms as to cross, ਜਿੱਥੇ ਕਿਤੇ where the suit is wholly or partly dismissed under rule 8 ਦੇ ਤਹਿਤ ਹਾਜ਼ਰ ਨਹੀਂ ਹੋਏ ਸੀਗੇ, dismiss ਕਰ ਦਿੱਤਾ, ਤਾਂ plaintiff shall be precluded from bringing a fresh suit in respect of the same cause of action, but he may apply for an order to set, ਉਹ ਸੂਟ ਨੂੰ ਡਿਸਮਿਸ ਕਰਨ ਦੇ ਲਈ ਜਿਹੜੀ ਹੈਗੀ ਅਪਲਾਈ ਕਰ ਸਕਦਾ ਕੋਰਟ ਦੇ ਵਿੱਚ, ਤਾਂ ਕੋਰਟ ਦੇਖੇਗੀ ਕੋਰਟ ਨੇ ਕੀ ਕਰਨਾ ਹੈ। ਜਿਹੜਾ ਪਹਿਲਾ ਆਰਡਰ ਹੈ ਕੋਰਟ ਉਸ ਨੂੰ ਵਾਪਸ ਵੀ ਲੈ ਸਕਦੀ ਹੈ। ਰੂਲ ਨੰਬਰ 10 ਦੇ ਵਿੱਚ ਕੀ ਕਿਹਾ ਗਿਆ, ਪ੍ਰੋਸੀਜਰ ਇਨ ਕੇਸ ਆਫ ਨਾਨ ਅਟੈਂਡੈਂਸ ਆਫ ਵਨ ਔਰ ਮੋਰ ਸੈਵਰਲ ਪਲੈਂਟਿਵਸ, ਜੇ ਕੁਝ ਪਲੈਂਟਿਵ ਹੈਗੇ ਨਾਨ ਹਾਜ਼ਰ ਨਹੀਂ ਹੋ ਰਹੇ, ਵਨ ਔਰ ਮੋਰ ਜ਼ਿਆਦਾ ਬੰਦੇ ਨੇ, ਇੱਕ ਦੋ ਵਿੱਚੋਂ ਹਾਜ਼ਰ ਆਉਂਦਾ, ਇੱਕ ਦੋ ਵਿੱਚੋਂ ਹਾਜ਼ਰ ਨਹੀਂ ਆਉਂਦਾ, ਤਾਂ ਕੋਰਟ ਜਿਹੜਾ ਕੇਸ ਹੈਗਾ ਉਸ ਨੂੰ ਪ੍ਰੋਸੀਡ ਕਰੇਗੀ ਫਰਦਰ, ਵੀ ਅਗਲੀ ਕਾਰਵਾਈ ਇੱਦਾਂ ਹੀ ਰੈਗੂਲਰ ਚਾਲੂ ਰੱਖੇਗੀ। ਇਸੇ ਤਰੀਕੇ ਜਿਵੇਂ ਨਾਟ ਅਟੈਂਡੈਂਸ ਉਹਦਾ, ਜੇ ਡਿਫੈਂਡੈਂਟ ਜ਼ਿਆਦਾ ਹੈਗੇ, ਵਿੱਚੋਂ 2-4 ਆ ਰਹੇ, 2-4 ਨਹੀਂ ਆ ਰਹੇ, ਤਾਂ ਵੀ ਜਿਹੜੀ ਕੇਸ ਦੀ ਜਿਹੜੀ ਕਾਰਵਾਈ ਹੈਗੀ ਉਹ ਤੇ ਸਟਕ ਆਫ ਨਹੀਂ ਹੋਏਗੀ, ਮਤਲਬ ਕਿ ਸਟੇ ਨਹੀਂ ਕਰੇਗੀ, ਤਾਂ ਕੇਸ ਅੱਗੇ ਚੱਲਦਾ ਰਹੇਗਾ। Consequence of the non-attendance without sufficient cause shown of the party ordered to appear in person, where the plaintiff or defendant who has been ordered to appear in person does not appear in person or show sufficient cause, तो subsection of the कई बारी की ਹੁੰਦਾ है कोटा person in person बुलांदी हैगियां ने, failing to so to appear he shall be subject to all the provisions, ਜਿਵੇਂ ਪਿਛਲੇ ਉੱਪਰ ਜਿਹੜੇ ਪ੍ਰੋਵੀਜ਼ਨਸ ਹੈਗੀਆਂ ਨੇ ਉਹ ਸਾਰੀਆਂ ਉੱਤੇ ਲਾਗੂ ਹੋਣਗੀਆਂ, ਜੇ ਕੋਈ ਹਾਜ਼ਰ ਆਇਆ ਜਾਂ ਨਹੀਂ ਆਇਆ, ਕਿਉਂ ਨਹੀਂ ਆਇਆ ਹੈਗਾ। ਇਹ ਅੱਗੇ ਹੈਗਾ ਸੈਟਿੰਗ ਐਕਸ ਪਾਰਟੀ ਡਿਗਰੀ, ਅਸੀਂ ਕਿੱਥੇ ਕਰਦੇ ਹਾਂ, ਜਿੱਥੇ ਐਕਸ ਪਾਰਟੀ ਡਿਗਰੀ ਹੋ ਜਾਂਦੀ, ਜਦੋਂ ਪਾਰਟੀਆਂ ਹਾਜ਼ਰ ਨਹੀਂ ਆਉਂਦੀਆਂ, ਡਿਫੈਂਡੈਂਟ ਨੂੰ ਸਮਨਿੰਗ ਹੁੰਦੀ ਹੈ, ਤੇ ਸਮਨਿੰਗ ਹੋਣ ਦੇ ਬਾਵਜੂਦ ਵੀ ਪਾਰਟੀ ਜਿਹੜੀ ਡਿਫੈਂਡੈਂਟ ਪਾਰਟੀ ਹਾਜ਼ਰ ਨਹੀਂ ਆਉਂਦੀ, ਇੱਕ ਪਾਰਟੀ ਨਹੀਂ ਆਉਂਦੀ, ਦੋ ਪਾਰਟੀਆਂ ਨਹੀਂ ਆਉਂਦੀਆਂ, ਤਿੰਨ ਨੇ, ਜੇ ਡਿਫੈਂਡੈਂਟ ਜ਼ਿਆਦਾ ਹੈਗੇ ਆ, ਜਿੰਨੇ ਵੀ ਡਿਫੈਂਡੈਂਟ ਵਿੱਚੋਂ ਹਾਜ਼ਰ ਸਮਨਿੰਗ ਹੋਣ ਦੇ ਬਾਵਜੂਦ ਵੀ ਹਾਜ਼ਰ ਨਹੀਂ ਆਉਂਦੇ, ਉਹਨਾਂ ਪਾਰਟੀਆਂ ਦੇ ਖਿਲਾਫ, ਉਹਨਾਂ ਡਿਫੈਂਡੈਂਟ ਦੇ ਖਿਲਾਫ ਜਿਹੜਾ ਦਾਵਾ ਹੈਗਾ ਐਕਸ ਪਾਰਟੀ ਕਰ ਦਿੱਤਾ ਜਾਂਦਾ ਹੈ, ਤੇ ਕੇਸ ਜਿਹੜਾ ਹੈਗਾ ਕਿ ਪ੍ਰੋਸੀਡ ਚੱਲਦਾ ਰਹਿੰਦਾ ਹੈ ਫਰਦਰ। ਠੀਕ ਹੈ, ਪਰ ਕਿਸੇ ਵੀ ਸਟੇਜ ਤੇ ਜੇ ਕੋਈ ਪਾਰਟੀ ਹਾਜ਼ਰ ਆਉਂਦੀ ਹੈ, ਠੀਕ ਹੈ, ਐਪਲੀਕੇਸ਼ਨ ਦੇ ਸਕਦੀ ਹੈ ਦੁਬਾਰਾ ਹਾਜ਼ਰ ਹੋਣ ਦੇ ਲਈ, ਤਾਂ ਕੋਰਟ ਸ਼ੈਲ ਸੈਟ ਅਸਾਈਡ ਡਿਗਰੀ ਪਾਸਡ ਐਕਸ ਪਾਰਟੀ ਦਾ, ਜਿਹੜੀ ਕੋਰਟ ਹੈਗੀ ਜਿਹੜੀ ਐਕਸ ਪਾਰਟੀ ਡਿਗਰੀ ਪਾਸ ਹੋਈ ਹੈ ਉਹਨੂੰ ਸੈਟ ਅਸਾਈਡ ਕਰ ਸਕਦੀ ਹੈ।
ground that there has been a irregularity in service of summons, ਜਿੱਥੇ ਕੋਰਟ ਨੂੰ ਲੱਗਦਾ ਵੀ ਜਿਹੜੀ ਸਮਨਿੰਗ ਹੈ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਪਾਈ, ਠੀਕ ਹੈ, ਉੱਥੇ ਜਿਹੜੀ ਕੋਰਟ ਹੈ ਦੁਬਾਰਾ ਉਸ ਨੂੰ ਸੈਟ ਡਿਗਰੀ ਨੂੰ ਸੈਟੀਸਫਾਈਡ ਕਰਕੇ ਤੇ ਦੁਬਾਰਾ ਪਾਰਟੀਆਂ ਦਾ ਜਿਹੜਾ ਸਟੇਟਮੈਂਟ ਹੈਗੀ ਰਿਟਨ ਜਵਾਬ ਦਵਾ ਲੈ ਸਕਦੀ ਹੈ। ਜਿੱਥੇ ਕਿਤੇ ਡਿਗਰੀ ਸੈਟੀਸਫਾਈਡ, ਪਹਿਲਾਂ ਡਿਗਰੀ ਸੈਟੀਸਫਾਈਡ ਹੋ ਚੁੱਕੀ, ਡਿਗਰੀ ਐਕਸਪਰਟ ਦੀ ਡਿਗਰੀ ਪਾਸ ਹੋ ਚੁੱਕੀ ਪਹਿਲਾਂ, ਠੀਕ ਹੈ, ਐਕਸਪਰਟ ਦੀ ਡਿਗਰੀ ਨੂੰ ਸੈਟੀਸਫਾਈਡ ਕਰਨਾ ਹੈ ਕਿਸੇ ਪਾਰਟੀ ਦੀ ਐਪਲੀਕੇਸ਼ਨ ਦੇ ਉੱਪਰ, ਸੈਟੀਸਫਾਈਡ ਤਦ ਹੀ ਕੀਤੀ ਜਾ ਸਕਦੀ ਜਦੋਂ ਦੂਜੀ ਪਾਰਟੀ ਦੀ ਹਾਜ਼ਰੀ ਦੇ ਵਿੱਚ ਦੂਜੀ ਪਾਰਟੀ ਨੂੰ ਨੋਟਿਸ ਭੇਜ ਕੇ ਹੀ ਕੋਈ ਡਿਗਰੀ ਨੂੰ ਸੈਟੀਸਫਾਈਡ ਕਰ ਸਕਦੇ ਆ, ਅਦਰਵਾਈਜ਼ ਨਹੀਂ ਕੀਤੀ ਜਾ ਸਕਦੀ ਕੋਰਟ ਵੱਲੋਂ। ਆਰਡਰ ਨੰਬਰ 9 ਕੀ ਹੈਗਾ? ਐਗਜ਼ਾਮੀਨੇਸ਼ਨ ਦਾ ਪਾਰਟੀਜ਼ ਬਾਈ ਦਾ ਕੋਰਟ, ਜਦੋਂ ਮਤਲਬ ਕਿ ਕੇਸ ਚੱਲ ਰਿਹਾ ਹੁੰਦਾ, ਸੂਟ ਫਾਈਲ ਕੀਤਾ ਗਿਆ ਪਲੈਂਟਿਫ ਵੱਲੋਂ, ਤਾਂ ਕੋਰਟ ਸ਼ੈਲ ਰਿਕਾਰਡ ਸੱਚ admissions and denials, party कोई ascertainment whether allegations in pleadings are admitted or denied। ਕੋਰਟ ਵੱਲੋਂ ਪਾਰਟੀ ਨੂੰ ਪੁੱਛਿਆ ਜਾ ਸਕਦਾ ਹੈ ਵੀ ਤੁਸੀਂ ਕੀ ਜਿਹੜੇ ਇਹ ਕਲੇਮ ਕੀਤੇ ਗਏ ਨੇ ਪਾਰਟੀ ਪਲੈਂਟਿਫ ਨੇ, ਕੀ ਤੁਸੀਂ ਇਹਨੂੰ ਐਡਮਿਟ ਕਰਦੇ ਹੋ ਜਾਂ ਡਿਨਾਈ ਕਰਦੇ ਹੋ। ਜੇ ਐਡਮਿਟ ਕਰਦੇ ਆ ਤਾਂ ਡਿਗਰੀ ਪਾਸ ਹੋ ਜਾਏਗੀ ਸਿੰਪਲ ਜੀ ਪਲੈਂਟਿਫ ਦੇ ਹੱਕ ਦੇ ਵਿੱਚ, ਜੇ ਡਿਨਾਈ ਕਰਦੇ ਆ ਤਾਂ ਫਿਰ ਸੂਟ ਅੱਗੇ ਚੱਲੇਗਾ। ਦ ਕੋਰਟ ਸ਼ੈਲ ਰਿਕਾਰਡ ਸੱਚ ਐਡਮਿਸ਼ਨਸ ਐਂਡ ਡਿਨਾਇਲਸ, ਜੇ ਐਡਮਿਸ਼ਨ ਐਡਮਿਟ ਕੀਤੀ ਹੈ ਤਾਂ तद भी एडमिशन मतलब रिकॉर्ड होएगी, जो डिनाई किया तद भी रिकॉर्ड होएगी, जो डिनाई किया तो कोर्ट केस अगे चलेगा। डायरेक्शंस ऑफ द कोर्ट टू ऑप्ट फॉर एनी वन मोड ऑफ अल्टरनेटिव डिस्प्यूट रेजोल्यूशंस, जिथे किते कोर्ट ਨੂੰ ਲੱਗਦਾ ਹੈ ਵੀ ਇਹ ਜਿਹੜਾ ਮੁਕੱਦਮਾ ਹੈਗਾ ਦਾਇਰ ਕੀਤਾ ਗਿਆ ਵੀ ਇੱਕ ਦਾਵਾ ਮਤਲਬ ਕਿਸੇ ਹੋਰ ਤਰੀਕੇ ਦੇ ਨਾਲ ਵੀ ਇਹਨੂੰ ਸੈਟਲ ਕੀਤਾ ਜਾ ਸਕਦਾ ਹੈ, ਤਾਂ ਕੋਰਟ ਪਾਰਟੀ ਨੂੰ ਬੁਲਾ ਕੇ ਪੁੱਛ ਸਕਦੀ ਹੈ, ਤਾਂ ਆਲਟਰਨੇਟਿਵ ਮੈਥਡ ਜਿਹੜਾ ਹੈਗਾ ਅਡਾਪਟ ਕੀਤਾ ਜਾ ਸਕਦਾ ਹੈ। ਮਤਲਬ ਕੰਸੀਲੀਏਸ਼ਨ ਆਪਾਂ ਸੈਕਸ਼ਨ 'ਚ ਪੜ੍ਹਿਆ ਸੀਗਾ, सर एक रिक्वेस्ट है जी। हाँ जी सर थोड़ा जिहा दस दिया करो क्वेश्चन किस टाइप ਦਾ ਆਉਣਾ, ਆਪਾਂ ਆਨਸਰ ਉਹਦੇ ਕਿਹੜੇ ਤਰੀਕੇ ਨਾਲ ਲਿਖਣੇ ਆ, ਕਿਹੜੇ ਆਪਾਂ ਜਿੱਦਾਂ ਕੁਐਸਚਨ ਹੁੰਦਾ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਆਪਾਂ ਲਿਖਣੀਆਂ। ਦੇਖੋ ਪਤਾ ਕੀ ਹੈ, ਪਹਿਲਾਂ ਆਪਾਂ ਨੂੰ ਡਿਟੇਲ ਨੌਲੇਜ ਹੋਣੀ ਚਾਹੀਦੀ ਹੈ, ਚੈਪਟਰ ਨੂੰ ਪੜ੍ਹਿਆ ਹੋਣਾ ਚਾਹੀਦਾ ਹੈ, ਠੀਕ ਹੈ, ਫਿਰ ਆਪਾਂ ਇਸ ਤੋਂ ਬਾਅਦ ਕੁਐਸਚਨ ਆਨਸਰ ਕਰਾਂਗੇ। ਜੇ ਆਪਾਂ ਨੂੰ ਮਤਲਬ ਕਿ ਜਾਣਕਾਰੀ ਲਾਅ ਦੀ ਨਹੀਂ ਹੈਗੀ ਤੇ ਕੁਐਸਚਨਾਂ ਤੇ ਡਾਇਰੈਕਟ ਪਹੁੰਚਣਾ, ਤੇ ਉਹ ਫਿਰ ਆਪਾਂ ਨੂੰ ਨਹੀਂ ਪਤਾ ਚੱਲਦਾ ਕੁਝ ਵੀ। ਜਦੋਂ ਅਸੀਂ ਪੜ੍ਹ ਲਾਂਗੇ, ਇਸ ਤੋਂ ਪੜ੍ਹਨ ਤੋਂ ਬਾਅਦ ਫਿਰ ਕੁਐਸਚਨ ਆਨਸਰ ਕਰਾਂ ਵੀ ਕਿੱਦਾਂ ਦੇ ਕੁਐਸਚਨਾਂ ਦੇ ਕਿੱਥੇ ਪੜ੍ਹਿਆ ਸੀਗਾ, ਕੀ ਕੁਐਸਚਨ ਕੀਤਾ ਹੈਗਾ, ਕੀ ਇਹਦਾ ਆਨਸਰ ਦੇਣਾ ਬਣਦਾ ਹੈ। ਠੀਕ ਹੈ ਸਰ, ਠੀਕ ਹੈ, ਥੈਂਕ ਯੂ। ਦੇਖੋ ਇਹ ਆਰਡਰ 10 ਅਸੀਂ ਪੜ੍ਹ ਰਹੇ ਸੀਗੇ, ਡਾਇਰੈਕਸ਼ਨਸ ਆਫ ਦਾ ਕੋਰਟ ਟੂ ਆਪਟ ਫॉर ਐਨੀ ਵਨ ਮੋਡ ਆਫ ਆਲਟਰਨੇਟਿਵ ਡਿਸਪਿਊਟ, ਕਿਸੇ ਹੋਰ ਤਰੀਕੇ ਦੇ ਨਾਲ ਵੀ ਜਿਵੇਂ ਕਿ ਜੇ ਡਿਸਪਿਊਟ ਨੂੰ ਲੰਮੀ ਕਾਰਵਾਈ ਕਰਨ ਤੋਂ ਦੀ ਬਜਾਏ ਇੱਕ ਸਾਲ ਨਿਯੁਕਤ ਕਰਕੇ ਜਿਹੜਾ ਪਾਰਟੀਆਂ ਨੂੰ ਇਹ ਜਿਹੜਾ ਦਾਵਾ ਹੈਗਾ ਇਹਨੂੰ ਨਿਬੇੜਿਆ ਜਾ ਸਕਦਾ ਹੈ, ਤਾਂ ਕੋਈ ਫੋਰਮ ਨੇ ਕੋਈ ਅਥਾਰਟੀ ਨਿਯੁਕਤ ਕੀਤੀ ਜਾ ਸਕਦੀ ਹੈ, ਠੀਕ ਹੈ। ਰੂਲ 1 ਵੀਰੇ 'ਚ ਕਿਹਾ ਅਪੀਅਰੈਂਸ ਬਿਫੋਰ ਦਾ ਕੰਸਲਰੀ ਫੋਰਮ, ਤਾਂ ਪਾਰਟੀ ਨੂੰ ਕਿਹਾ ਜਾ ਸਕਦਾ ਹੈ ਵੀ ਤੁਸੀਂ ਫਲਾਣੇ ਜਿਹੜੀ ਫੋਰਮ ਹੈਗੀ ਅਥਾਰਟੀ ਹੈਗੀ ਹੈ, ਜਿਵੇਂ ਕਿ ਲੀਗਲ ਅਥਾਰਟੀ ਹੈਗੀ ਹੈ, ਠੀਕ ਹੈ, ਆਪਾਂ ਉਹਨੂੰ ਲੋਕ ਅਦਾਲਤ ਕਹਿ ਦਿੰਦੇ ਹਾਂ, ਠੀਕ ਹੈ, ਜਾਂ ਕੋਈ ਹੋਰ ਕੋਈ ਸਾਲ ਨਿਯੁਕਤ ਕੀਤਾ ਜਾ ਸਕਦਾ ਵੀ ਤੁਸੀਂ ਉੱਥੇ ਜਾ ਕੇ ਆਪਣਾ ਜਵਾਬ ਦਾਵਾ ਪੱਖ ਪੇਸ਼ ਕਰੋ, ਦੋਨੇ ਪਾਰਟੀਆਂ ਨੂੰ ਉੱਥੇ ਭੇਜਿਆ ਜਾ ਸਕਦਾ ਹੈ। ਤੇ ਜੇਕਰ ਉਸ ਜਿਹੜੀ ਅਥਾਰਟੀ ਉਹਨੂੰ ਲੱਗਦਾ ਹੈ ਵੀ ਹਾਂ ਇਹ ਫੈਸਲਾ ਇਹਨਾਂ ਦਾ ਹੋ ਜਾਏਗਾ, ਠੀਕ ਹੈ, ਤਾਂ ਉਹ ਫੈਸਲਾ ਕਰਾ ਦਿੰਦੇ ਆ। ਪਰ ਜੇਕਰ ਲੱਗਦਾ ਹੈ ਉਹ ਕੇਸ ਵੀ ਠੀਕ ਹੈ, ਨਹੀਂ ਇਹਨਾਂ ਦਾ ਇੱਥੇ ਇਹ ਜਿਹੜਾ ਹੈਗਾ ਸਮਝੌਤਾ ਹੋਣਾ ਮੁਸ਼ਕਿਲ ਹੈ, ਤਾਂ ਕੋਰਟ ਨੂੰ ਵਾਪਸ ਲਿਖ ਕੇ ਭੇਜ ਦਿੰਦੇ ਆ ਵੀ ਜਿਹੜਾ ਇੱਥੇ ਨਹੀਂ ਇਹਨਾਂ ਦਾ ਡਿਸਪਿਊਟ ਸੈਟਲ ਹੋ ਸਕਦਾ, ਵੀ ਕੋਰਟ ਆਪਦੇ ਪੱਧਰ ਤੇ ਹੀ ਜਿਹੜੀ ਕਾਰਵਾਈ ਕਰੇ। ਰੂਲ ਨੰਬਰ 2 'ਚ ਕੀ ਕਿਹਾ ਗਿਆ? ਓਰਲ ਐਗਜ਼ਾਮੀਨੇਸ਼ਨ ਆਫ ਦਾ ਪਾਰਟੀ ਔਰ ਕੰਪੈਨੀਅਨ ਆਫ ਦਾ ਪਾਰਟੀ ਜਿਹੜੀ ਕੋਰਟ ਹੈਗੀ ਆ ਉਹ ਓਰਲ ਐਗਜ਼ਾਮੀਨੇਸ਼ਨ ਕਰ ਸਕਦੀ ਹੈ ਪਾਰਟੀਆਂ ਦਾ। ਜਿਹੜਾ ਵਕੀਲ ਆਇਆ ਪਲੈਂਟਿਵ ਪਾਰਟੀ ਆਈ ਹੈ ਉਹਦੇ ਵਕੀਲਾਂ ਨੂੰ ਸੁਣ ਸਕਦੇ ਆ ਵੀ ਕਿਸ ਇਸ਼ੂ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੀ ਤੁਸੀਂ ਮੰਗਦੇ ਹੋ। ਡਿਫੈਂਡੈਂਟ ਪਾਰਟੀ ਨੂੰ ਪੁੱਛਿਆ ਜਾ ਸਕਦਾ ਹੈ ਜੱਜ ਵੱਲੋਂ ਵੀ ਤੁਸੀਂ ਕੀ ਤੁਹਾਡਾ ਕੀ ਇਹਦੇ ਵਿੱਚ ਜਿਹੜਾ ਕਲੇਮ ਕੀਤਾ ਗਿਆ ਪਾਰਟੀ ਵੱਲੋਂ ਪਲੈਂਟਿਵ ਵੱਲੋਂ, ਤੁਸੀਂ ਇਹਦੇ ਸੰਬੰਧ ਵਿੱਚ ਕੀ ਮੰਨਦੇ ਹੋ, ਠੀਕ ਹੈ ਇਹ ਗੱਲ ਜਾਂ ਨਹੀਂ ਹੈਗੀ ਹੈ। ਤਾਂ ਓਰਲ ਕੁਐਸਚਨ ਵੀ ਪੁੱਛੇ ਜਾ ਸਕਦੇ ਨੇ,
ਕੋਰਟ ਵੱਲੋਂ ਮਤਲਬ ਕਿ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਜਵਾਨੀ ਤੌਰ ਤੇ ਕੇਸ ਨੂੰ ਨਿਬੇੜਨ ਦੀ ਖਾਤਰ ਇਨੀਸ਼ੀਅਲ ਸਟੇਜ ਤੇ ਸ਼ਾਰਟ ਪੱਧਰ ਤੇ ਕੇਸ ਨੂੰ ਨਿਬੇੜਨ ਦੀ ਖਾਤਰ ਕੋਰਟ ਵੱਲੋਂ ਓਰਲ ਕੁਐਸਚਨ ਵੀ ਕੀਤੇ ਜਾ ਸਕਦੇ ਨੇ। Substance of examination to be written, the substance of the examination shall be, ਜੇਕਰ ਕੋਈ ਪਾਰਟੀ ਨੂੰ ਮਤਲਬ ਕਿ shall be reduced to writing by the judge shall part of the record, ਜੇ ਕੋਈ ਪਾਰਟੀ ਓਰਲ ਕੁਐਸਚਨ ਦਾ ਵੀ ਕੋਈ ਪਾਰਟੀ ਜਵਾਬ ਦਿੰਦੀ ਹੈਗੀ ਹੈ ਤਾਂ ਉਸ ਨੂੰ ਵੀ ਰਿਟਰਨ ਦੇ ਵਿੱਚ ਜਿਹੜਾ ਜੱਜ ਵੱਲੋਂ ਲਿਖਿਆ ਜਾ ਸਕਦਾ ਹੈ, ਫਿਰ ਉਸ ਨੂੰ ਜਿਹੜਾ ਪਾਰਟ ਬਣਾ ਜਾਂਦਾ ਉਸ ਕੇਸ ਦਾ, ਤਾਂ ਕਿ ਜਿਹੜਾ ਕੇਸ ਦਾ ਫੈਸਲਾ ਮਤਲਬ ਕਿ ਆਸਾਨੀ ਨਾਲ ਕੀਤਾ ਜਾ ਸਕੇ ਕੋਰਟ ਵੱਲੋਂ। ਇਹਦੇ ਨਾਲ ਜਿਹੜਾ ਆਪਣਾ ਹੈਗਾ ਇਹ ਆਰਡਰ ਨੰਬਰ 10 ਵੀ ਖਤਮ ਹੋ ਜਾਂਦਾ ਹੈ। ਅੱਜ ਕੱਲ੍ਹ ਨੈਕਸਟ ਆਰਡਰ ਨੰਬਰ 12 ਦੇ ਵਿੱਚ ਹੈਗਾ ਐਡਮਿਸ਼ਨਸ। ਜਦੋਂ ਕੋਈ ਕੋਰਟ ਵੱਲੋਂ ਪਲੇਂਟਿਫ ਨੇ ਪਲੇਂਟ ਫਾਈਲ ਕਰ ਦਿੱਤੀ, ਦੂਜੀ ਪਾਰਟੀ ਜੇ ਕੋਈ ਇਸ ਨੂੰ ਐਡਮਿਟ ਕਰ ਲੈਂਦੀ ਹੈ ਤਾਂ ਕੋਰਟ ਵੱਲੋਂ ਡਿਗਰੀ ਪਾਸ ਕਰ ਦਿੱਤੀ ਜਾਂਦੀ ਪਲੇਂਟਿਫ ਦੇ ਹੱਕ ਦੇ ਵਿੱਚ। ਨੋਟਿਸ ਟੂ ਐਡਮਿਟ ਦਾ ਡਾਕੂਮੈਂਟਸ, ਕੁਛ ਜਿਹੜੇ ਡਾਕੂਮੈਂਟ ਨੇ ਜੋ ਪਲੇਂਟ ਫਾਈਲ ਕੀਤੀ ਜਾਂਦੀ ਹੈ, ਪਲੇਂਟ ਦੇ ਨਾਲ ਨਾਲ ਜਿਹੜੇ ਕੁਝ ਡਾਕੂਮੈਂਟ ਪੇਸ਼ ਕੀਤੇ ਜਾਂਦੇ ਆ, ਠੀਕ ਹੈ, ਉਹਨਾਂ ਡਾਕੂਮੈਂਟਸ ਨੂੰ ਜਿਹੜੀ ਦੂਜੀ ਪਾਰਟੀ ਹੁੰਦੀ ਹੈ ਉਹ ਐਡਮਿਟ ਵੀ ਕਰ ਸਕਦੀ ਹੈ ਤੇ ਡਿਨਾਈ ਵੀ ਕਰ ਸਕਦੀ ਹੈ। ਜੇ ਤਾਂ ਐਡਮਿਟ ਕਰਦੀ ਹੈ ਫਿਰ ਤਾਂ ਗੱਲ ਖਤਮ ਹੋ ਜਾਂਦੀ, ਉਸੇ ਵੇਲੇ ਲਿਖਿਆ ਜਾਂਦਾ ਐਡਮਿਟਡ, ਡਾਕੂਮੈਂਟ ਦੀ ਕਾਪੀ ਲੱਗੀ ਹੁੰਦੀ ਉਹਦੇ ਉੱਪਰ ਐਡਮਿਟਡ ਲਿਖ ਕੇ ਜਿਹੜੇ ਸਾਈਨ ਹੋ ਜਾਂਦੇ ਨੇ, ਠੀਕ ਹੈ। ਜੇ ਕੋਈ ਪਾਰਟੀ ਡਿਨਾਈ ਕਰਦੀ ਹੈ ਫਿਰ ਉਸ ਡਾਕੂਮੈਂਟ ਨੂੰ ਪਹਿਲਾਂ ਪ੍ਰੂਵ ਕਰਨਾ ਪੈਂਦਾ ਹੈ। ਇਹ ਸਿੰਪਲ ਜੀ ਗੱਲ ਹੈਗੀ ਵੀ ਜੇ ਕੋਈ ਜਿਵੇਂ ਜਮ੍ਹਾਂ ਹੁੰਦੀ ਦੀ ਕਾਪੀ ਹੈ, ਆਮ ਤੌਰ ਤੇ ਜਿਹੜੇ ਡਾਕੂਮੈਂਟ ਹੈਗੇ ਉਹ ਐਡਮਿਟ ਹੀ ਹੁੰਦੇ ਆ, 1-2% ਡਾਕੂਮੈਂਟ ਨੇ ਜਿਹਨਾਂ ਨੂੰ ਪਾਰਟੀਆਂ ਡਿਨਾਈ ਕਰਦੀਆਂ ਨੇ। ਨੋਟਿਸ ਟੂ ਐਡਮਿਟ ਦਾ ਡਾਕੂਮੈਂਟਸ, ਜਦੋਂ ਕੋਈ ਡਾਕੂਮੈਂਟ ਨੂੰ ਐਡਮਿਟ ਕੀਤਾ ਜਾਂਦਾ ਤਾਂ ਦੂਜੀ ਪਾਰਟੀ ਨੂੰ ਬੁਲਾ ਕੇ ਜਿਹੜੀ ਕੰਸਰਨਡ ਪਾਰਟੀ ਦੇ ਹੱਕ ਦੇ ਵਿੱਚ, ਯਾਨੀ ਕਿ ਜੇ ਪਲੇਂਟਿਫ ਨੇ ਕੋਈ ਡਾਕੂਮੈਂਟ ਐਡਮਿਟ ਕਰਵਾਉਣਾ ਹੈ ਤਾਂ ਡਿਫੈਂਡੈਂਟ ਪਾਰਟੀ ਨੂੰ ਬੁਲਾਇਆ ਜਾਂਦਾ ਹੈ। ਜੇ ਡਿਫੈਂਡੈਂਟ ਨੇ ਕੋਈ ਡਾਕੂਮੈਂਟ ਐਡਮਿਟ ਕਰਵਾਉਣਾ ਹੈ, ਰਿਟਨ ਸਟੇਟਮੈਂਟ ਦੇ ਨਾਲ ਲੱਗਿਆ ਡਾਕੂਮੈਂਟ ਤਾਂ ਪਲੇਂਟਿਫ ਪਾਰਟੀ ਨੂੰ ਬੁਲਾਇਆ ਜਾਂਦਾ ਹੈ ਤਾਂ ਉਹਦੇ ਤੋਂ ਐਡਮਿਟ ਕਰਾਇਆ ਜਾਂਦਾ ਹੈ। ਫਾਰਮ ਆਫ ਦਾ ਨੋਟਿਸ ਕੀ ਹੁੰਦਾ ਹੈ? ਇਹ ਜਿਹੜਾ ਨੋਟਿਸ ਹੈ, ਨੋਟਿਸ ਟੂ ਐਡਮਿਟ ਡਾਕੂਮੈਂਟ ਸ਼ੈਲ ਬੀ, ਫਾਰਮ 9 ਦੇ ਵਿੱਚ ਇਹ ਹੈਗਾ, ਅਪੈਂਡਿਕਸ ਸੀ ਦੇ ਵਿੱਚ ਲੱਗਿਆ ਹੋਇਆ ਹੈ, ਜਿਹੜਾ ਨੋਟਿਸ ਭੇਜਿਆ ਜਾਂਦਾ ਪਾਰਟੀਆਂ ਨੂੰ ਡਾਕੂਮੈਂਟ ਦੇ ਸੰਬੰਧ ਵਿੱਚ। ਫਾਰਮ ਆਫ ਦਾ ਕੋਰਟ ਟੂ ਰਿਕਾਰਡ ਦਾ ਐਡਮਿਸ਼ਨਸ, ਇਹ ਰੂਲ ਨੰਬਰ 5 ਦੇ ਵਿੱਚ ਵੀ ਫਾਰਮ ਦੀ ਗੱਲ ਕੀਤੀ ਗਈ ਹੈ। ਜੇ ਐਡਮਿਸ਼ਨ ਕੀਤੀ ਜਾਂਦੀ ਹੈ ਤਾਂ ਫਾਰਮ ਨੰਬਰ 10 ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਫਿਰ ਰੂਲ ਨੰਬਰ 6 ਕਿਹਾ ਗਿਆ, ਜਜਮੈਂਟ ਔਨ ਦਾ ਐਡਮਿਸ਼ਨ, ਜੇ ਐਡਮਿਸ਼ਨ ਕੋਈ ਪਾਰਟੀ ਕਰਦੀ ਹੈ, ਜਿਹੜੇ ਕਲੇਮ ਕੀਤੇ ਗਏ ਨੇ ਪਲੇਂਟਿਫ ਵੱਲੋਂ, ਜੇ ਕੋਈ ਪਾਰਟੀ ਐਡਮਿਟ ਕਰਦੀ ਹੈ ਤਾਂ ਉਹਦੇ ਸੰਬੰਧ ਵਿੱਚ ਕੋਰਟ ਵੱਲੋਂ, ਕੋਰਟ ਮੇ ਐਟ ਐਨੀ ਸਟੇਜ ਆਫ ਦਾ ਸੂਟ ਆਈਦਰ ਔਨ ਦਾ ਐਪਲੀਕੇਸ਼ਨ ਆਫ ਦਾ ਪਾਰਟੀ ਔਰ ਔਨ ਇਟਸ ਓਨ ਮੋਸ਼ਨ ਐਂਡ ਵਿਦਆਊਟ ਵੇਟਿੰਗ ਫॉर द डिटर्मिनेशन ऑफ एनी ऑर्डर, फिर डिटर्मिन करने की लोड़ नहीं, इशू फ्रेम करने की जरूरत नहीं होती, ठीक है। बिटवीन द पार्टीज मेक सच ऑर्डर और गिव सच जजमेंट एज इट मे थिंक फिट हैविंग रिगार्ड टू सच एडमिशंस। फिर कोई सूट फ्रेम करने की जरूरत नहीं, कोई एविडेंस लेने की जरूरत नहीं, कोई विटनेस लेने की जरूरत नहीं, ठीक है। जे क्लेम एडमिट कर लिया पार्टी ने दूजी ने तो जी डिग्री है पास कर दी जाती है। एफिडेविट ऑफ सिग्नेचर्स एंड एफिडेविट ऑफ द प्लीडर और हिज क्लर्क of the due signature of the admissions, ਜੇ ਕੋਈ ਐਡਮਿਸ਼ਨ ਕਰਦਾ ਹੈ ਤਾਂ ਉਹਦਾ ਸੰਬੰਧ ਚ ਨਾਲ ਹਲਫੇ ਉਹਦਾ ਬਿਆਨ ਲਿਆ ਜਾਂਦਾ ਹੈ ਕੋਰਟ ਦੇ ਵਿੱਚ, ਠੀਕ ਹੈ। ਜੇ ਵਕੀਲ ਦਾ ਬਿਆਨ ਵੀ ਹੋ ਸਕਦਾ ਹੈ ਤੇ ਉਹਦੇ ਕਲਰਕ ਦਾ ਵੀ ਹੋ ਸਕਦਾ ਹੈ, ਜੇ ਕੋਈ ਡਾਕੂਮੈਂਟ ਉਹਨੇ ਐਡਮਿਟ ਕਰਨਾ ਹੈ। ਨੋਟਿਸ ਆਫ ਦਾ ਪ੍ਰੋਡਿਊਸ ਡਾਕੂਮੈਂਟਸ, ਫਿਰ ਆਰਡਰ 13 ਵਿੱਚ ਕੀ ਹੈ, ਸਿੰਪਲ ਜਾਏਗਾ, ਪ੍ਰੋਡਕਸ਼ਨ ਇੰਪਾਊਂਡਿੰਗ ਐਂਡ ਰਿਟਰਨ ਆਫ ਦਾ ਡਾਕੂਮੈਂਟ। ਤੋਂ ਕੋਈ ਡਾਕੂਮੈਂਟ ਜਿਹੜੇ ਕੋਰਟ ਵਿੱਚ ਪੇਸ਼ ਕੀਤੇ ਜਾਂਦੇ ਨੇ, ਜੇ ਉਹਦੇ ਬਿਹਾਫ ਤੇ ਕੋਈ ਡਾਕੂਮੈਂਟ ਅਸੀਂ ਲੈ ਕੇ ਜਾਂਦੇ ਜਿਵੇਂ ਕਿ ਵਿਟਨੈਸ ਹੁੰਦੇ ਆ, ਠੀਕ ਹੈ, ਜਾਂ ਪਲੇਂਟਿਫ ਨੇ ਫਾਈਲ ਕੀਤੇ ਡਾਕੂਮੈਂਟ, ਤਾਂ ਉਹਨਾਂ ਡਾਕੂਮੈਂਟ ਨੂੰ ਇੰਪਾਊਂਡ ਵੀ ਕੀਤਾ ਜਾ ਸਕਦਾ ਕੋਰਟ ਦੇ ਵਿੱਚ, ਠੀਕ ਹੈ। ਤੇ ਜਿਹੜੇ ਹੈਗੇ ਡਾਕੂਮੈਂਟ ਹੈਗੇ ਉਹ ਦੇਖ ਕੇ ਓਰੀਜਨਲ ਵਾਪਸ ਵੀ ਕੀਤੇ ਜਾ ਸਕਦੇ ਹੁੰਦੇ ਆ। ਪ੍ਰੋਡਕਸ਼ਨ, ਇੰਪਾਊਂਡਿੰਗ ਐਂਡ ਰਿਟਰਨ ਆਫ ਦਾ ਡਾਕੂਮੈਂਟ, ਇਹਦੇ ਕੁਝ ਹੋਰ ਜ਼ਿਆਦਾ ਨਹੀਂ ਹੈਗਾ। ਇਹ ਡਾਕੂਮੈਂਟ ਦੀ ਗੱਲ ਕੀਤੀ ਵੀ ਹੈ, ਕੋਰਟ ਜਿਵੇਂ ਜਮਾਬੰਦੀ ਕੋਈ ਆਸ ਰੱਖ ਲਈ, ਠੀਕ ਹੈ, ਕੁਝ ਟਾਈਮ ਦੇ ਲਈ ਇੱਦਾਂ ਕੁਝ ਓਰੀਜਨਲ ਜਿਹੜੇ ਡਾਕੂਮੈਂਟ ਹੁੰਦੇ ਆ ਕੋਰਟ ਉਹਨੂੰ ਇੰਪਾਊਂਡ ਕਰ ਸਕਦੀ ਹੈ, ਜਾਂ ਫਿਰ ਦੇਖ ਕੇ ਉਹਦੀ ਐਗਜ਼ੀਬਿਟ ਨੰਬਰ ਲੈ ਕੇ ਉਹਦਾ ਫੋਟੋ ਕਾਪੀ ਲੈ ਕੇ ਤਾਂ ਉਸਨੂੰ ਵਾਪਸ ਵੀ ਕੀਤਾ ਜਾ ਸਕਦਾ ਹੁੰਦਾ ਹੈ। ਇਹਦੇ ਵਿੱਚ ਨਹੀਂ ਹੈਗਾ।
ਨੈਕਸਟ ਆਰਡਰ 14 ਚ ਕੀ ਹੈਗਾ? 14 ਆਰਡਰ ਦੇ ਵਿੱਚ ਕੀ ਹੈ, ਜਦੋਂ ਪਲੇਂਟ ਫਾਈਲ ਹੋ ਗਈ, ਰਿਟਰਨ ਸਟੇਟਮੈਂਟ ਫਾਈਲ ਹੋ ਗਈ, ਫਿਰ ਕੀ ਹੁੰਦਾ ਉਸ ਤੋਂ ਬਾਅਦ ਫਰੇਮਿੰਗ ਆਫ ਦਾ ਇਸ਼ੂਜ਼, ਤਾਂ ਇਸ਼ੂ ਫਰੇਮ ਕੀਤੇ ਜਾਂਦੇ ਨੇ। ਸੂਟ ਨੂੰ ਡਿਸਾਈਡ ਕਿ ਪਲੇਂਟਿਫ ਨੇ ਕੀ ਕਲੇਮ ਕੀਤਾ ਹੈ, ਦੂਜੀ ਪਾਰਟੀ ਕੀ ਕਹਿੰਦੀ ਹੈ, ਠੀਕ ਹੈ, ਕਿਹੜੇ ਰੀਜ਼ਨ ਨੇ ਜਿਹਦੇ ਬੇਸਿਸ ਤੇ ਜਿਹੜਾ ਦਾਵਾ ਹੈਗਾ ਇਹਦਾ ਫੈਸਲਾ ਕੀਤਾ ਜਾ ਸਕਦਾ ਹੈ। ਇਸ ਕੇਸ ਦੇ ਵਿੱਚ ਕਿਹੜੇ ਇਸ਼ੂ ਬਣਦੇ ਆ। ਇੱਕ ਪਾਰਟੀ ਕਹਿੰਦੀ ਇੰਨੀ ਤਰੀਕ ਨੂੰ ਮੈਂ ਗਿਆ ਸੀ, ਉਹ ਕਹਿੰਦੀ ਮੈਂ ਉਹ ਨਹੀਂ ਗਿਆ ਸੀਗਾ, ਠੀਕ ਹੈ, ਇਸ਼ੂ ਬਣ ਗਿਆ, ਉਹ ਫਰੇਮ ਹੋ ਗਿਆ। ਇੱਕ ਪਾਰਟੀ ਕਹਿੰਦੀ ਮੈਂ ਇੰਨੇ ਪੈਸੇ ਲੈਣੇ, ਉਹ ਕਹਿੰਦਾ ਮੈਂ ਇੰਨੇ ਪੈਸੇ ਨਹੀਂ ਦੇਣੇ, ਤਾਂ ਇਹ ਵੀ ਇੱਕ ਇਸ਼ੂ ਫਰੇਮ ਹੋ ਗਿਆ। ਮਤਲਬ ਕਿ ਕਿਹੜੇ ਕਾਰਨ ਨੇ, ਕਿਸ ਬੇਸ ਦੇ ਉੱਤੇ ਜਿਹੜਾ ਦਾਵਾ ਦਾਇਰ ਕੀਤਾ ਗਿਆ ਪਲੈਂਟਿਫ ਵੱਲੋਂ, ਤੇ ਕਿਹੜੇ ਕਾਰਨ ਨੇ, ਰੀਜ਼ਨਸ ਨੇ ਜਿਹਦੇ ਬੇਸ ਤੇ ਜਿਹੜਾ ਹੈਗਾ ਡਿਫੈਂਡੈਂਟ ਹੈਗਾ ਉਹ ਉਸ ਨੂੰ ਡਿਨਾਈ ਕਰਦਾ ਹੈ ਜਾਂ ਕੁਛ ਨੂੰ ਵਿੱਚੋਂ ਐਡਮਿਟ ਕਰਦਾ ਹੈ। ਇਹ ਸੂਟ ਫਰੇਮ ਮਤਲਬ ਕਿ ਇਸ਼ੂ ਫਰੇਮ ਹੋ ਜਾਂਦੇ ਨੇ। ਫਿਰ ਇਕੱਲੇ ਇਸ਼ੂ ਦੇ ਉੱਪਰ ਜਿਹੜਾ ਹੈਗਾ ਉਹ ਕੋਰਟ ਵੱਲੋਂ ਫੈਸਲਾ ਕੀਤਾ ਜਾਂਦਾ, ਡਿਟਰਮਿਨ ਕੀਤਾ ਜਾਂਦਾ ਕਿਹੜੇ ਇਸ਼ੂ ਪਲੈਂਟਿਫ ਪਾਰਟੀ ਦੇ ਹੱਕ ਦੇ ਵਿੱਚ ਹੋਏ ਨੇ, ਤੇ ਕਿਹੜੇ ਜਿਹੜੇ ਇਸ਼ੂ ਹੈਗੇ ਆ ਫਰੇਮ ਕੀਤੇ ਗਏ ਸੀਗੇ ਉਹ ਡਿਫੈਂਡੈਂਟ ਪਾਰਟੀ ਦੇ ਹੱਕ ਦੇ ਵਿੱਚ ਹੋਏ ਨੇ। ਫਿਰ ਇਹਨਾਂ ਇਸ਼ੂਆਂ ਦੇ ਡਿਸੀਜਨ ਦੇ ਬੇਸਿਸ ਤੇ ਜਿਹੜੀ ਹੈਗੀ ਆ ਡਿਗਰੀ ਜਾਂ ਆਰਡਰ ਪਾਸ ਕੀਤਾ, ਜਜਮੈਂਟ ਪਾਸ ਕਰ ਦਿੱਤੀ ਜਾਂਦੀ ਹੈ। ਜਿਹਨਾਂ ਪਾਰਟੀਆਂ ਹੁੰਦੀਆਂ ਨੇ, ਆਰਡਰ 18 ਦੇ ਵਿੱਚ ਕੀ ਕਿਹਾ ਗਿਆ? ਹੀਅਰਿੰਗ ਆਫ ਦਾ ਸੂਟ ਐਂਡ ਐਗਜ਼ਾਮੀਨੇਸ਼ਨ ਆਫ ਦਾ ਵਿਟਨੈਸਸ। ਜਦੋਂ ਦਾਵਾ ਦਾਇਰ ਹੋ ਗਿਆ, ਪਲੇਂਟ ਫਾਈਲ ਹੋ ਗਈ, ਰਿਟਨ ਸਟੇਟਮੈਂਟ ਫਾਈਲ ਹੋ ਗਈ, ਤਾਂ ਹਰ ਪਾਰਟੀ ਜਿਹੜੀਆਂ ਹੁੰਦੀਆਂ ਨੇ ਆਪਣੇ ਗਵਾਹਾਂ ਦੀ ਸੂਚੀ ਦਿੰਦੇ ਨੇ। ਪਲੈਂਟਿਫ ਪਾਰਟੀ ਵੀ ਤੇ ਡਿਫੈਂਡੈਂਟ ਪਾਰਟੀ ਵੀ ਆਪਣੇ ਗਵਾਹਾਂ ਦੀ ਲਿਸਟ ਦੇਣਗੀਆਂ ਕੋਰਟ ਦੇ ਵਿੱਚ ਵੀ ਮੈਂ ਆਪਣੇ ਆਹ ਗਵਾਹ ਭੁਗਤਾਨੇ ਨੇ, ਤੇ ਪਲੈਂਟਿਫ ਪਾਰਟੀ ਵੀ ਗਵਾਹਾਂ ਦੀ ਲਿਸਟ ਦੇਗੀ ਤੇ ਡਿਫੈਂਡੈਂਟ ਪਾਰਟੀ ਵੀ ਗਵਾਹਾਂ ਦੀ ਲਿਸਟ ਦੇਗੀ, ਠੀਕ ਹੈ। ਫਿਰ ਪਹਿਲਾ ਮੌਕਾ ਪਲੈਂਟਿਫ ਨੂੰ ਦਿੱਤਾ ਜਾਂਦਾ ਵੀ ਉਹ ਆਪਣੇ ਗਵਾਹ ਪੇਸ਼ ਕਰੇ ਕੋਰਟ ਦੇ ਵਿੱਚ। ਜਦੋਂ ਉਹ ਗਵਾਹ ਕੋਰਟ ਦੇ ਵਿੱਚ ਆਉਂਦੇ ਆ ਤਾਂ ਉਸ ਨੂੰ ਗਵਾਹ ਦੀ ਦੋ ਤਰੀਕੇ ਨਾਲ ਗਵਾਹੀ ਹੁੰਦੀ ਹੈ। ਪਹਿਲਾਂ ਤਾਂ ਉਹ ਐਗਜ਼ਾਮੀਨੇਸ਼ਨ ਚੀਫ ਹੁੰਦੀ ਹੈ ਉਹਦੀ, ਯਾਨੀ ਕਿ ਜੋ ਉਹ ਕਹਾਣਾ ਚਾਹੁੰਦੇ ਆ, ਕਹਿਣਾ ਚਾਹੁੰਦੇ ਆ, ਜਿਸ ਪਾਰਟੀ ਨੇ ਬੁਲਾਇਆ ਹੈਗਾ, ਠੀਕ ਹੈ, ਉਹ ਜਿਹੜੀ ਉਹਦੀ ਗਵਾਹੀ ਹੁੰਦੀ ਹੈ ਉਹਨੂੰ ਐਗਜ਼ਾਮੀਨੇਸ਼ਨ ਚੀਫ ਕਹਿੰਦੇ ਆ, ਤੇ ਜਿਹੜੀ ਦੂਜੀ ਪਾਰਟੀ ਉਹਨੂੰ ਕ੍ਰਾਸ ਕਰਦੀ ਹੈ ਉਹਨੂੰ ਕ੍ਰਾਸ ਐਗਜ਼ਾਮੀਨੇਸ਼ਨ ਕਹਿੰਦੇ ਆ। ਡਿਫੈਂਡੈਂਟ ਪਾਰਟੀ ਕ੍ਰਾਸ ਕਰ ਸਕਦੀ ਹੈ। ਇਸ ਤਰੀਕੇ ਪਹਿਲਾਂ ਇੱਕ ਪਾਰਟੀ ਦੇ ਜਿਹੜੇ ਗਵਾਹ ਨੇ ਸਾਰੇ ਭੁਗਤਾ ਦਿੱਤੇ ਜਾਂਦੇ ਨੇ, ਫਿਰ ਜਿਹੜੀ ਦੂਜੀ ਪਾਰਟੀ ਹੈਗੀ ਡਿਫੈਂਡੈਂਟ ਪਾਰਟੀ ਉਹਨੂੰ ਮੌਕਾ ਦਿੱਤਾ ਜਾਂਦਾ ਹੈ, ਤੇ ਫਿਰ ਉਹ ਆਪਣੇ ਗਵਾਹਾਂ ਨੂੰ ਜਿਹੜਾ ਹੈਗਾ ਭੁਗਤਾਉਂਦੀ ਹੈ। ਜਦੋਂ ਡਿਫੈਂਡੈਂਟ ਪਾਰਟੀ ਆਪਣੇ ਗਵਾਹਾਂ ਨੂੰ ਭੁਗਤਾਉਂਦੀ ਹੈ ਤਾਂ ਉਹਨਾਂ ਦੀ ਵੀ ਜਿਹੜੀ ਐਗਜ਼ਾਮੀਨੇਸ਼ਨ ਚੀਫ ਹੁੰਦੀ ਹੈ, ਤੇ ਜਿਹੜੀ ਪਲੈਂਟਿਫ ਪਾਰਟੀ ਹੈ ਉਹ ਗਵਾਹਾਂ ਨੂੰ ਜਿਹੜੀ ਹੈਗਾ ਕ੍ਰਾਸ ਕਰ ਸਕਦੀ ਹੁੰਦੀ ਹੈ। ਫਰੇਮ ਕੀਤੇ ਗਏ ਜਿਹੜੇ ਇਸ਼ੂ ਹੈਗੇ ਆ ਉਹਨਾਂ ਦਾ ਜਿਹੜਾ ਫੈਸਲਾ ਹੁੰਦਾ ਹੈ, ਠੀਕ ਹੈ, ਤੇ ਇਹ ਗਵਾਹਾਂ ਦੇ ਬੇਸਿਸ ਤੇ ਮਤਲਬ ਕਿ ਡਿਟਰਮਿਨ ਕੀਤਾ ਜਾਂਦਾ ਹੈ ਇਸ਼ੂ ਕਿਹੜੀ ਪਾਰਟੀ ਦੇ ਹੱਕ 'ਚ ਜਾ ਰਿਹਾ ਹੈ ਜਾਂ ਕਿਹੜੀ ਪਾਰਟੀ ਦੇ ਖਿਲਾਫ ਜਾ ਰਿਹਾ ਹੈ। ਤੇ ਇਹਦੇ ਵਿੱਚ ਫਿਰ ਕੀ ਹੈਗਾ, ਆਰਡਰ 20 ਦੇ ਵਿੱਚ ਆ ਜਾਂਦਾ ਹੈ ਜੱਜਮੈਂਟ ਐਂਡ ਦਾ ਡਿਗਰੀ। ਤੇ ਫਿਰ ਕੋਰਟ ਵੱਲੋਂ ਉਹ ਜਿਹੜੇ ਇਸ਼ੂ ਡਿਟਰਮਿਨ ਕੀਤੇ ਗਏ ਨੇ ਇਸ਼ੂਜ਼ ਦੇ ਬੇਸਿਸ ਦੇ ਉੱਪਰ ਜਿਹੜਾ ਕੇਸ ਦਾ ਫੈਸਲਾ ਕਰ ਦਿੱਤਾ ਜਾਂਦਾ ਹੈ ਤੇ ਜੱਜਮੈਂਟ ਜਾਰੀ ਕਰ ਦਿੱਤੀ ਜਾਂਦੀ ਹੈ। ਤੇ ਜੋ ਡਿਟੇਲ ਜੱਜ ਨੇ ਜੱਜਮੈਂਟ ਕੀਤੀ ਸਾਰੇ ਕੇਸ ਦੀ, ਠੀਕ ਹੈ, ਉਹ ਮਤਲਬ ਕਿ ਜੱਜਮੈਂਟ ਦੇ ਵਿੱਚ ਸ਼ੋ ਕੀਤੀ ਜਾਂਦੀ ਹੈ। ਪਰ ਨਟਸ਼ਲ ਦਾ ਫੈਸਲਾ ਕੀ ਹੈਗਾ ਉਹ ਡਿਗਰੀ ਦੇ ਵਿੱਚ ਦੱਸਿਆ ਜਾਂਦਾ ਹੈ ਵੀ ਅਖੀਰ ਦੇ ਵਿੱਚ ਫੈਸਲਾ ਹੋਇਆ ਕੀ ਹੈ, ਠੀਕ ਹੈ, ਉਹ ਡਿਗਰੀ ਪਾਸ ਕਰ ਦਿੰਦੇ। ਇਹ ਆਰਡਰ 20 ਹੈਗਾ। ਤੇ ਅਸੀਂ ਇਸ ਤੋਂ ਬਾਅਦ ਅਗਲਾ ਸਾਡਾ ਜਿਹੜਾ ਲੈਕਚਰ ਹੋਏਗਾ ਉਹ ਆਰਡਰ 21 ਪੜਾਂਗੇ ਅਸੀਂ, ਬਹੁਤ ਇੰਪੋਰਟੈਂਟ ਹੈਗਾ ਐਗਜੀਕਿਊਸ਼ਨ ਦਾ। ਐਗਜੀਕਿਊਸ਼ਨ ਆਫ ਏ ਡਿਗਰੀ ਪਾਸ ਹੋ ਗਈ ਕਿਸੇ ਵਿਅਕਤੀ ਦੇ ਹੱਕ ਦੇ ਵਿੱਚ, ਮੇਬੀ ਪਲੈਂਟਿਫ ਚ ਹੱਕ 'ਚ ਹੋਈ ਹੈ, ਮੇਬੀ ਡਿਫੈਂਡੈਂਟ ਦੇ ਹੱਕ ਦੇ ਵਿੱਚ ਹੋਈ ਹੈ। ਉਹ ਡਿਗਰੀ ਦੇ ਮੁਤਾਬਕ ਜਿਹਦਾ ਉਹ ਪਾਰਟੀ ਨੇ ਉਸ ਡਿਗਰੀ ਨੂੰ ਮੰਨ ਲਿਆ, ਦੂਜੀ ਆਪੋਜਿਟ ਪਾਰਟੀ ਨੇ ਡਿਗਰੀ ਨੂੰ ਮੰਨ ਲਿਆ, ਉਸ ਡਿਗਰੀ ਦੇ ਅਕੋਰਡਿੰਗ ਕੋਈ ਪੇਮੈਂਟ ਦੇਣੀ ਸੀ ਜਾਂ ਕੋਈ ਪ੍ਰੋਪਰਟੀ ਦੇਣੀ ਸੀ, ਕੋਈ ਲੈਂਡ ਦੇਣੀ ਸੀਗੀ, ਜਿੱਦਾਂ ਉਹ ਪਾਰਟੀ ਨੇ ਉਸਨੂੰ ਡਿਲੀਵਰ ਕਰ ਦਿੱਤੀ, ਠੀਕ ਹੈ, ਜਿਹਦੇ ਹੱਕ ਵਿੱਚ ਡਿਗਰੀ ਪਾਸ ਹੋਈ ਹੈ, ਫਿਰ ਤਾਂ ਗੱਲ ਖਤਮ ਉੱਥੇ ਹੋ ਜਾਂਦੀ ਹੈ। ਪਰ ਜੇਕਰ ਕੋਈ ਉਸ ਡਿਗਰੀ ਨੂੰ ਨਹੀਂ ਮੰਨਦੀ ਕੋਈ ਦੂਜੀ ਪਾਰਟੀ, ਤਾਂ ਉਸ ਡਿਗਰੀ ਨੂੰ ਐਗਜ਼ੀਕਿਊਟ ਕਰਨਾ ਪੈਂਦਾ, ਜਿਹਨੂੰ ਕਿ ਆਪਾਂ ਅਜ਼ਰਾਈ ਕਹਿ ਦਿੰਦੇ ਹਾਂ ਆਮ ਪਿੰਡਾਂ ਦੀ ਬੋਲਚਾਲ ਦੀ ਭਾਸ਼ਾ ਦੇ ਵਿੱਚ। ਅਜ਼ਰਾਈ ਕਿਹਾ ਜਾਂਦਾ ਵੀ ਡਿਗਰੀ ਨੂੰ ਅਜ਼ਰਾਈ ਕਰਾਉਣਾ, ਡਿਗਰੀ ਨੂੰ ਐਗਜ਼ੀਕਿਊਟ ਕਰਨਾ, ਠੀਕ ਹੈ। ਇਹ ਆਰਡਰ 20 ਹੈ, ਇਹਦੇ ਤੇ ਕੁਐਸਚਨ ਜ਼ਰੂਰ ਆਉਂਦਾ ਹੈਗਾ ਪੇਪਰ ਦੇ ਵਿੱਚ। ਆਰਡਰ 21 ਹੈ। ਨੈਕਸਟ ਲੈਕਚਰ 'ਚ ਅਸੀਂ ਪੜਾਂਗੇ। ਅੱਜ ਦਾ ਜਿਹੜਾ ਹੈਗਾ ਅਸੀਂ ਇੱਥੇ ਲੈਕਚਰ ਖਤਮ ਕਰਦੇ ਹਾਂ। ਇਸ ਦਾ ਕੋਈ ਕੁਐਸਚਨ ਕਰ ਸਕਦਾ ਹੈ ਜੀ? ਸਰ ਜਿਵੇਂ ਆਪਾਂ ਨੇ ਆਰਡਰ ਵੀ ਪੜਿਆ ਸਰ, ਉਹਦੇ ਵਿੱਚ ਆਪਣਾ ਆਰਡਰ ਦੇ ਵਿੱਚ ਜਦੋਂ ਆਪਾਂ ਆਨਸਰ ਲਿਖਣਾ ਸਰ, ਉਹਦੇ ਵਿੱਚ ਆਰਡਰ ਵੀ ਤੇ ਅੱਗੇ ਸੈਕਸ਼ਨ ਲਿਖਾਂਗੇ, ਕੀ ਲਿਖਾਂਗੇ ਸਰ? ਆਰਡਰ ਦੇ ਨਾਲ ਅਸੀਂ ਰੂਲ ਲਿਖਾਂਗੇ। ਆਰਡਰ ਦਾ ਰੂਲ ਹੈ ਨਾ, ਇਹ ਜਿਹੜੇ ਆਰਡਰ ਨੇ, ਆਰਡਰਾਂ ਦੇ ਅਗੇਂਸਟ ਜਿੰਨੇ ਵੀ ਇਹ ਨੰਬਰ ਅੱਗੇ ਲੱਗੇ ਹੋਏ ਨੇ ਨਾ 1 2 3 4 5, ਇਹਨਾਂ ਨੂੰ ਅਸੀਂ ਰੂਲ ਕਹਿੰਦੇ ਆ। ਠੀਕ ਹੈ। ਅਸੀਂ ਆਰਡਰ ਦੇ ਨਾਲ ਰੂਲ ਲਿਖਾਂਗੇ। ਸੈਕਸ਼ਨ ਜਿਹੜੇ ਪਹਿਲੇ
ਸਾਡੇ 1 ਤੋਂ ਲੈ ਕੇ 158 ਤੱਕ ਜਿਹੜੇ ਹੈਗੇ ਉਹ ਸੈਕਸ਼ਨਸ ਨੇ। ਹਾਂਜੀ ਹਾਂਜੀ ਇਹ ਸਾਡੇ ਆਰਡਰਸ ਨੇ, ਹਰ ਆਰਡਰ ਦੇ ਕੁਝ ਰੂਲਸ ਹੈਗੇ ਆ, ਕਿਸੇ ਦੇ ਘੱਟ ਨੇ ਕਿਸੇ ਦੇ ਵੱਧ ਨੇ। ਆਰਡਰ ਦਾ ਕੀ ਰੂਲ ਲੱਗੇ ਹਰ ਆਰਡਰ ਦੇ ਰੂਲ ਨੇ, ਕੁਝ ਕਿਸੇ ਦੇ ਘੱਟ ਨੇ ਕਿਸੇ ਦੇ ਵੱਧ ਨੇ। ਠੀਕ ਹੈ ਜੀ, ਓਕੇ ਦੈਨ ਐਨੀ ਕੁਐਸਚਨ, ਕਿਸੇ ਦਾ ਕੋਈ ਹੋਰ ਕੁਐਸਚਨ ਹੋਵੇ? Okay, then class is over. Thank you very much. ਥੈਂਕ ਯੂ ਸਰ।